ਹਾਲੇਲੂਇਆ। ਸੋ ਪਰਮੇਸ਼ਰ ਦਾ ਬਹੁਤ ਸ਼ੁਕਰ ਕਰਦੇ ਹਾਂ ਇਸ ਚੰਗੇ ਸਮੇਂ ਦੇ। ਹਾਂ, ਕੋਈ ਵੀ ਮੇਰੇ ਨਾਲ ਵਚਨ ਦੇ ਵਿੱਚ ਮੇਰੀ ਮਦਦ ਕਰ ਸਕਦਾ ਹੈ। ਮੈਂ ਆਪਣੇ ਮਦਰ ਨੂੰ ਵੀ ਕਹੂੰਗਾ ਅਨਮਿਊਟ ਕਰਨ ਆਪਣੇ ਆਪ ਨੂੰ। ਸਿਸਟਰ ਮਧੂ ਨੂੰ ਵੀ ਕੀਤਾ ਹੈ। ਜਿਹਨੂੰ ਵੀ ਪਹਿਲੋਂ ਮਿਲ ਜਾਵੇ ਉਹ ਪੜ੍ਹ। ਹਾਲੇਲੂਇਆ। ਹਾਲੇਲੂਇਆ। ਸੋ ਅੱਜ ਅਸੀਂ ਜੋ ਭਜਨ ਸੁਣਿਆ ਹੈ ਕਿ ਤੂੰ ਯਹੋਵਾ ਤੇ ਰੱਖ ਲੈ ਭਰੋਸਾ। ਹਾਲੇਲੂਇਆ। ਬਹੁਤ ਜ਼ਰੂਰੀ ਹੈ ਕਿ ਸਾਡਾ ਭਰੋਸਾ ਯਹੋਵਾ ਦੇ ਉੱਤੇ। ਬਾਈਬਲ 'ਚ ਲਿਖਿਆ ਹੈ ਕਿ ਜੋ ਲੋਕ ਯਹੋਵਾ ਵੱਲ ਤੱਕਦੇ ਰਹਿੰਦੇ ਹਨ ਉਹ ਕਦੀ ਸ਼ਰਮਿੰਦਾ ਨਹੀਂ। ਹਾਲੇਲੂਇਆ। ਹਾਲੇਲੂਇਆ। ਅੱਜ ਅਸੀਂ ਬਹੁਤ ਜਗ੍ਹਾ ਦੇ ਉੱਤੇ ਸ਼ਰਮਿੰਦਾ ਹੁੰਦੇ ਹਾਂ। ਉਹਦਾ ਕਾਰਨ ਇਹੀ ਹੈ ਕਿ ਅਸੀਂ ਯਹੋਵਾ ਦੇ ਵੱਲ ਤੱਕਦੇ ਨਹੀਂ। ਜਦ ਸਮੱਸਿਆ ਆਉਂਦੀ ਹੈ ਅਸੀਂ ਲੋਕਾਂ ਦੇ ਵੱਲ ਤੱਕਦੇ ਹਾਂ, ਅਸੀਂ ਹੱਥ ਪੈਰ ਮਾਰਦੇ ਹਾਂ, ਪਰ ਅਸੀਂ ਕਦੇ ਵੀ ਪਰਮੇਸ਼ਰ ਦੇ ਵੱਲ ਤੱਕਦੇ। ਹਾਲੇਲੂਇਆ। ਪਰ ਅੱਜ ਅਸੀਂ ਬਾਈਬਲ ਦੇ ਵਿੱਚੋਂ ਦੇਖਾਂਗੇ ਇੱਕ ਵਿਅਕਤੀ ਦੇ ਬਾਰੇ ਜੋ ਪਰਮੇਸ਼ਰ ਦੇ ਵੱਲ ਤੱਕਦਾ ਸੀ ਔਰ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਦਾ ਸੀ, ਔਰ ਪਰਮੇਸ਼ਰ ਨੇ ਉਹਦੇ ਜੀਵਨ ਦੇ ਵਿੱਚ ਕੀ ਕੀਤਾ ਔਰ ਕੀ ਹੋਇਆ ਅਸੀਂ ਦੇਖਾਂਗੇ। ਹਾਲੇਲੂਇਆ। ਹਾਲੇਲੂਇਆ। ਆइए ਅਸੀਂ ਖੋਲਾਂਗੇ ਉਤਪਤੀ ਦੀ ਕਿਤਾਬ, ਉਹਦਾ 37 ਅਧਿਆਏ ਚੈਪਟਰ 37 ਔਰ ਉਹਦੀ ਵਰਸ 1 ਤੋਂ ਲੈ ਕੇ ਪੜ੍ਹ दीजिए। बुक ऑफ जेनेसिस चैप्टर 37। याकूब तो कनान देश में रहता था जहां उसका पिता परदेसी होकर रहा था। याकूब के वंश का वृतांत ये है। यूसुफ 70 वर्ष का होकर अपने भाइयों के संग भेड़ बकरियों को चराता था और वह लड़का अपने पिता की पत्नी बिल्हा और जिल्फा के पुत्रों के संग रहा करता था और उनकी बुराइयों का समाचार के पास पहुंचाया करता था। सब पुत्रों से बढ़कर उसके बुढ़ापे का पुत्र था और उसके लिए एक रंग बिरंगा अंगरखा बनवाया। परंतु जब उसके भाइयों ने देखा कि हमारा पिता हम सब भाइयों से अधिक उसी से प्रीति रखता है, तब वे उससे बैर करने लगे और उसके साथ ठीक से बात भी नहीं करते थे। यूसुफ ने एक स्वप्न देखा और अपने भाइयों से अपना वर्णन किया। तब वे उससे और भी द्वेष करने लगे। उसने उनसे कहा, जो स्वप्न मैंने देखा है उसे सुनो। हम लोग खेत में पूले बांध रहे हैं और क्या देखता हूँ कि मेरा पूला उठकर सीधा खड़ा हो गया। तब तुम्हारे पुलों ने मेरे पुलों के चारों तरफ से घेर लिया और उसे दंडवत किया। तब उसके भाइयों ने उससे कहा, क्या सचमुच तू हमारे ऊपर राज्य करेगा या क्या तू सचमुच तू हम पर प्रभुता करेगा? इसलिए वे उसके सपनों और उसके बातों के कारण उससे और भी अधिक बैर करने लगे। फिर उसने एक और स्वप्न देखा और अपने भाइयों से उसका भी यूं वर्णन किया। सुनो, मैंने एक और स्वप्न देखा है कि सूर्य और चंद्रमा और 11 तारे मुझे दंडवत कर रहे हैं। इस स्वप्न का उसने अपने पिता और भाइयों से वर्णन किया। तब उसके पिता ने उसको डांट कर कहा, ये कैसा स्वप्न है जो तूने देखा है? क्या सचमुच मैं और तेरी माता तेरे भाई सब जाकर तेरे आगे भूमि पर गिर कर तुझे दंडवत करेंगे? उसके भाई उसे ढा करते थे, पर उसके पिता ने उसके उस वचन को स्मरण रखा। रुक जाइए। हालेलुया। हालेलुया। तो इस जगह दे उत्ते वर्णन है एक फैमिली दा। हालेलुया। उस हालेलुया। फैमिली दे विच एक सब तो छोटा बच्चा है जिहदा नाम यूसुफ है। वो जो बच्चा है उस बच्चे ਨੂੰ ਇੱਕ ਦਿਨ ਇੱਕ ਸੁਪਨ ਆਇਆ। ਉਸ ਸੁਪਨ ਕੀ ਸੀਗਾ, ਉਸ ਸੁਪਨਾ ਕੀ ਸੀਗਾ ਕਿ ਖੇਤ ਦੇ ਵਿੱਚ ਕੰਮ ਕਰ ਰਹੇ ਸੀ ਔਰ ਜੋ ਯੂਸੁਫ ਦਾ ਉਹਨੇ ਬੰਨਿਆ ਹੋਇਆ ਸੀਗਾ, ਜੋ ਉਹਨੇ ਉੱਥੇ ਫਸਲ ਤੋੜੀ ਸੀਗੀ ਉਹ ਬੰਨਿਆ ਸੀਗਾ, ਉਹ ਸਿੱਧਾ ਖੜਾ ਹੋ ਗਿਆ ਔਰ ਉਹਦੇ ਭਰਾਵਾਂ ਦੀ ਜਿਹੜੀ ਫਸਲ ਬੰਨੀ ਹੋਈ ਸੀ ਉਹ ਉਹਦੇ ਅੱਗੇ ਝੁਕ ਗਈ। ਔਰ ਯੂਸੁਫ ਨੇ ਜਾ ਕੇ ਉਸ ਸੁਪਨ ਦਾ ਜ਼ਿਕਰ ਆਪਣੇ ਭਰਾਵਾਂ ਦੇ ਨਾਲ, ਜਦ ਉਹਨੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹਦੇ ਭਰਾ ਉਹਦੇ ਨਾਲ ਹੋਰ ਜ਼ਿਆਦਾ ਵਿਰੋਧ ਕਰਨਾ ਸ਼ੁਰੂ ਹੋ ਗਏ, ਉਹਦੇ ਖਿਲਾਫ ਹੋ ਗਏ ਔਰ ਕਹਿੰਦੇ ਤੈਨੂੰ ਕੀ ਲੱਗਦਾ ਹੈ, ਤੂੰ ਕੀ ਕਹਿੰਦਾ ਹੈ,
ਕਿ ਅਸੀਂ ਤੇਰੇ ਅੱਗੇ ਮੱਥਾ ਟੇਕਾਂਗੇ, ਤੂੰ ਸਾਡੇ ਉੱਤੇ ਰਾਜ ਕਰੇਗਾ। ਔਰ ਉਹਦੇ ਨਾਲ ਨਫ਼ਰਤ ਕਰਨ ਲੱਗੇ। ਥੋੜੇ ਚਿਰ ਬਾਅਦ ਉਹਨੂੰ ਫਿਰ ਇੱਕ ਸੁਪਨਾ ਆਇਆ। ਉਸ ਸੁਪਨੇ ਦੇ ਵਿੱਚ ਉਹ ਕਹਿੰਦਾ ਕਿ ਉਹਨੇ ਸੁਪਨਾ ਕੀ ਦੇਖਿਆ ਕਿ ਸੂਰਜ, ਚੰਦ ਔਰ ਤਾਰੇ ਮੇਰੇ ਅੱਗੇ ਝੁਕ ਰਹੇ। ਉਹਨੇ ਇਹ ਸੁਪਨਾ ਦੱਸਿਆ ਆਪਣੇ ਭਰਾਵਾਂ ਨੂੰ, ਆਪਣੇ ਬਾਪ ਨੂੰ, ਤਾਂ ਉਹਦਾ ਬਾਪ ਵੀ ਡਾਂਟਣ ਲੱਗਾ। ਕਹਿੰਦਾ ਤੂੰ ਕੀ ਕਹਿੰਦਾ ਹੈ ਕਿ ਮੈਂ, ਤੇਰੀ ਮਾਤਾ ਔਰ ਤੇਰੇ ਭਰਾ ਅਸੀਂ ਤੇਰੇ ਅੱਗੇ ਮੱਥਾ ਟੇਕਾਂਗੇ, ਤੂੰ ਸਾਡੇ ਤੇ ਰਾਜ ਕਰੇਗਾ, ਤੂੰ ਸਾਡਾ ਰਾਜਾ ਹੋਵੇਗਾ। ਉਹ ਵੀ ਡਾਂਟਣ ਲੱਗਾ। ਔਰ ਜਦ ਡਾਂਟਿਆ ਉਹਦੇ ਤੋਂ ਬਾਅਦ ਲਿਖਿਆ ਹੈ ਕਿ ਉਹਦੇ ਭਰਾ ਉਹਦੇ ਨਾਲ ਵੈਰ ਕਰਨ ਲੱਗੇ। ਹੁਣ ਪਰਮੇਸ਼ਰ ਨੇ ਯੂਸਫ ਨੂੰ ਆਪਣੀ ਯੋਜਨਾ ਦੱਸੀ ਸੀ ਕਿ ਬੇਟਾ, ਮੈਂ ਤੇਰੇ ਲਈ ਇੱਕ ਮਹਾਨ ਯੋਜਨਾ ਬਣਾਈ। ਉਹਦੇ ਪਿੱਛੇ ਕਾਰਨ ਕੀ ਸੀ ਉਹ ਮੈਂ ਤੁਹਾਨੂੰ ਅੰਤ ਦੇ ਵਿੱਚ ਦੱਸੂਗਾ ਕਿ ਕਿਉਂ ਪਰਮੇਸ਼ਰ ਨੇ ਯੂਸਫ ਦੇ ਲਈ ਇੰਨਾ ਕੁਝ ਕੀਤਾ। ਮੈਂ ਪਹਿਲਾਂ ਤੁਹਾਨੂੰ ਸਟੈਪ ਬਾਈ ਸਟੈਪ ਲੈ ਕੇ ਚੱਲਾਂਗਾ। ਸੋ ਹੋਇਆ ਕਿ ਜਦ ਪਰਮੇਸ਼ਰ ਨੇ ਯੂਸਫ ਦੇ ਲਈ ਇੱਕ ਯੋਜਨਾ ਬਣਾਈ ਤਾਂ ਯੂਸਫ ਨੇ ਉਹ ਯੋਜਨਾ ਆਪਣੇ ਭਰਾਵਾਂ ਨੂੰ ਦੱਸੀ। ਹਾਲੇਲੂਇਆ। ਔਰ ਉਹਦੇ ਭਰਾ ਉਹਦੇ ਨਾਲ ਨਫ਼ਰਤ ਕਰਨ ਲੱਗੇ, ਉਹਦੇ ਵੈਰੀ ਬਣ ਗਏ। ਤੁਹਾਨੂੰ ਪਤਾ, ਕਦੀ ਵੀ ਜੋ ਪਰਮੇਸ਼ਰ ਤੁਹਾਡੇ ਨਾਲ, ਤੁਹਾਡੀ ਪਰਸਨਲ ਤੁਹਾਡੀ ਯੋਜਨਾਵਾਂ ਤੁਹਾਡੇ ਨਾਲ ਬਣਾਉਂਦਾ ਹੈ, ਕਦੀ ਕਿਸੇ ਦੇ ਨਾਲ ਡਿਸਕਸ ਨਾ ਕਰੀਏ, ਪਹਿਲੀ ਗੱਲ। ਹਾਲੇਲੂਇਆ। ਕਿਉਂਕਿ ਹਰ ਵਿਅਕਤੀ ਤੁਹਾਡੇ ਲਈ ਭਲਾਈ ਨਹੀਂ ਚਾਹੁੰਦਾ। ਹਾਲੇਲੂਇਆ। ਇਸੇ ਤਰ੍ਹਾਂ ਇੱਥੇ ਹੋਇਆ, ਯੂਸਫ ਨੇ ਤਾਂ ਆਪਣੇ ਭਰਾਵਾਂ ਨੂੰ ਉਤਸ਼ਾਹਿਤ ਹੋ ਕੇ ਉਹ ਗੱਲਾਂ ਦੱਸੀਆਂ, ਪਰ ਉਹਦੇ ਭਰਾ ਯੂਸਫ ਦੇ ਨਾਲ ਵੈਰ ਕਰਨ। ਯੂਸਫ ਨੂੰ ਪਰਮੇਸ਼ਰ ਨੇ ਦਿਖਾ ਦਿੱਤਾ ਕਿ ਮੈਂ ਤੈਨੂੰ ਇਹਨਾਂ ਸਭ ਤੋਂ ਉੱਤੇ ਬਣਾਵਾਂਗਾ, ਇਹ ਸਭ ਤੇਰੇ ਅੱਗੇ ਮੱਥਾ ਟੇਕਣ। ਤੇ ਜਦ ਏਦਾਂ ਹੋਇਆ, ਯੂਸਫ ਨੇ ਦੱਸ ਤਾਂ ਦਿੱਤਾ। ਹੁਣ ਕੀ ਸੀ, ਉਹਦੇ ਭਰਾਵਾਂ ਨੇ ਯੋਜਨਾ ਬਣਾਉਣੀ ਸ਼ੁਰੂ ਹੋਈ। ਅਸੀਂ ਸਭ ਚੀਜ਼ਾਂ ਨਹੀਂ ਪੜਾਂਗੇ, ਮੈਂ ਮੂੰਹ ਜਵਾਨੀ ਬਹੁਤ ਚੀਜ਼ਾਂ ਦੱਸੂਗਾ, ਕਿਉਂਕਿ ਜੇ ਆਪਾਂ ਇੱਕ ਇੱਕ ਆਇਤ ਬਾਈਬਲ ਚੋਂ ਪੜਾਂਗੇ ਤਾਂ ਬਹੁਤ ਸਮਾਂ ਹੋਵੇਗਾ। ਤੁਸੀਂ ਬਾਅਦ ਵਿੱਚ ਇਹਨੂੰ ਪੜ ਸਕਦੇ। ਸੋ ਜਦ ਇਸ ਤਰ੍ਹਾਂ ਹੋਇਆ ਤਾਂ ਕਹਿੰਦੇ ਇੱਕ ਦਿਨ ਕੀ ਹੋਇਆ, ਯੂਸਫ ਦੇ ਭਰਾ ਜਦ ਖੇਤਾਂ ਦੇ ਵਿੱਚ ਆਪਣੀ ਭੇਡਾਂ ਨੂੰ ਚਰਾ ਰਹੇ ਸੀ ਤਾਂ ਜੋ ਯੂਸਫ ਸੀ ਉਹਨੂੰ ਉਹਦੇ ਬਾਪ ਨੇ ਰੋਟੀ ਦੇ ਕੇ ਘੱਲਿਆ ਕਿ ਜਾ ਕੇ ਆਪਣੇ ਭਰਾਵਾਂ ਨੂੰ ਰੋਟੀ ਦੇ ਆ। ਜਦ ਰੋਟੀ ਦੇਣ ਗਿਆ ਤਾਂ ਉੱਥੇ ਲਿਖਿਆ ਹੈ ਉਹਦੇ ਭਰਾਵਾਂ ਨੇ ਉਹਨੂੰ ਫੜ ਕੇ ਉਹਨੂੰ ਕੁੱਟਿਆ। ਪਹਿਲੀ ਚੀਜ਼ ਕਹਿੰਦੇ ਉਹਨੂੰ ਮਾਰਿਆ, ਉਹਨੂੰ ਕੁੱਟਿਆ, ਉਹਦੇ ਵਸਤਰ ਫਾੜ ਦਿੱਤੇ ਔਰ ਉਹਨੂੰ ਇੱਕ ਟੋਏ ਦੇ ਵਿੱਚ ਉਹਨਾਂ ਨੇ ਸਿੱਟ ਦਿੱਤਾ। ਔਰ ਜਦ ਟੋਏ ਦੇ ਵਿੱਚ ਸਿੱਟ ਦਿੱਤਾ ਕਿ ਆ ਮਰ ਜਾਵੇ, ਆ ਜੋ ਐਡੀਆਂ ਗੱਲਾਂ ਕਰਦਾ ਹੈ, ਸਾਡੀਆਂ ਸ਼ਿਕਾਇਤਾਂ ਲਾਉਂਦਾ ਹੈ, ਮਾਰੀ ਜਾਵੇ ਵਧੀਆ। ਉਹਨੂੰ ਟੋਏ ਦੇ ਵਿੱਚ ਸਿੱਟ ਦਿੱਤਾ ਗਿਆ। ਤਾਂ ਉਹਦੇ ਤੋਂ ਬਾਅਦ ਕੀ ਹੋਇਆ ਕਿ ਉਹ ਉੱਥੋਂ ਜਾਣ ਲੱਗੇ ਤਾਂ ਇੱਕ ਭਰਾ ਜਿਹੜਾ ਸੀ ਉਹਦੇ ਦਿਲ ਦੇ ਵਿੱਚ ਤਰਸ ਆਇਆ। ਉਹ ਕਹਿੰਦਾ ਕਿ ਆਪਾਂ ਇਹਨੂੰ ਕਿਉਂ ਮਰਨ ਦੇਣਾ ਹੈ। ਪਤਾ ਨਹੀਂ ਤਰਸ ਆਇਆ ਕਿ ਲਾਲਚ ਆਇਆ, ਮੈਨੂੰ ਪਤਾ ਨਹੀਂ, ਪਰ ਉਹਨੇ ਕੀ ਕਿਹਾ, ਇਹਦੇ ਨਾਲੋਂ ਵਧੀਆ ਹੈ ਸਾਨੂੰ, ਕਹਿੰਦਾ ਇਹਦਾ ਕੀ ਫਾਇਦਾ ਹੋਊਗਾ ਜੇ ਏਦਾਂ ਮਰ ਜਾਊਗਾ, ਲਾਲਚ ਹੀ ਕਹੂੰਗਾ ਮੈਂ ਤਾਂ ਕਹਿੰਦਾ ਅਸੀਂ ਕਿਉਂ ਨਾ ਏਦਾਂ ਕਰੀਏ ਕਿ ਉੱਥੋਂ ਕੁਝ ਲੋਕ ਨਿਕਲਦੇ ਪਏ ਹਨ, ਉਹਨਾਂ ਦੇ ਹੱਥ ਇਹਨੂੰ ਵੇਚ ਦਿੰਦੇ ਹਾਂ, ਕੁਝ ਫਾਇਦਾ ਤਾਂ ਹੋਵੇ ਆਪਾਂ ਨੂੰ। ਤਾਂ ਉਹਨੇ ਕੀ ਕੀਤਾ, ਉਹਦੇ ਅੰਦਰ ਜਦ ਮਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਯੂਸਫ ਨੂੰ ਕੱਢਿਆ ਔਰ ਗੁਲਾਮ ਬਣਾ ਕੇ ਵੇਚ ਦਿੱਤਾ ਗਿਆ। ਹੁਣ ਜਦ ਉਹਨੂੰ ਗੁਲਾਮ ਬਣਾ ਕੇ ਵੇਚ ਦਿੱਤਾ ਗਿਆ ਤਾਂ ਜਿਹੜਾ ਉੱਥੇ ਉਹ ਗੁਲਾਮ ਬਣ ਕੇ ਜਾ ਰਿਹਾ ਸੀਗਾ। ਹੁਣ ਦੇਖੋ, ਮੈਂ ਸੋਚ ਰਿਹਾ ਸੀ ਜੇ ਅਸੀਂ ਯੂਸਫ ਦੀ ਜਗ੍ਹਾ ਤੇ ਹੁੰਦੇ, ਸਾਨੂੰ ਇੱਕ ਸੁਪਨਾ ਆਇਆ ਹੁੰਦਾ ਕਿ ਵੀ ਤੁਸੀਂ ਏਦਾਂ ਏਦਾਂ ਰਾਜਾ ਬਣਨਾ ਹੈ, ਔਰ ਇੱਕ ਦਿਨ ਅਚਾਨਕ ਅਸੀਂ ਕਿਸੇ ਦੇ ਹੱਥ ਗੁਲਾਮ ਬਣਾ ਕੇ ਵੇਚ ਜਾਂਦੇ ਤਾਂ ਨੌਕਰ ਬਣ ਕੇ ਜਾਂਦੇ, ਤਾਂ ਅਸੀਂ ਉਦੋਂ ਆਪਣੇ ਮੂੰਹ ਚੋਂ ਕੀ ਸ਼ਬਦ ਕੱਢਦੇ। ਅਸੀਂ ਕਹਿਣਾ ਸੀ ਲੱਗਦਾ ਐਵੇਂ ਸੁਪਨਾ ਆਇਆ ਸੀਗਾ, ਲੱਗਦਾ ਪਰਮੇਸ਼ਰ ਨੇ ਮਜ਼ਾਕ ਕੀਤਾ, ਜਾਂ ਫਿਰ ਪਰਮੇਸ਼ਰ ਨੂੰ ਕੁਝ ਦੇ ਕੇ, ਪਰਮੇਸ਼ਰ ਤੂੰ ਸਾਡੇ ਨਾਲ ਮਜ਼ਾਕ ਕੀਤਾ, ਤੂੰ ਤਾਂ ਸੁਪਨਾ ਦਿਖਾਇਆ ਸੀ, ਕਿਆ ਕਰਨਾ ਹੈ ਉਹ ਕਰਨਾ ਹੈ। ਪਰ ਉੱਥੇ ਲਿਖਿਆ ਹੈ ਕਿ ਜਦ ਉਹ ਵੇਚਿਆ ਗਿਆ ਤਾਂ ਉਹ ਗੁਲਾਮੀ ਦੇ ਵਿੱਚ ਗਿਆ। ਹਾਲੇਲੂਇਆ। ਹੁਣ ਜਦ ਉਹ ਗੁਲਾਮੀ ਦੇ ਵਿੱਚ ਗਿਆ ਤਾਂ ਉੱਥੇ ਪਹਿਲਾ ਸਟੈਪ ਕੀ ਹੋਇਆ ਕਿ ਉਹ ਪੋਤੀਫਰ ਦੇ ਘਰ ਇੱਕ ਨੌਕਰ ਦਾ ਕੰਮ ਕਰਨਾ ਸ਼ੁਰੂ। ਜਦ ਉਹ ਨੌਕਰ ਦਾ ਕੰਮ ਕਰਦਾ ਸੀ ਤਾਂ ਪੋਤੀਫਰ ਨੇ ਦੇਖਿਆ ਕਿ ਆ ਜੋ ਵਿਅਕਤੀ ਨੌਕਰ ਦਾ ਕੰਮ ਕਰ ਰਿਹਾ ਹੈ, ਜਦ ਦਾ ਆ ਮੇਰੇ ਘਰ ਆਇਆ ਹੈ ਨਾ ਤਾਂ ਮੇਰੇ ਘਰ ਦੇ ਵਿੱਚ ਬਰਕਤ ਆਈ, ਮੇਰੇ ਘਰ ਦੇ ਵਿੱਚ ਸਭ ਕੰਮ ਵਧੀਆ ਹੋ ਰਹੇ ਹਨ। ਔਰ ਆ ਜੋ ਬੱਚਾ ਕੰਮ ਕਰ ਰਿਹਾ ਹੈ, ਇਹ ਬਹੁਤ ਹੀ ਜ਼ਿਆਦਾ ਵਧੀਆ ਵਫਾਦਾਰੀ ਨਾਲ ਕੰਮ ਕਰਦਾ ਹੈ। ਤਾਂ ਉੱਥੇ ਲਿਖਿਆ ਕਿ ਪੋਤੀਫਰ ਜਿਹੜਾ ਸੀਗਾ ਉਹਨੇ ਆਪਣੇ ਘਰ ਦੇ ਸਭ ਨੌਕਰਾਂ ਦਾ ਇੰਚਾਰਜ ਉਹਨੂੰ ਬਣਾ, ਉਹ ਕੀ ਬਣ ਗਿਆ ਉੱਥੇ, ਸੁਪਰਵਾਈਜ਼ਰ ਆਫ ਸਰਵੈਂਟ, ਸਰਵੈਂਟ ਸੁਪਰਵਾਈਜ਼ਰ। ਹਾਲੇਲੂਇਆ। ਸਪਨਾ ਕੀ ਹੈ, ਰਾਜਾ। ਸਪਨਾ ਉਹਨੂੰ ਕੀ ਦਿਖਿਆ ਕਿ ਮੈਂ ਇੱਕ ਦਿਨ ਰਾਜਾ ਬਣਨਾ ਹੈ, ਪਰ ਇੱਥੇ ਉਹ ਕੀ ਬਣ ਰਿਹਾ ਹੈ, ਸਰਵੈਂਟ ਦਾ ਸੁਪਰਵਾਈਜ਼ਰ,
ਨੌਕਰਾਂ ਦੇ ਉੱਤੇ ਸੁਪਰਵਾਈਜ਼ਰ ਬਣ ਗਿਆ। ਜਦ ਸੁਪਰਵਾਈਜ਼ਰ ਨੌਕਰਾਂ ਦੇ ਉੱਤੇ ਬਣਿਆ ਤਾਂ ਦੂਜੇ ਪਾਸੇ ਦੇਖੀਏ ਦੂਜਾ ਵੀ ਹਮਲਾ ਕਰ ਰਿਹਾ ਹੈ, ਕਿਉਂਕਿ ਇਸ ਵਿਅਕਤੀ ਨੇ ਆਪਣਾ ਜੋ ਦਰਸ਼ਨ ਸੀਗਾ ਉਹ ਖੋਲ ਕੇ ਰੱਖ ਦਿੱਤਾ ਸੀਗਾ। ਔਰ ਮੈਂ ਦੂਸਰੇ ਤਰੀਕੇ ਨਾਲ ਕਹੂੰਗਾ ਕਿ ਦੂਜੇ ਪਾਸੇ ਇਹਨੂੰ ਹੋਰ ਜ਼ਿਆਦਾ ਰਗੜਾ ਚੜ ਰਿਹਾ ਹੈ। ਹੁਣ ਜਦ ਉੱਥੇ ਨੌਕਰ ਬਣ ਗਿਆ ਤਾਂ ਉੱਥੇ ਲਿਖਿਆ ਹੈ ਕਿ ਜੋ ਪੋਤੀਫਰ ਦੀ ਪਤਨੀ ਸੀ ਨਾ, ਉਹਨੇ ਇਹਨੂੰ ਦੇਖਿਆ। 17 ਸਾਲ ਦਾ ਸੀਗਾ ਜਦ ਇਹਨੂੰ ਟੋਏ ਦੇ ਵਿੱਚ ਸਿੱਟਿਆ ਗਿਆ, 17-18 ਸਾਲ ਦਾ। ਸੋ ਪੋਤੀਫਰ ਦੀ ਪਤਨੀ ਨੇ ਦੇਖਿਆ ਕਿ ਮੁੰਡਾ ਜਵਾਨ ਹੈ ਔਰ ਪੋਤੀਫਰ ਤਾਂ ਬਾਹਰ ਰਹਿੰਦਾ ਹੁੰਦਾ ਸੀ। ਤਾਂ ਉਹਨੇ ਕਿਹਾ, ਉਹਨੇ ਇਹਦੇ ਵੱਲ ਦੇਖਦੀ ਰਹੀ। ਇੱਕ ਦਿਨ ਉਹਨੇ ਸਮਾਂ ਪਾ ਕੇ ਇਹਦੇ ਨਾਲ ਗੱਲ ਕੀਤੀ, ਕਹਿੰਦੀ ਕਿ ਤੂੰ ਆ ਕੇ ਮੇਰੇ ਨਾਲ ਰਿਲੇਸ਼ਨ ਬਣਾ, ਕਿ ਮੈਂ ਇਸ ਘਰ ਦੀ ਮਾਲਕਿਨ ਹਾਂ, ਮੈਂ ਸਭ ਤੋਂ ਉੱਤੇ ਹਾਂ, ਮੈਂ ਤੈਨੂੰ ਧਨ ਦੌਲਤ ਦੇ ਸਕਦੀ, ਮੈਂ ਤੈਨੂੰ ਆਦਰ ਦੇ ਸਕਦੀ ਹਾਂ, ਮੈਂ ਤੇਰੀ ਸਿਫਾਰਿਸ਼ ਕਰ ਸਕਦੀ ਹਾਂ ਪੋਤੀਫਰ ਦੇ ਅੱਗੇ। ਤੂੰ ਅੱਜ ਸਰਵੈਂਟ ਦਾ ਸੁਪਰਵਾਈਜ਼ਰ ਹੈ, ਤੈਨੂੰ ਹੋਰ ਉੱਚੇ ਅਹੁਦੇ ਤੇ ਰੱਖ ਸਕਦੇ ਹਾਂ, ਤੈਨੂੰ ਤਾਂ ਸਰਵੈਂਟ ਦੇ ਪਦ ਤੋਂ ਹੀ ਹਟਵਾ ਦੇਵਾਂਗੇ, ਤੈਨੂੰ ਇੱਕ ਮਾਲਿਕ ਦੀ ਤਰ੍ਹਾਂ ਰੱਖੂੰਗੀ ਇੱਥੇ, ਤੂੰ ਆ ਔਰ ਮੇਰੇ ਨਾਲ ਸੋ। ਔਰ ਬਾਈਬਲ ਕਹਿੰਦਾ ਹੈ ਕਿ ਉਹ ਮਨਾ ਕਰਦਾ। ਹਾਲੇਲੂਇਆ। ਉਹ ਮਨਾ ਕਰਦਾ ਰਿਹਾ। ਜਦ ਉਹ ਮਨਾ ਕਰਦਾ ਰਿਹਾ ਔਰ ਇਸੇ ਸਿਚੁਏਸ਼ਨ ਦੇ ਉੱਤੇ ਮੈਂ ਆਪਣੇ ਆਪ ਨੂੰ ਰੱਖ ਕੇ ਦੇਖ ਰਿਹਾ ਸੀ, ਜੇ ਮੈਂ ਹੁੰਦਾ ਤਾਂ ਮੈਂ ਕੀ ਕਰਦਾ? ਸ਼ਾਇਦ ਮੈਂ ਡਿੱਗ ਪੈਂਦਾ। ਹਾਲੇਲੂਇਆ। ਜੇ ਅਸੀਂ ਹੁੰਦੇ ਅਸੀਂ ਕੀ ਕਰਦੇ? ਸ਼ਾਇਦ ਅਸੀਂ ਡਿੱਗ ਪੈਂਦੇ। ਹਾਲੇਲੂਇਆ। ਪਰ ਉਹ ਬੱਚਾ ਉੱਥੇ ਵੀ ਨਹੀਂ ਡਿੱਗਿਆ। ਦੇਖੀ ਉਹਦੀ ਉਮਰ ਕੀ ਸੀ? ਹਜੇ ਉਹ ਜਵਾਨੀ ਦੇ ਵਿੱਚ ਹੀ ਗਿਆ ਸੀ। 17-18 ਸਾਲ ਉਮਰ, ਜਿਹੜਾ ਪੀਰੀਅਡ ਆਫ ਲਾਈਫ ਸਭ ਤੋਂ ਖਤਰਨਾਕ ਹੁੰਦਾ ਹੈ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਲੋਭਨ ਹੁੰਦਾ ਹੈ ਔਰ ਸਭ ਤੋਂ ਜ਼ਿਆਦਾ ਫਿਸਲਣ ਦਾ ਚਾਂਸ ਹੁੰਦਾ ਹੈ। ਉਸ ਉਮਰ ਦੇ ਵਿੱਚ ਉਹਦੇ ਅੱਗੇ ਦੇਖੋ ਕਿੱਦਾਂ ਦੇ ਪ੍ਰਲੋਭਨ ਆਉਂਦੇ ਪਏ। ਹਾਲੇਲੂਇਆ। ਸਾਡੇ ਤਾਂ ਜਿਹੜੇ ਬਜ਼ੁਰਗ ਹੋ ਜਾਂਦੇ ਹਨ ਉਹ ਨਹੀਂ ਟਿਕਦੇ, ਏਦਾਂ ਦੇ ਹਾਲਾਤ ਹਨ। ਬੜੇ ਬੜੇ ਪਾਸਟਰ ਜਿਹੜੇ 40-50 ਸਾਲ 60 ਸਾਲ ਦੀ ਉਮਰਾਂ ਹੋ ਗਈਆਂ, ਉਹ ਏਦਾਂ ਦੇ ਪ੍ਰਲੋਭਨਾਂ 'ਚ ਫਸ ਜਾਂਦੇ ਆ। 18 ਸਾਲ ਦਾ ਬੱਚਾ ਦੇਖੋ ਉੱਥੇ ਕੀ ਕਰ ਰਿਹਾ। ਹਾਲੇਲੂਇਆ। ਸੋ ਜਦ ਪਰਮੇਸ਼ਰ ਉਹਨੂੰ ਦੇਖ ਰਿਹਾ ਹੈ, ਪਰਮੇਸ਼ਰ ਉਹਦੇ ਹਰ ਇੱਕ ਕੰਮ ਨੂੰ ਦੇਖਦਾ ਜਾ ਰਿਹਾ ਹੈ। ਉੱਥੇ ਲਿਖਿਆ ਹੈ ਕਿ ਫਿਰ ਜਦ ਉੱਥੋਂ ਭੱਜਿਆ, ਇਹਦੇ ਉੱਤੇ ਝੂਠਾ ਇਲਜ਼ਾਮ ਉਹਦੀ ਪਤਨੀ ਨੇ ਲਗਾਇਆ। ਔਰ ਜਦ ਉਹਦਾ ਪਤੀ ਆਇਆ, ਉਹਨੂੰ ਝੂਠ ਮੂਠ ਦੀ ਕਹਾਣੀ ਸੁਣਾਈ ਕਿ ਏਦਾਂ ਉਹਨੇ ਜ਼ਬਰਦਸਤੀ ਕਰਨ ਦੀ ਸ਼ੁਰੂ ਕੀਤੀ। ਪੋਤੀਫਰ ਨੂੰ ਬੜਾ ਗੁੱਸਾ ਚੜਿਆ। ਉੱਥੇ ਲਿਖਿਆ ਉਹਨੇ ਚੱਕ ਕੇ ਉਹਨੂੰ ਜੇਲ੍ਹ 'ਚ ਪਾ ਦਿੱਤਾ। ਹਾਲੇਲੂਇਆ। ਜਦ ਜੇਲ੍ਹ 'ਚ ਪਾਤਾ ਤਾਂ ਉਹ ਇੱਕ ਹੁਣ ਉੱਥੇ ਕੈਦੀ ਬਣ ਗਈ। ਤੁਹਾਨੂੰ ਪਤਾ ਕੈਦੀਆਂ ਦੇ ਜੀਵਨ ਕਿੱਦਾਂ ਦੇ ਹੁੰਦੇ ਹਨ। ਅੱਜ ਕੱਲ ਤਾਂ ਜਿਹੜੇ ਬਾਹਰਲੇ ਮੁਲਕ ਹਨ ਉੱਥੇ ਤਾਂ ਜੇਲ੍ਹਾਂ ਕਾਫੀ ਜ਼ਿਆਦਾ ਮਤਲਬ ਕਿ ਆਰਾਮਦਾਇਕ ਦੀ ਤਰ੍ਹਾਂ ਹੁੰਦੀਆਂ, ਇੰਨੀ ਜ਼ਿਆਦਾ ਨਹੀਂ ਤੰਗੀ ਹੁੰਦੀ। ਇੰਡੀਆ ਦੇ ਵਿੱਚ ਜੇਲ੍ਹਾਂ ਦਾ ਬੁਰਾ ਹਾਲ ਹੈ ਔਰ ਉਸ ਸਮੇਂ ਦੇ ਵਿੱਚ ਤਾਂ ਜੇਲ੍ਹਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ। ਹਾਲੇਲੂਇਆ। ਹੁਣ ਇਹ ਵਿਅਕਤੀ ਜਿਹਨੂੰ ਇੱਕ ਸੁਪਨਾ ਆਇਆ ਕਿ ਮੈਂ ਰਾਜਾ ਬਣਾਂਗਾ, ਉਹ ਇੱਕ ਕੈਦ ਦੇ ਵਿੱਚ, ਇੱਕ ਪ੍ਰਿਜ਼ਨਰ ਹੈ, ਇੱਕ ਕੈਦੀ ਹੈ, ਇੱਕ ਜੇਲ੍ਹ ਦੇ ਵਿੱਚ ਰਹਿ ਰਿਹਾ ਹੈ। ਹਾਲੇਲੂਇਆ। ਜਦ ਉੱਥੇ ਰਹਿ ਰਿਹਾ ਸੀ, ਉੱਥੇ ਕੰਮ ਕਰ ਰਿਹਾ ਸੀ, ਉੱਥੇ ਵੀ ਵਫ਼ਾਦਾਰੀ ਦੇ ਨਾਲ ਕੰਮ ਕਰ ਰਿਹਾ ਸੀ। ਜੋ ਵੀ ਜੇਲ੍ਹ ਦਾ ਸੁਪਰਵਾਈਜ਼ਰ ਸੀਗਾ, ਉਹ ਜੋ ਕੁਛ ਇਹਨੂੰ ਕਹਿੰਦਾ ਸੀ ਉਹ ਕਰਦਾ ਸੀਗਾ। ਔਰ ਜਦ ਜੇਲ੍ਹ ਦੇ ਸੁਪਰਵਾਈਜ਼ਰ ਨੇ ਇਹਨੂੰ ਦੇਖਿਆ ਕਿ ਆਹ ਵਿਅਕਤੀ ਅੱਛਾ ਹੈ, ਇਹ ਵਫ਼ਾਦਾਰ ਹੈ, ਇਹ ਚੰਗੀ ਤਰ੍ਹਾਂ ਕੰਮ ਕਰਦਾ ਹੈ, ਆਗਿਆਕਾਰੀ ਹੈ, ਤਾਂ ਉੱਥੇ ਬਾਈਬਲ 'ਚ ਲਿਖਿਆ ਹੈ ਕਿ ਉਹਨੇ ਕਿਹਾ ਕਿ ਆਹ ਵਧੀਆ ਬੰਦਾ ਹੈ। ਤਾਂ ਫਿਰ ਦੇਖੋ ਉੱਥੇ ਹੁਣ ਕੈਦੀਆਂ ਦਾ ਸੁਪਰਵਾਈਜ਼ਰ ਉਹਨੂੰ ਬਣਾ ਦਿੱਤਾ। ਹਾਲੇਲੂਇਆ। ਹਾਲੇਲੂਇਆ। ਕੈਦੀਆਂ ਦਾ ਸੁਪਰਵਾਈਜ਼ਰ ਬਣ ਗਿਆ। ਉੱਥੇ ਕੈਦੀਆਂ ਨੂੰ ਸੁਪਰਵਾਈਜ਼ ਕਰਨਾ ਸ਼ੁਰੂ ਹੋਇਆ। ਜਦੋਂ ਕੈਦੀਆਂ ਨੂੰ ਸੁਪਰਵਾਈਜ਼ ਕਰ ਰਿਹਾ ਸੀ, ਸੁਪਰਵਾਈਜ਼ਰ ਬਣ ਗਿਆ, ਤਾਂ ਇੱਕ ਦਿਨ ਕੀ ਹੋਇਆ, ਉੱਥੇ ਰਾਜੇ ਦੇ 2 ਕਰਮਚਾਰੀ ਸੀਗੇ ਜਿਨ੍ਹਾਂ ਨੂੰ ਕਿਸੇ ਗਲਤੀ ਦੇ ਕਾਰਨ ਜੇਲ੍ਹ ਦੇ ਵਿੱਚ ਪਾਇਆ ਗਿਆ ਸੀ। ਹੁਣ ਉਹਨਾਂ ਦੇ ਵਿੱਚੋਂ ਇੱਕ ਨੇ ਤਾਂ ਗਲਤੀ ਕੀਤੀ ਸੀ, ਇੱਕ ਦੇ ਤੇ ਨਜਾਇਜ਼ ਇਲਜ਼ਾਮ ਲੱਗਾ ਹੋਇਆ ਸੀ। ਇੱਕ ਦਿਨ ਕੀ ਹੋਇਆ, ਦੋਨਾਂ ਨੂੰ ਇੱਕ ਸੁਪਨਾ ਆਇਆ। ਜਦ ਸੁਪਨਾ ਆਇਆ ਤਾਂ ਉਹ ਦੋਨੇ ਜਣੇ ਬਹੁਤ ਪਰੇਸ਼ਾਨ ਹੋਏ ਪਏ ਸੀਗੇ ਜੇਲ੍ਹ ਦੇ ਵਿੱਚ। ਉਹ ਸਾਰੀ ਰਾਤ ਨਹੀਂ ਸੌਂਦੇ ਸੀ ਤੇ ਸਾਰੀ ਰਾਤ ਉਹਨਾਂ ਨੇ ਸੋਣਾ ਨਹੀਂ, ਨਾ ਰੋਟੀ ਖਾਣੀ ਨਾ ਕੁਝ ਖਾਣਾ। ਤਾਂ ਉਹਨੇ ਪੁੱਛਿਆ, ਕਹਿੰਦਾ ਯੂਸਫ ਜਿਹੜਾ ਸੁਪਰਵਾਈਜ਼ ਕਰਦਾ ਸੀ ਪ੍ਰਿਜ਼ਨਰਸ ਨੂੰ, ਉਹਨੇ ਦੇਖਿਆ ਕਿ ਬੜੇ ਉਦਾਸ ਰਹਿੰਦੇ। ਇਹਨਾਂ ਪੁੱਛਦਾ ਹਾਂ ਕਿ ਕੀ ਹੋਇਆ। ਜਦ ਯੂਸਫ ਨੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਏਦਾਂ ਦਾ ਸੁਪਨਾ ਆਇਆ, ਤਾਂ ਪਤਾ ਨਹੀਂ ਵੀ ਇਹਦਾ ਕੀ ਮਤਲਬ ਹੈ। ਉਹਨੇ ਕਿਹਾ ਕਿ ਸੁਪਨਾ ਕੀ ਸੀ, ਮੈਨੂੰ ਸੁਪਨਾ ਦੱਸੋ। ਉਹਨਾਂ ਨੇ ਯੂਸਫ ਨੂੰ ਸੁਪਨਾ ਦੱਸਿਆ ਔਰ ਯੂਸਫ ਨੇ ਉਸ ਸੁਪਨੇ ਦਾ ਅਰਥ ਉਹਨਾਂ ਨੂੰ ਦੱਸਿਆ। ਔਰ ਜੋ ਜੋ ਯੂਸਫ ਨੇ ਅਰਥ ਦੱਸਿਆ, ਅਗਲੇ ਹੀ ਸਮੇਂ ਜਦ ਉਹ ਸਮਾਂ ਆਇਆ ਤਾਂ ਉਸੇ ਤਰੀਕੇ ਦੇ ਨਾਲ ਹੋਇਆ ਜੋ ਜੋ ਯੂਸਫ ਨੇ ਦੱਸਿਆ ਸੀ। ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਨੂੰ ਯੂਸਫ ਨੇ ਦੱਸਿਆ ਸੀ ਕਿ ਇਹਨੂੰ ਮਾਰ ਦਿੱਤਾ ਜਾਵੇਗਾ ਕਿਉਂਕਿ ਇਹਨੇ ਗਲਤੀ ਕੀਤੀ ਸੀ। ਤੇ ਦੂਸਰਾ ਵਿਅਕਤੀ ਜਿਹਨੇ ਗਲਤੀ ਨਹੀਂ ਕੀਤੀ ਸੀ, ਉਹਦਾ ਲਿਖਿਆ ਸੀਗਾ ਕਿ ਤੈਨੂੰ ਫਿਰ ਤੇਰੀ ਨੌਕਰੀ ਦੇ ਉੱਤੇ ਰੱਖਿਆ ਜਾਵੇ।
ਤਾਂ ਇਸੇ ਤਰ੍ਹਾਂ ਹੋਇਆ, ਇੱਕ ਨੂੰ ਮੌਤ ਦੀ ਸਜ਼ਾ ਮਿਲੀ ਔਰ ਇੱਕ ਨੂੰ ਰਾਜੇ ਨੇ ਕਿਹਾ ਕਿ ਇਹਨੂੰ ਬਹਾਲ ਕੀਤਾ ਜਾਵੇ, ਇਹਨੂੰ ਵਾਪਿਸ ਇਹਦੀ ਨੌਕਰੀ ਦਿੱਤੀ ਜਾਵੇ। ਜਦ ਉਹ ਜਾਣ ਲੱਗਾ ਤਾਂ ਯੂਸਫ ਨੇ ਉਹਦੇ ਅੱਗੇ ਨਾ ਇੱਕ ਬੇਨਤੀ ਕੀਤੀ, ਕਹਿੰਦਾ ਭਰਾ ਚੱਲਾ ਤਾਂ ਹੈ, ਮੈਨੂੰ ਯਾਦ ਰੱਖੀ, ਮੇਰੀ ਸਿਫਾਰਿਸ਼ ਕਰੀ ਰਾਜੇ ਦੇ ਅੱਗੇ। ਹੁਣ ਇੱਥੇ ਯੂਸਫ ਜੋ ਸੀਗਾ, ਯੂਸਫ ਦਾ ਧਿਆਨ ਥੋੜਾ ਜਿਹਾ ਇਨਸਾਨਾਂ ਦੇ ਵੱਲ ਡਿਵਰਟ ਹੋਇਆ। ਹਾਲੇਲੂਇਆ। ਜਦ ਡਾਇਵਰਟ ਹੋਇਆ ਤਾਂ ਉਹਨੇ ਕੀ ਉਹਨੂੰ ਕਿਹਾ, ਮੇਰੇ ਲਈ ਸਿਫਾਰਿਸ਼ ਕਰੀ, ਮੈਨੂੰ ਯਾਦ ਰੱਖੀ, ਰਾਜੇ ਦੇ ਅੱਗੇ ਮੇਰੀ ਸਿਫਾਰਿਸ਼ ਕਰੀ। ਔਰ ਕਹਿੰਦੇ ਕਿ ਜਦ ਉਹਨੂੰ ਨੌਕਰੀ ਮਿਲ ਗਈ, ਉਹ ਵਿਅਕਤੀ ਯੂਸਫ ਨੂੰ ਭੁੱਲ ਗਿਆ। ਹਾਲੇਲੂਇਆ। ਉਹ ਵਿਅਕਤੀ ਯੂਸਫ ਨੂੰ ਭੁੱਲ ਗਿਆ। ਉਹ ਸਭ ਕੁਝ ਉਹਦਾ ਚੱਲ ਰਿਹਾ, ਯੂਸਫ ਸੁਪਰਵਾਈਜ਼ ਕਰ ਰਿਹਾ, ਉਹ ਵਿਅਕਤੀ ਤਾਂ ਯੂਸਫ ਨੂੰ ਭੁੱਲ ਗਿਆ, ਪਰ ਪਰਮੇਸ਼ਵਰ ਯੂਸਫ ਨੂੰ ਨਹੀਂ ਸੀ। ਹਾਲੇਲੂਇਆ। ਪਰਮੇਸ਼ਵਰ ਯੂਸਫ ਨੂੰ ਨਹੀਂ ਭੁੱਲਿਆ। ਪਰਮੇਸ਼ਵਰ ਨੇ ਜੋ ਉਹਨੂੰ ਸੁਪਨ ਦੱਸਿਆ ਸੀ, ਪਰਮੇਸ਼ਵਰ ਨੇ ਜਿਹੜਾ ਦੱਸਿਆ ਸੀ ਕਿ ਮੈਂ ਤੇਰੇ ਲਈ ਇੱਕ ਜਗ੍ਹਾ ਰੱਖੀ ਹੈ, ਪਰਮੇਸ਼ਵਰ ਆਪਣੇ ਵਾਅਦੇ ਨੂੰ ਨਹੀਂ ਭੁੱਲਿਆ, ਉਸ ਸੁਪਨੇ ਨੂੰ ਨਹੀਂ ਭੁੱਲਿਆ। ਹਾਲੇਲੂਇਆ। ਉਹ ਵਿਅਕਤੀ ਵੀ ਭੁੱਲ ਗਿਆ, ਯੂਸਫ ਵੀ ਭੁੱਲ ਗਿਆ ਕਿ ਮੈਂ ਉਹਨੂੰ ਸਿਫਾਰਿਸ਼ ਕੀਤੀ ਸੀ, ਪਰ ਯੂਸਫ ਆਪਣਾ ਕੰਮ ਕਰਦਾ ਰਿਹਾ। ਪਰਮੇਸ਼ਰ ਦੇ ਉੱਤੇ ਇੱਕ ਉਮੀਦ ਉਹਦੀ ਸ਼ੁਰੂ ਤੋਂ ਹੀ ਹੈਗੀ ਤਾਂ ਸੀਗੀ, ਤਾਂ ਉਹ ਕਰਦਾ ਰਿਹਾ। ਪਰਮੇਸ਼ਰ ਨੇ ਉਹਨੂੰ ਫੇਰ ਯਾਦ ਕੀਤਾ। ਤਾਂ ਕਹਿੰਦੇ ਫਿਰ ਇੱਕ ਦਿਨ ਉਹਨੇ ਰਾਜੇ ਨੂੰ ਸੁਪਨਾ ਦੱਸਿਆ। ਰਾਜੇ ਨੂੰ ਇੱਕ ਸੁਪਨਾ ਆਇਆ ਔਰ ਰਾਜਾ ਬੜਾ ਪਰੇਸ਼ਾਨ ਹੋਇਆ। ਸੁਪਨਾ ਕੀ ਸੀਗਾ ਕਿ ਇੱਕ ਏਦਾਂ ਬਾਲਾਂ ਜਿਹੀਆਂ ਨਿਕਲਦੀਆਂ ਪਈਆਂ ਹੈਗੀਆਂ, ਤਾਂ ਜਿਹੜੀ ਕਮਜ਼ੋਰ ਸੀਗੀਆਂ ਉਹ ਜਿਹੜੀਆਂ ਸੀ ਦੂਜਿਆਂ ਨੂੰ ਢਾ ਦਿੰਦੀਆਂ ਸੀ। ਇੱਕ ਨਿਕਲਿਆ ਕਿ ਜਿਹੜਾ ਉੱਥੇ ਇੱਕ ਨਦੀ ਦੇ ਵਿੱਚੋਂ, ਉੱਥੋਂ ਕੀ ਸੀਗਾ ਕਿ ਉੱਥੇ ਬਹੁਤ ਹੱਟੇ ਕੱਟੇ ਪਸ਼ੂ ਚੱਲ ਰਹੇ ਸੀ। ਉੱਥੋਂ ਕਹਿੰਦੇ ਕਿ ਨਦੀ ਦੇ ਵਿੱਚੋਂ ਕਮਜ਼ੋਰ ਪਸ਼ੂ ਨਿਕਲੇ, ਉਹਨਾਂ ਨੇ ਹੱਟੇ ਕੱਟਿਆਂ ਨੂੰ ਖਾ ਲਿਆ। ਔਰ ਬੜਾ ਅਜੀਬ ਜਿਹਾ ਸੁਪਨਾ। ਰਾਜਾ ਪਰੇਸ਼ਾਨ, ਰਾਜੇ ਨੂੰ ਸਮਝ ਨਹੀਂ ਆ ਰਹੀ ਕੀ ਹੋਣਾ ਹੈ, ਕੀ ਹੋ ਰਿਹਾ, ਸੁਪਨੇ ਦਾ ਕੀ ਅਰਥ ਹੈ। ਰਾਜੇ ਨੇ ਸਭ ਮੰਤਰੀਆਂ ਨੂੰ ਸੱਦਿਆ, ਰਾਜੇ ਨੇ ਸੱਦਿਆ, ਵੱਡੇ ਵੱਡੇ ਵਿਦਵਾਨਾਂ ਨੂੰ ਸੱਦਿਆ, ਨਬੀਆਂ ਨੂੰ ਸੱਦਿਆ ਹੋਵੇਗਾ, ਬਹੁਤ ਲੋਕਾਂ ਨੂੰ ਇਕੱਠੇ ਕੀਤਾ ਕਿ ਮੈਨੂੰ ਮੇਰੇ ਕੋਈ ਸੁਪਨੇ ਦਾ ਅਰਥ ਦੱਸੇ, ਉਹਨੂੰ ਮੈਂ ਇਨਾਮ ਦੇਵਾਂਗਾ। ਲੋਕਾਂ ਨੇ ਆਪਣੀ ਆਪਣੀ ਸੂਝ-ਬੂਝ ਦੇ ਹਿਸਾਬ ਦੇ ਨਾਲ ਸੁਪਨੇ ਦੇ ਅਰਥ ਰਾਜੇ ਨੂੰ, ਕਈਆਂ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ, ਉਹ ਕੁਝ ਵੀ ਪਤਾ ਨਹੀਂ ਲੱਗ ਰਿਹਾ, ਰਾਜੇ ਦੀ ਸੈਟੀਸਫੈਕਸ਼ਨ ਨਹੀਂ ਹੋ ਰਹੀ। ਫਿਰ ਕੀ ਹੋਇਆ, ਉਹ ਵਿਅਕਤੀ ਜਿਹਦਾ ਸੁਪਨਾ ਯੂਸਫ ਨੇ ਦੱਸਿਆ ਸੀ ਜੇਲ੍ਹ ਦੇ ਵਿੱਚ, ਉਹਨੇ ਕਿਹਾ ਰਾਜੇ ਨੂੰ, ਕਹਿੰਦਾ ਰਾਜਾ ਜੇ ਤੂੰ ਗੁੱਸਾ ਨਾ ਕਰੇ ਤਾਂ ਮੈਂ ਤੈਨੂੰ ਇੱਕ ਗੱਲ ਕਵਾਂ। ਰਾਜਾ ਕਹਿੰਦਾ ਬੋਲ। ਕਹਿੰਦਾ ਜਦ ਮੈਂ ਜੇਲ੍ਹ ਦੇ ਵਿੱਚ ਸੀ, ਅਸੀਂ ਜਦ ਯਾਦ ਹੈ ਤੂੰ ਮੈਨੂੰ ਔਰ ਮੇਰੇ ਮਿੱਤਰ ਨੂੰ, ਸਾਨੂੰ ਦੋਨਾਂ ਨੂੰ ਜੇਲ੍ਹ ਚ ਪਾਇਆ ਸੀ, ਤੇ ਸਾਨੂੰ ਜੇਲ੍ਹ ਦੇ ਵਿੱਚ ਇੱਕ ਸੁਪਨਾ ਆਇਆ ਸੀ। ਉੱਥੇ ਇੱਕ ਯੂਸਫ ਨਾਮ ਦਾ ਵਿਅਕਤੀ ਸੀ ਜਿਹਨੇ ਸਾਡੇ ਸੁਪਨੇ ਦਾ ਅਰਥ ਸਾਨੂੰ ਦੱਸਿਆ, ਔਰ ਜੋ ਜੋ ਉਹਨੇ ਦੱਸਿਆ ਓਦਾਂ ਹੀ ਹੋਇਆ। ਰਾਜਾ ਕਹਿੰਦਾ ਕਿੱਥੇ ਆ ਉਹ ਵਿਅਕਤੀ, ਉਹਨੂੰ ਹੁਣੇ ਲੈ ਕੇ ਆਓ ਮੇਰੇ ਸਾਹਮਣੇ, ਉਹਨੂੰ ਜਲਦੀ ਪੇਸ਼ ਕਰੋ। ਜੇਲ੍ਹ ਦੇ ਵਿੱਚ ਸੁਨੇਹਾ ਘੱਲਿਆ ਗਿਆ। ਉਹ ਸੁਪਰਵਾਈਜ਼ਰ ਉੱਥੇ ਕੈਦੀਆਂ ਦਾ ਸੁਪਨਾ ਕੀ ਸੀਗਾ ਦਿਖਾਇਆ ਕਿ ਮੈਂ ਰਾਜਾ ਬਣੂੰਗਾ, ਪਰ ਹਜੇ ਜੇਲ੍ਹ ਦੇ ਵਿੱਚ ਸੁਪਰਵਾਈਜ਼ਰ। ਪਹਿਲਾਂ ਦੇਖੋ ਉਹਨੂੰ ਟੋਏ ਦੇ ਵਿੱਚ ਸਿੱਟਿਆ ਗਿਆ, ਉਹਦੇ ਕੱਪੜੇ ਪਾੜੇ ਗਏ, ਉਹਨੂੰ ਨੰਗਾ ਕੀਤਾ ਗਿਆ, ਫਿਰ ਉਹਨੂੰ ਵੇਚਿਆ ਗਿਆ, ਫਿਰ ਉਹਦੇ ਤੋਂ ਬਾਅਦ ਉਹਨੇ ਨੌਕਰ ਦਾ ਕੰਮ ਕੀਤਾ, ਫਿਰ ਨੌਕਰਾਂ ਦਾ ਸੁਪਰਵਾਈਜ਼ਰ ਬਣਿਆ। ਫਿਰ ਉੱਥੇ ਜਦ ਉਹਨੂੰ ਲੱਗਾ ਕਿ ਹੁਣ ਕੁਝ ਹਾਲਾਤ ਠੀਕ ਹੋ ਰਹੇ ਹਨ, ਹੁਣ ਮੈਂ ਨੌਕਰਾਂ ਦਾ ਸੁਪਰਵਾਈਜ਼ਰ ਹੋ ਗਿਆ, ਚੱਕ ਕੇ ਜੇਲ੍ਹ ਚ ਮਾਰਿਆ, ਜੇਲ੍ਹ ਦੇ ਵਿੱਚ ਮਾਰਿਆ। ਜਦ ਫਿਰ ਉਹਦੇ ਤੋਂ ਬਾਅਦ ਉੱਥੇ ਕੈਦੀਆਂ ਦਾ ਕੰਮ ਕਰ ਰਿਹਾ, ਫਿਰ ਵਿਚਾਰਾ ਬਹੁਤ ਮੁਸ਼ਕਿਲ ਦੇ ਵਿੱਚ ਜਾ ਰਿਹਾ। ਫਿਰ ਕੀ ਹੋਇਆ, ਫਿਰ ਉਹਦੇ ਉੱਤੇ ਦਇਆ ਹੋਈ, ਉਹ ਕੈਦੀਆਂ ਦਾ ਸੁਪਰਵਾਈਜ਼ਰ ਬਣਿਆ। ਤੇ ਜਦ ਸੁਪਨਾ ਉਹਨੇ ਦੱਸਿਆ, ਫਿਰ ਉਹਨੂੰ ਲੱਗਿਆ ਕਿ ਆਹ ਵਿਅਕਤੀ ਹੁਣ ਬਾਹਰ ਜਾਵੇਗਾ, ਹੋ ਸਕਦਾ ਹੈ ਕਿ ਮੈਂ ਇੱਥੋਂ ਨਿਕਲਾਂ, ਪਰ ਫਿਰ ਬਹੁਤ ਲੰਬਾ ਸਮਾਂ ਚਲਾ ਗਿਆ। ਫਿਰ ਉਹ ਉਸੇ ਤਰੀਕੇ ਉਹ ਬਹੁਤ ਪਰੇਸ਼ਾਨੀ ਦੇ ਵਿੱਚ ਅੰਦਰ ਜੀ ਰਿਹਾ ਸੀਗਾ, ਪਰ ਪਰਮੇਸ਼ਰ ਨੇ ਉਹਨੂੰ ਕਦੀ ਨਹੀਂ ਛੱਡਿਆ, ਪਰਮੇਸ਼ਰ ਉਹਨੂੰ ਕਦੀ ਨਹੀਂ ਭੁੱਲਿਆ। ਹਾਲੇਲੂਇਆ। ਸੋ ਕਿ ਜਦ ਰਾਜੇ ਨੇ ਕਿਹਾ ਤਾਂ ਉਹਨੂੰ ਰਾਜੇ ਦੇ ਅੱਗੇ ਪੇਸ਼ ਕੀਤਾ ਗਿਆ। ਰਾਜੇ ਨੇ ਉਹਨੇ ਕਿਹਾ ਕਿ ਦੱਸੋ ਰਾਜਾ ਜੀ ਕਿ ਕੀ ਹੁਕਮ ਹੈ। ਰਾਜਾ ਕਹਿੰਦਾ ਮੈਨੂੰ ਇੱਕ ਸੁਪਨਾ ਆਇਆ। ਕਹਿੰਦਾ ਸੁਪਨਾ ਦੱਸੋ। ਜਦ ਰਾਜੇ ਨੇ ਸੁਪਨਾ ਦੱਸਿਆ ਤਾਂ ਪਰਮੇਸ਼ਰ ਨੇ ਯੂਸਫ ਦੇ ਉੱਤੇ ਸੁਪਨੇ ਦਾ ਅਰਥ ਜ਼ਾਹਿਰ ਕਰ ਤਾਂ ਯੂਸਫ ਨੇ ਦੱਸਿਆ। ਯੂਸਫ ਕਹਿੰਦਾ ਕਿ ਤੇਰੇ ਸੁਪਨੇ ਦਾ ਅਰਥ ਇਹ ਹੈ ਕਿ ਦੇਸ਼ ਦੇ ਉੱਤੇ ਭਾਰਾ ਅਕਾਲ ਪੈਣ ਵਾਲਾ ਹੈ। ਪਹਿਲਾਂ ਤਾਂ ਕੁਝ ਸਾਲ ਜੋ ਹਨ, ਉਹ ਸਾਲ ਜਿਹੜੇ ਕੁਝ ਸਾਲ ਹਨ ਉਹ ਬਹੁਤ ਚੰਗੇ ਹੋਣਗੇ, ਬਹੁਤ ਚੰਗੀ ਫਸਲ ਹੋਵੇਗੀ, ਪਰ ਉਹਦੇ ਤੋਂ ਬਾਅਦ ਇੱਕ ਬਹੁਤ ਵੱਡਾ ਅਕਾਲ ਆ। ਰਾਜਾ ਸਮਝ ਗਿਆ ਕਿ ਜੋ ਇਹ ਸੁਪਨਾ ਇਹਦਾ ਅਰਥ ਦੱਸ ਰਿਹਾ ਹੈ, ਇਹ ਸੁਪਨੇ ਦਾ ਅਰਥ
ਬਹੁਤ ਮੇਲ ਖਾ ਰਿਹਾ ਹੈ। ਤਾਂ ਉਹ ਕਹਿੰਦਾ ਕਰਨਾ ਕੀ ਚਾਹੀਦਾ ਹੈ। ਉਹਨੇ ਆਪਣੇ ਮੰਤਰੀਆਂ ਨੂੰ ਵੀ ਪੁੱਛਿਆ, ਉੱਥੇ ਯੂਸਫ ਵੀ ਖੜਾ ਸੀ, ਕਹਿੰਦਾ ਕੀ ਕਰਨਾ ਚਾਹੀਦਾ ਹੈ। ਤਾਂ ਮੰਤਰੀਆਂ ਦੇ ਕੋਲ ਕੋਈ ਯੋਜਨਾ ਨਹੀਂ। ਤਾਂ ਯੂਸਫ ਕਹਿੰਦਾ ਰਾਜਾ ਮੈਂ ਤੈਨੂੰ ਇੱਕ ਸਲਾਹ ਦੇਵਾਂ। ਰਾਜਾ ਕਹਿੰਦਾ ਦੇ। ਤੇ ਯੂਸਫ ਕਹਿੰਦਾ ਏਦਾਂ ਕਰ ਕਿ ਜਿਹੜੇ ਸਾਲ ਚੰਗੇ ਹਨ ਉਹਨਾਂ ਸਾਲਾਂ ਦੇ ਵਿੱਚ ਜਮਾ ਕਰਨਾ ਸ਼ੁਰੂ ਕਰ, ਜਮਾ ਕਰਨਾ ਸ਼ੁਰੂ ਕਰ, ਜਮਾ ਕਰਦੇ ਰਹਿ। ਔਰ ਜਦ ਅਕਾਲ ਦਾ ਸਮਾਂ ਆਵੇਗਾ ਉਸ ਸਮੇਂ ਦੇ ਲਈ ਸਾਡੇ ਕੋਲ ਬਹੁਤਾਇਤ ਦੇ ਵਿੱਚ ਹੋਵੇਗਾ। ਰਾਜੇ ਨੂੰ ਇਹ ਯੋਜਨਾ ਜੋ ਪਰਮੇਸ਼ਰ ਨੇ ਯੂਸਫ ਦੇ ਵਿੱਚ ਪਾਈ ਸੀ, ਉਹਦੀ ਅਕਲ ਜੋ ਪਰਮੇਸ਼ਰ ਨੇ ਉਹਨੂੰ ਦਿੱਤੀ ਸੀ, ਉਹ ਚੰਗੀ ਲੱਗੀ। ਰਾਜਾ ਕਹਿੰਦਾ ਬਹੁਤ ਚੰਗੀ ਸਲਾਹ ਦਿੱਤੀ ਹੈ। ਹੁਣ ਰਾਜੇ ਦੇ ਅੱਗੇ ਇੱਕ ਹੋਰ ਦੁਬਿਧਾ ਆ ਗਈ। ਕਹਿੰਦਾ ਹੁਣ ਆਹ ਕੰਮ ਦਾ ਅਸੀਂ ਠੇਕਾ ਕਿਹਨੂੰ ਦੇਈਏ, ਕਿਹਨੂੰ ਇੰਚਾਰਜ ਬਣਾਈਏ। ਹਾਲੇਲੂਇਆ। ਸੋ ਉਹਨੇ ਜਦ ਕਿਹਾ ਕਿ ਕਿਹਨੂੰ ਇੰਚਾਰਜ ਬਣਾਈਏ, ਫਿਰ ਰਾਜੇ ਦੇ ਮਨ ਦੇ ਵਿੱਚ ਆਇਆ ਤਾਂ ਰਾਜਾ ਕਹਿੰਦਾ ਯੂਸਫ ਦੇ ਅੰਦਰ ਤਾਂ ਪਰਮੇਸ਼ਰ ਦਾ ਆਤਮਾ ਹੈ। ਰਾਜਾ ਕਹਿੰਦਾ ਇਹਦੇ ਨਾਲ ਉੱਤਮ ਵਿਅਕਤੀ ਕੌਣ ਹੋ ਸਕਦਾ ਹੈ ਜਿਹਨੂੰ ਇਸ ਚੀਜ਼ ਦਾ ਇੰਚਾਰਜ ਬਣਾਇਆ ਜਾ। ਹਾਲੇਲੂਇਆ। ਦੇਖੀਏ ਜਰਨੀ, ਦੇਖੀਏ ਉਹਦੀ, ਸੁਪਨਾ ਕੀ ਸੀਗਾ, ਰਾਜਾ ਬਣੂਗਾ। ਕਿੰਨੀ ਸਮੱਸਿਆ, ਕਿੰਨਾ ਕੁਝ ਹੋ ਰਿਹਾ ਹੈ। ਭਰਾ ਵੀ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਰ ਪਾਸੇ ਉਹਨੂੰ ਦੁਬਿਧਾ ਆ ਰਹੀ ਹੈ, ਉਹਨੂੰ ਸਮੱਸਿਆ ਆ ਰਹੀ ਹੈ। ਫਿਰ ਉੱਥੇ ਲਿਖਿਆ ਹੈ ਕਿ ਪਰਮੇਸ਼ਰ ਨੇ ਉਹਨੂੰ ਉਸ ਚੀਜ਼ ਦਾ ਇੰਚਾਰਜ ਬਣਾਇਆ। ਫਿਰ ਉਹ ਰਾਜਾ ਜੋ ਸੀਗਾ, ਰਾਜੇ ਨੇ ਉਹਨੂੰ ਪ੍ਰਧਾਨ ਮੰਤਰੀ ਬਣਾਇਆ। ਹਾਲੇਲੂਇਆ। हालेलुया ਔਰ ਜਦ ਪ੍ਰਧਾਨ ਮੰਤਰੀ ਬਣਾਇਆ ਤਾਂ ਉੱਥੇ ਲਿਖਿਆ ਹੈ ਕਿ ਉਹਨੇ ਉਸ ਤਰੀਕੇ ਦੇ ਨਾਲ ਕਾਰਿਆ ਕੀਤਾ। ਤਾਂ ਜਦ ਕਾਰਿਆ ਕਰਦਾ ਰਿਹਾ, ਮੁੜ ਕੇ ਜਦ ਅਕਾਲ ਪਿਆ ਤਾਂ ਕਹਿੰਦੇ ਉਹਦੇ ਭਰਾ ਜਿਹੜੇ ਸੀਗੇ, ਜਿਹੜੇ ਦੇਸ਼ ਵਿੱਚ ਉਹ ਰਹਿੰਦੇ ਸੀ, ਉੱਥੇ ਵੀ ਭਾਰਾ ਅਕਾਲ। ਹਾਲੇਲੂਇਆ। हालेलुया ਜਦ ਉੱਥੇ ਭਾਰਾ ਅਕਾਲ ਪਿਆ ਤਾਂ ਉਹ ਭਰਾ ਆਏ। ਹੁਣ ਯੂਸਫ ਜਦ ਸੀਗਾ ਉਦੋਂ 17 ਸਾਲ ਦਾ ਸੀਗਾ, ਨਾ ਦਾੜੀ, ਨਾ ਮੁੱਛ, ਨਾ ਕੁਛ। ਹਾਲੇਲੂਇਆ। हालेलुया ਭਰਾ ਜਿਹੜੇ ਸੀਗੇ ਉਹਨਾਂ ਦੀ ਉਮਰਾਂ ਜ਼ਿਆਦਾ ਸੀਗੀਆਂ। ਤੁਹਾਨੂੰ ਪਤਾ ਜਦ ਛੋਟਾ ਜਿਹਾ ਹੁੰਦਾ ਨਾ ਬੱਚਾ ਪੈਦਾ ਹੁੰਦਾ ਤਾਂ ਬੜੇ ਹਿਸਾਬ ਲਾਉਂਦੇ ਆ ਲੋਕੀ। ਇਹਦੀ ਸ਼ਕਲ ਨਾ, ਕੋਈ ਆ ਕੇ ਕਹਿੰਦਾ ਇਹਦੀ ਸ਼ਕਲ ਤਾਂ ਪੂਰੀ ਆਪਣੀ ਮੰਮੀ ਦੇ ਉੱਤੇ ਗਈ। ਦੂਜਾ ਆਵੇਗਾ ਅਗਲੇ ਦਿਨ ਕਹੇਗਾ ਆਹ ਬੱਚਾ ਤਾਂ ਪੂਰਾ ਆਪਣੇ ਡੈਡੀ ਤੇ ਹੈ, ਇਹਦਾ ਨੱਕ ਇਹਦੇ ਡੈਡੀ ਤੇ ਹੈ, ਇਹਦੀ ਅੱਖਾਂ ਇਹਦੇ ਡੈਡੀ ਤੇ ਹੈ। ਤਾਂ ਉਹਦੇ ਤੋਂ ਬਾਅਦ ਕੋਈ ਹੋਰ ਆਊਗਾ, ਨਹੀਂ ਇਹਦਾ ਮੱਥਾ ਤਾਂ ਇਹਦੇ ਦਾਦੇ ਵਰਗਾ ਹੈ, ਇਹਦਾ ਜੀ ਆਹ ਤਾਂ ਇਹਦੀ ਦਾਦੀ ਵਰਗਾ ਹੈ। ਮਤਲਬ ਕਈ ਹਿਸਾਬ ਲਾਉਂਦੇ ਆ। ਔਰ ਉਹ ਬੱਚਾ ਜਿਹੜਾ ਹੁੰਦਾ ਬਾਅਦ ਚੋਂ ਅਲੱਗ ਜਿਹਾ ਨਿਕਲਦਾ। ਹਾਲੇਲੂਇਆ। ਬਾਅਦ ਚ ਕਿਸੇ ਦੇ ਵੀ ਨਹੀਂ ਜਾਂਦਾ ਕਈ ਵਾਰੀ ਤਾਂ। ਹਾਲੇਲੂਇਆ। ਸੋ ਜੋ ਬਚਪਨ ਹੁੰਦਾ ਹੈ ਜਾਂ ਜਵਾਨੀ ਹੁੰਦੀ ਹੈ, ਉਹਦੇ ਵਿੱਚ ਤੁਸੀਂ ਕਦੀ ਵੀ ਹਿਸਾਬ ਨਹੀਂ ਲਾ ਸਕਦੇ ਕਿ ਇਹਦੀ ਸ਼ਕਲ ਕਿੱਦਾਂ ਦੀ ਹੋ ਜਾਂਦੀ। ਹਾਲੇਲੂਇਆ। हालेलुया ਮੈਂ ਤੁਹਾਨੂੰ ਦੱਸਦਾ ਕਈਆਂ ਦੀ ਆਦਤ ਨਾ ਬੜੀ ਸਟ੍ਰੇਟ ਫਾਰਵਰਡ ਹੁੰਦੀ ਆ। ਮੈਂ ਜਦ ਪੜ੍ਹਦਾ ਹੁੰਦਾ ਸੀ ਤਾਂ ਇੱਕ ਜਗ੍ਹਾ ਤੇ ਕੰਮ ਕਰਦਾ ਸੀ ਮੈਂ ਨਰਸਿੰਗ ਦਾ। ਤਾਂ ਇੱਕ ਦਿਨ ਨਾ ਮੰਮੀ ਡੈਡੀ ਮੈਨੂੰ ਉੱਥੇ ਲੈਣ ਆਏ ਗੱਡੀ ਤੇ। ਤਾਂ ਮੈਨੂੰ ਕੋਈ ਕਹਿੰਦਾ ਯਾਰ ਤੇਰੀ ਮੰਮੀ ਵੀ ਗੋਰੀ ਆ, ਡੈਡੀ ਵੀ ਗੋਰਾ ਹੈ, ਤੂੰ ਕਿੱਥੋਂ ਕਾਲਾ ਹੋ ਗਿਆ। ਮੈਂ ਕਿਹਾ ਮੇਰੀ ਦਾਦੀ ਕਾਲੀ ਸੀ ਇਸ ਕਰਕੇ ਮੇਰਾ ਰੰਗ ਉਹਨਾਂ ਤੇ ਗਿਆ। ਹਾਲੇਲੂਇਆ। ਸੋ हालेलुया ਤੁਹਾਨੂੰ ਪਤਾ ਜਦ ਮੈਂ ਪੈਦਾ ਹੋਇਆ ਸੀਗਾ, ਮੰਮੀ ਦੱਸਦੇ ਕਹਿੰਦੇ ਕਿ ਮੇਰੇ ਚ ਕਿੰਨੇ 3 ਰੰਗ ਸੀਗੇ। ਤਿਰੰਗਾ ਜਿਹਾ ਸੀਗਾ ਮੈਂ। ਕਾਲਾ ਰੰਗ ਵੀ ਸੀਗਾ, ਮੱਥਾ ਮੇਰਾ ਨੀਲਾ ਸੀਗਾ, ਪਤਾ ਨਹੀਂ ਇੱਕ ਹੋਰ ਜਿਹਾ ਰੰਗ ਸੀਗਾ। ਤਾਂ ਉਹ ਕੀ ਮੈਂ ਤੁਹਾਨੂੰ ਦੱਸ ਰਿਹਾ ਕਿ ਜਦ ਯੂਸਫ 17 ਸਾਲ ਦਾ ਸੀਗਾ, ਉਹਨਾਂ ਨੇ 17 ਸਾਲ ਦਾ ਦੇਖਿਆ ਸੀ। ਉਹਦੇ ਤੋਂ ਬਾਅਦ ਯੂਸਫ ਦਾ ਚਿਹਰਾ ਬਦਲਿਆ, ਉਹਦਾ ਡੀਲ ਡੋਲ ਬਦਲਿਆ, ਸਭ ਕੁਝ ਬਦਲਿਆ। ਪਰ ਭਰਾ ਜੋ ਸੀ ਉਹ ਵੱਡੀ ਉਮਰ ਦੇ ਸੀ, ਉਹਨਾਂ ਦੇ ਵਿੱਚ ਇੰਨਾ ਬਦਲਾਵ ਨਹੀਂ ਆਇਆ। ਸੋ ਜਦ ਉਹ ਯੂਸਫ ਨੂੰ ਮਿਲਣ ਆਏ ਤਾਂ ਯੂਸਫ ਨੇ ਤਾਂ ਉਹਨਾਂ ਨੂੰ ਪਹਿਚਾਨ ਲਿਆ, ਪਰ ਉਹ ਭਰਾ ਯੂਸਫ ਨੂੰ ਪਹਿਚਾਨ ਨਹੀਂ ਸੀ। ਔਰ ਜਦ ਤੁਸੀਂ ਪ੍ਰਧਾਨ ਮੰਤਰੀ ਦੇ ਅੱਗੇ ਜਾਓਗੇ ਤਾਂ ਸਭ ਤੋਂ ਪਹਿਲਾਂ ਕੰਮ ਕੀ ਹੋਵੇਗਾ? ਝੁਕੋਗੇ ਉਹਦੇ ਅੱਗੇ। ਹਾਲੇਲੂਇਆ। ਸੋ हालेलुया ਉਹਦੇ ਭਰਾਵਾਂ ਨੇ ਵੀ ਆਹੀ ਯੂਸਫ ਦੇ ਅੱਗੇ ਸਭ ਤੋਂ ਪਹਿਲਾਂ ਜਾ ਕੇ ਮੱਥਾ ਟੇਕਿਆ। ਹਾਲੇਲੂਇਆ। ਉਹ हालेलुया ਸਭ ਜੋ ਸ਼ੁਰੂਆਤ ਦੇ ਵਿੱਚ ਇੰਨੀ ਸਮੱਸਿਆ ਦੇ ਵਿੱਚ ਉਹਦੇ ਭਰਾ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ। ਪੋਤੀਫਰ ਦੀ ਪਤਨੀ ਨੇ ਸੋਚਿਆ ਕਿ ਹੁਣ ਤਾਂ ਆ ਖਤਮ ਹੈ। ਉਹਦੇ ਭਰਾਵਾਂ ਨੇ ਸੋਚਿਆ ਹੁਣ ਤਾਂ ਇਹਦਾ ਕਿੱਸਾ ਖਤਮ ਹੈ। ਉਹਦੇ ਭਰਾਵਾਂ ਨੂੰ ਲੱਗਦਾ ਮਰ ਗਿਆ ਹੋਵੇਗਾ। ਉਹਦਾ ਬਾਪ ਸੋਚ ਕੇ ਬੈਠ ਗਿਆ ਸੀ। ਉਹਦੇ ਭਰਾਵਾਂ ਨੇ ਕੀ ਕੀਤਾ ਸੀ, ਇੱਕ ਬੱਕਰੇ ਨੂੰ ਨਾ ਵੱਢ ਕੇ ਯੂਸਫ ਦੇ ਕੱਪੜੇ ਦੇ ਉੱਤੇ ਲਹੂ ਲਗਾ ਕੇ ਉਹਦੇ ਬਾਪ ਨੂੰ ਕਹਿ ਦਿੱਤਾ ਸੀ ਤੇਰਾ ਪੁੱਤ ਮਰ ਗਿਆ। ਉਹਦੇ ਭਰਾਵਾਂ ਨੂੰ ਵੀ ਲੱਗਦਾ ਸੀ ਹੁਣ ਤਾਂ ਕਿਤੇ ਦੂਰ ਗਰੀਬੀ ਚ ਚਲਾ ਗਿਆ ਹੋਵੇਗਾ, ਹੁਣ ਤਾਂ ਉਹਦਾ ਸਭ ਕੁਝ ਬਹੁਤ ਬੁਰਾ ਹਾਲ ਹੋਵੇਗਾ। ਏਦਾਂ ਦੀਆਂ ਸੋਚਾਂ ਲੈ ਕੇ ਬੈਠੇ ਹੋਏ ਸੀਗੇ। ਮੈਂ ਸੋਚਿਆ ਖਤਮ, ਉਹ ਦਰਸ਼ਨ ਖਤਮ, ਉਹ ਸੁਪਨ ਖਤਮ। ਜਿਹੜਾ ਯੂਸਫ ਗੱਲਾਂ ਕਰਦਾ ਸੀ ਕਿ ਅਸੀਂ ਉਹਦੇ ਅੱਗੇ ਮੱਥਾ ਟੇਕਾਂਗੇ, ਦੇਖੋ ਅਸੀਂ ਉਹਦੇ ਅੱਗੇ ਮੱਥਾ ਟੇਕਾਂਗੇ।
ਹਾਂ, ਸਭ ਨੇ ਸੋਚਿਆ ਸਭ ਖਤਮ ਹੋ ਜਾਵੇਗਾ, ਪਰ ਤੁਹਾਨੂੰ ਪਤਾ ਬਾਈਬਲ 'ਚ ਇੱਕ ਆਇਤ ਮੈਂ ਤੁਹਾਡੇ ਨਾਲ ਪੜ੍ਹਨਾ ਚਾਹੁੰਦਾ। ਖੋਲੀਏ ਰੋਮੀਆਂ ਦਾ ਖੱਤ, ਉਹਦਾ 8 ਅਧਿਆਇ, ਉਹਦੀ 28 ਆਇਤ। ਰੋਮੀਆਂ ਉਹਦਾ 8, ਚੈਪਟਰ 8 verse 28। हम जानते हैं कि जो लोग परमेश्वर से प्रेम रखते हैं उनके लिए सब बातें मिलकर भलाई ही उत्पन्न करती है, अर्थात उन्हीं के लिए जो उसकी इच्छा के अनुसार बुलाए हुए हैं। ਹਾਂ, ਹਾਲੇਲੂਇਆ। हालेलुया। ਬਾਈਬਲ ਕਹਿੰਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਜੋ ਕੋਈ ਪਰਮੇਸ਼ਰ ਨਾਲ ਪ੍ਰੇਮ ਕਰਦਾ ਹੈ, ਸਭ ਵਸਤੂਆਂ ਰਲ ਕੇ ਉਹਦੇ ਲਈ ਭਲਾਈ ਉਤਪੰਨ ਕਰਦੀ। ਹਾਲੇਲੂਇਆ। हालेलुया। ਉਹਦੇ ਭਰਾਵਾਂ ਨੇ ਉਹਨੂੰ ਵੇਚਿਆ ਔਰ ਸੋਚਿਆ ਕਿੱਸਾ ਖਤਮ। ਪੋਤੀਫਰ ਦੀ ਪਤਨੀ ਨੇ ਉਹਨੂੰ ਜੇਲ੍ਹ ਦੇ ਵਿੱਚ ਪਵਾ ਦਿੱਤਾ। ਅੱਛਾ, ਮੇਰੀ ਗੱਲ ਨਹੀਂ ਮੰਨੀ, ਦੇਖ ਹੁਣ ਜੇਲ੍ਹ ਦੇ ਵਿੱਚ ਆ। ਉਹਨੇ ਸੋਚਿਆ ਕਿੱਸਾ ਖਤਮ। ਹਾਲੇਲੂਇਆ। ਬਹੁਤ ਬੁਰੀਆਈ ਕੀਤੀ ਗਈ ਉਹਦੇ ਨਾਲ, ਪਰ ਜੋ ਪਰਮੇਸ਼ਰ ਨਾਲ ਪ੍ਰੇਮ ਕਰਦੇ ਹਨ, ਸਭ ਬੁਰਾਈਆਂ ਮਿਲ ਕੇ ਉਹਦੇ ਲਈ ਭਲਾਈ ਉਤਪੰਨ ਕਰਦੀ। ਹਾਲੇਲੂਇਆ। हालेलुया। ਪਰਮੇਸ਼ਰ ਬੁਰਾਈ ਨੂੰ ਭਲਾਈ ਦੇ ਵਿੱਚ ਕਿੱਦਾਂ ਬਦਲਣਾ ਹੈ, ਪਰਮੇਸ਼ਰ ਨੂੰ ਆਉਂਦਾ ਹੈ। ਹਾਲੇਲੂਇਆ। हालेलुया। ਸੋ ਇੱਥੇ ਕੀ ਹੋਇਆ, ਉਹਦੇ ਭਰਾਵਾਂ ਨੇ ਮੱਥਾ ਟੇਕਿਆ। ਉਹਦੇ ਤੋਂ ਬਾਅਦ ਜੇ ਤੁਸੀਂ ਪੜੋਗੇ, ਉਹਦਾ ਬਾਪ ਵੀ ਆਇਆ, ਮੱਥਾ ਟੇਕਿਆ। ਹਾਲੇਲੂਇਆ। हालेलुया। ਪ੍ਰਧਾਨ ਮੰਤਰੀ ਇੰਚਾਰਜ ਬਣ ਗਿਆ ਪੂਰੇ ਦੇਸ਼ ਦਾ, ਪਰ ਬਹੁਤ ਸਾਰੀ ਉਹਨੂੰ ਰਗੜਿਆਂ ਚੋਂ ਨਿਕਲਣਾ ਪਿਆ, ਬਹੁਤ ਸਾਰੀ ਉਹਦੇ ਚੋਂ ਨਿਕਲਣਾ ਪਿਆ। ਹੁਣ ਇੱਥੇ ਕੀ ਲਿਖਿਆ ਹੈ, ਜੋ ਕੋਈ ਪਰਮੇਸ਼ਰ ਨਾਲ ਪ੍ਰੇਮ ਕਰਦਾ ਹੈ ਔਰ ਉਹਦੀ ਇੱਛਾ ਦੇ ਉੱਤੇ ਚੱਲਦਾ ਹੈ, ਉਹਦੇ ਲਈ ਕੇਵਲ ਉਹਦੇ ਲਈ ਸਭ ਚੀਜ਼ਾਂ ਮਿਲ ਕੇ ਕੀ ਕਰਦੀ ਹੈ, ਭਲਾਈ ਉਤਪੰਨ ਕਰਦੀ ਹੈ। ਆ ਜੋ ਯੂਸਫ ਸੀ, ਹੁਣ ਅਸੀਂ ਸੋਚਦੇ ਹੋਊਗੇ ਸਾਡੇ ਨਾਲ ਵੀ ਏਦਾਂ ਹੋਵੇਗਾ, ਪਰ ਤੁਸੀਂ ਸਮਝਣਾ ਹੈ ਕਿ ਜੋ ਯੂਸਫ ਸੀ, ਉਹ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰ। ਕੀ ਏਦਾਂ ਦਾ ਸੀ ਯੂਸਫ ਦੇ ਵਿੱਚ, ਜੋ ਪਰਮੇਸ਼ਰ ਨੇ ਉਹਨੂੰ, ਜਦ ਵੀ ਉਹ ਇੱਕ ਥਾਂ ਤੇ ਡਿੱਗਦਾ ਸੀ, ਪਰਮੇਸ਼ਰ ਉਠਾ ਕੇ ਉਹਨੂੰ ਸੁਪਰਵਾਈਜ਼ਰ ਬਣਾ ਦਿੰਦਾ ਸੀ। ਪਰਮੇਸ਼ਰ ਉਠਾ ਕੇ ਉਹਨੂੰ ਉੱਚਾ ਕਰ ਦਿੰਦਾ ਸੀ। ਉੱਥੋਂ ਕੱਢ ਕੇ ਸਟੈਪ ਵਾਈਜ਼ ਪਰਮੇਸ਼ਰ ਉਹਨੂੰ ਤਖਤ ਤੇ ਲੈ ਗਿਆ। ਤੁਹਾਨੂੰ ਪਤਾ ਜਿਹੜੇ ਰਾਜੇ ਮਹਾਰਾਜਾ ਦੇ ਤਖਤ ਹੁੰਦੇ ਜਾਂ ਵੱਡੇ ਵੱਡੇ ਤਖਤ ਹੁੰਦੇ, ਉਹਨਾਂ ਦੇ ਅੱਗੇ ਪੌੜੀਆਂ ਹੁੰਦੀਆਂ ਹੈ, ਉਹ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾ। ਹਾਲੇਲੂਇਆ। ਕੀ ਸੀ ਏਦਾਂ ਦਾ ਯੂਸਫ ਦੇ ਵਿੱਚ, ਸਮਝਣਾ ਹੈ ਉਹਦੀ ਕਹਾਣੀ ਚੋਂ। ਬਾਈਬਲ ਕਹਿੰਦਾ ਹੈ, ਆਈ ਖੋਲੀ ਉਤਪਤੀ ਦੀ ਕਿਤਾਬ ਦੁਬਾਰਾ, ਉਤਪਤੀ ਦੀ ਕਿਤਾਬ ਉਹਦਾ 37 ਅਧਿਆਇ, ਉਹਦੀ 2 ਤੋਂ पढ़ दीजिए। याकूब के वंश का वृतांत ये है, यूसुफ 17 वर्ष का होकर अपने भाइयों के संग भेड़ बकरियों को चराता था। वह लड़का अपने पिता की पत्नी बिला और जिल्फा के पुत्रों के संग रहा करता था और उनकी बुराइयों का समाचार अपने पिता के पास पहुंचाया करता था। हाँ जी, रुक जाइए। हालेलुया। ਪਹਿਲੀ ਚੀਜ਼, ਉਹਦੇ ਭਰਾ ਜਿਹੜੇ ਸੀਗੇ, ਦੇਖੀ ਉਹ ਬੁਰਾਈ ਕਰਦੇ ਸੀ, ਪਰ ਜੋ ਯੂਸਫ ਸੀ ਉਹ ਬੁਰਾਈ ਨਹੀਂ ਕਰਦਾ ਸੀ, ਆਪਣੇ ਡੈਡੀ ਨੂੰ ਜਾ ਕੇ ਸ਼ਿਕਾਇਤਾਂ ਲਾਉਂਦਾ ਹੁੰਦਾ ਸੀ। ਹਾਲੇਲੂਇਆ। हालेलुया। ਘਰਾਂ ਦੇ ਵਿੱਚ ਵੀ ਹੁੰਦੇ ਨਾ, ਛੋਟੇ ਬੱਚੇ ਵੱਡਿਆਂ ਦੀ ਸ਼ਿਕਾਇਤਾਂ, ਵੱਡੇ ਛੋਟਿਆਂ ਦੀ ਸ਼ਿਕਾਇਤਾਂ। ਹਾਲੇਲੂਇਆ। ਸੋ ਉਹ ਸ਼ਿਕਾਇਤਾਂ ਲਾਉਂਦਾ ਹੁੰਦਾ ਸੀਗਾ, ਨਿੱਕੀ ਨਿੱਕੀ ਗੱਲ ਦੀ ਸ਼ਿਕਾਇਤ ਲਾਣੀ। ਉਹ ਅੱਜ ਉਹਨੇ ਆਹ ਕੀਤਾ, ਆ ਵੱਡੇ ਭਰਾ ਨੇ ਆਹ ਕੀਤਾ, ਉਹਨੇ ਆਹ ਕੀਤਾ। ਹਾਲੇਲੂਇਆ। ਪਰ ਉਹ ਬੁਰਾਈ ਨਹੀਂ ਕਰਦਾ ਸੀ, ਕਿਉਂਕਿ ਜੇ ਆਪ ਬੁਰਾਈ ਕਰਦਾ ਫਿਰ ਵੱਡਿਆਂ ਨੇ ਵੀ ਉਹਦੀ ਸ਼ਿਕਾਇਤ ਲਾਉਣੀ ਸੀ ਕਿ ਇਹਨੇ ਆ ਕੀਤਾ, ਬਟ ਵੱਡੇ ਨਹੀਂ ਲਾ ਸਕਦੇ ਸੀ। ਯੂਸਫ ਉਹਨਾਂ ਦੀ ਸ਼ਿਕਾਇਤਾਂ ਲਾਉਂਦਾ। ਸਭ ਤੋਂ ਪਹਿਲੀ ਚੀਜ਼, ਉਹ ਛੋਟੀ ਉਮਰ ਦੇ ਵਿੱਚ ਹੀ ਬੁਰਾਈ ਤੋਂ ਦੂਰ ਰਹਿੰਦਾ ਸੀ। ਤੁਹਾਨੂੰ ਪਤਾ, ਮੈਨੂੰ ਯਾਦ ਹੈ, ਮੈਂ ਨਾ ਛੋਟਾ ਜਿਹਾ ਹੁੰਦਾ ਸੀ ਤਾਂ ਮੇਰੇ ਮੰਮੀ ਡੈਡੀ ਮੈਨੂੰ ਨਾ ਚਰਚ ਕਦੀ ਮਿਸ ਨਹੀਂ ਕਰਾਉਂਦੇ ਹੁੰਦੇ ਸੀ। ਔਰ ਜਿਹੜੇ ਸਾਡੇ ਪਾਸਟਰ ਹੁੰਦੇ ਸੀ, ਉਹਨਾਂ ਦਾ ਨਾਮ ਸੀ ਪਾਸਟਰ ਕਰਨੈਲ ਗਿੱਲ। ਉਹ ਵਚਨ ਦੇ ਵਿੱਚ ਬਹੁਤ ਸਟਰੋਂਗ ਹੁੰਦੇ ਸੀ, ਬਹੁਤ ਸਖਤ ਵਚਨ, ਬਹੁਤ ਡੀਪ ਵਚਨ, ਔਰ ਬਹੁਤ ਹੀ ਜ਼ਿਆਦਾ ਮਤਲਬ ਕਿ ਉਹਨਾਂ ਦਾ ਨਾ ਪ੍ਰੋਪਰ ਬਿਬਲੀਕਲ ਹੁੰਦਾ ਸੀਗਾ। ਇੱਥੇ ਉੱਥੇ ਦੀਆਂ ਗੱਲਾਂ ਨਹੀਂ ਕਰਨੀਆਂ ਜਿੱਦਾਂ ਅੱਜ ਕੱਲ ਕਰਦੇ ਆ ਜੀ, ਆਹ ਹੋ ਗਿਆ ਗੱਡੀਆਂ ਮਿਲ ਜਾਣੀਆਂ, ਬੰਗਲੇ ਮਿਲ ਜਾਣੇ, ਕਰੋੜਾਪਤੀ ਅਰਬਾਪਤੀ ਹੋ ਜਾਣਾ। ਨਾ ਨਾ ਨਾ, ਸਖਤ ਵਚਨ ਹੁੰਦਾ ਸੀ ਉਹਨਾਂ ਦਾ। ਹਾਲੇਲੂਇਆ। ਸੋ ਮੇਰੇ ਘਰਦਿਆਂ ਨੇ ਸ਼ੁਰੂ ਤੋਂ ਉਹਨਾਂ ਦੇ ਨਾਲ ਜੋੜ ਕੇ ਰੱਖਿਆ ਹੋਇਆ ਸੀ। ਔਰ ਮੈਂ ਨਾ ਛੋਟਾ ਜਿਹਾ ਹੁੰਦਾ ਸੀ, ਮੈਨੂੰ ਏਜ ਤਾਂ ਯਾਦ ਨਹੀਂ ਉਦੋਂ ਕਿੰਨੀ ਹੋਣੀ। ਸਾਡੇ ਨਾ ਇੰਗਲੈਂਡ ਤੋਂ ਰਿਸ਼ਤੇਦਾਰ ਆਏ ਤਾਂ ਉਹ ਕਹਿੰਦੇ ਅਸੀਂ ਆਗਰਾ ਜਾਣਾ ਘੁੰਮਣ। ਅਸੀਂ ਸਾਰੇ ਆਗਰਾ ਗਏ।
ਜਦ ਆਗਰਾ ਗਏ ਤਾਂ ਉੱਥੇ ਨਾ ਇੱਕ ਮੰਦਿਰ ਸੀ, ਬਿਰਲਾ ਮੰਦਿਰ ਉਹਦਾ ਨਾਮ ਹੈ। ਉਹ ਮੰਦਿਰ ਜਿਹੜਾ ਹੈਗਾ ਪੂਰਾ ਨਾ ਟਾਈਲਸ ਨਾਲ ਬਣਿਆ ਹੋਇਆ ਹੈ, ਔਰ ਉਹਦੇ ਅੰਦਰ ਨਾ ਕਾਰਵਿੰਗ ਬਹੁਤ ਵਧੀਆ ਕੀਤੀ ਹੋਈ ਹੈ। ਨਕਾਸ਼ੀ ਕਹਿੰਦੇ ਹਨ ਮੇਰੇ ਖਿਆਲ ਤੋਂ, ਉਹ ਬਹੁਤ ਸੋਹਣੀ ਕੀਤੀ ਹੋਈ ਹੈ। ਸੋ ਉਹ ਕਹਿੰਦੇ ਉਹ ਦੇਖਣ ਜਾਣਾ। ਤਾਂ ਮੈਂ ਕਿਹਾ ਏਦਾਂ ਕਿੱਦਾਂ ਦੇਖਣ ਜਾਣਾ, ਛੋਟਾ ਜਿਹਾ ਮੈਂ, ਮੇਰੇ ਖਿਆਲ ਤੋਂ 5 ਸਾਲ 5 ਸਾਲ ਦਾ। ਹਾਲੇਲੂਇਆ, ਮੈਂ 5 ਸਾਲ ਦਾ ਸੀ ਉਦੋਂ। ਸੋਚੀਏ, ਮੈਂ ਉੱਥੇ ਕਹਿੰਦਾ ਪਿਆ ਅੰਦਰ ਨਹੀਂ ਜਾਣਾ ਮੰਦਿਰ ਤੇ। ਕਹਿੰਦੇ ਕਿਉਂ? ਮੈਂ ਕਿਹਾ ਪਾਸਟਰ ਜੀ ਨੇ ਮਨਾ ਕੀਤਾ ਹੈ, ਸਾਡਾ ਪਾਸਟਰ ਮਨਾ ਕਰਦਾ ਸੀ। ਹਾਲੇਲੂਇਆ। ਮੈਂ ਕਿਹਾ ਪਾਸਟਰ ਜੀ ਨੇ ਕਿਹਾ ਹੈ ਮੰਦਿਰ 'ਚ ਨਹੀਂ ਜਾਣਾ, ਬਾਈਬਲ 'ਚ ਲਿਖਿਆ ਹੈ ਮੰਦਿਰ 'ਚ ਨਹੀਂ ਜਾਣਾ। ਤਾਂ ਮੇਰੇ ਮੰਮੀ ਡੈਡੀ ਵੀ ਸਮਝਾ ਰਹੇ ਕਿ ਨਹੀਂ ਪੁੱਤ, ਉਹਨਾਂ ਨੇ ਸਿਰਫ ਦੇਖਣ ਜਾਣਾ, ਉਹਨਾਂ ਨੇ ਕਿਹੜਾ ਮੱਥਾ ਟੇਕਣ ਜਾਣਾ। ਮੈਂ ਕਿਹਾ ਦੇਖਣ ਵੀ ਨਹੀਂ ਜਾਣਾ, ਏਦਾਂ ਕਿੱਦਾਂ ਚਲੇ ਜਾਣਾ ਫਿਰ। ਔਰ ਤੁਸੀਂ ਜਾਣੋ, ਮੰਮੀ ਡੈਡੀ ਗਵਾਹ ਹੈ, ਇੰਨੀ ਗਰਮੀ, ਟਾਈਲਾਂ ਤਪਦੀਆਂ ਪਈਆਂ, ਸਭ ਅੰਦਰ ਗਏ ਦੇਖਣ, ਫੋਟੋਆਂ ਖਿੱਚਣ, ਮੇਰੇ ਮਨਾ ਕਰਨ ਦੇ ਬਾਵਜੂਦ ਵੀ। ਬਟ ਮੈਂ ਉੱਥੇ 5 ਸਾਲ ਦਾ ਬੱਚਾ ਮੰਦਿਰ ਦੇ ਬਾਹਰ ਖੜਾ ਹੋ ਕੇ ਰੋ ਰਿਹਾ ਸੀ। ਹਾਲੇਲੂਇਆ, ਮੈਂ ਰੋ ਰਿਹਾ ਸੀ। ਸਭ ਅੰਦਰ ਜਾ ਕੇ ਫੋਟੋ ਖਿੱਚ ਰਹੇ ਔਰ ਮੈਂ रो ਰਿਹਾ। ਹਾਲੇਲੂਇਆ। ਕਿਉਂ? ਕਿਉਂਕਿ ਮੈਂ ਕਹਿੰਦਾ ਪਾਸਟਰ ਨੇ ਮਨਾ ਕੀਤਾ ਹੈ। ਬਾਈਬਲ 'ਚ ਲਿਖਿਆ, ਪਾਸਟਰ ਕਹਿੰਦੇ ਕਿ ਯਿਸੂ ਕਹਿੰਦੇ ਹਨ ਕਿ ਅਸੀਂ ਆ ਚੀਜ਼ ਨਹੀਂ ਕਰਨੀ, ਨਹੀਂ ਕਰਨੀ। ਹਾਲੇਲੂਇਆ। ਸੋ ਉਹ ਛੋਟਾ ਬੱਚਾ ਜੋ ਯੂਸਫ ਸੀਗਾ, ਉਹ ਗੁਨਾਹ ਨਹੀਂ ਕਰਦਾ ਸੀਗਾ, ਉਹਨਾਂ ਵਾਂਗੂ ਸ਼ਰਾਰਤਾਂ ਨਹੀਂ ਕਰਦਾ ਸੀ। ਉਹ ਆਪਣੇ ਬਾਪ ਨੂੰ ਜਾ ਕੇ ਸ਼ਿਕਾਇਤਾਂ ਲਾਉਂਦਾ ਹੈ। ਪਰ ਤੁਹਾਨੂੰ ਪਤਾ, ਜਦ ਉੱਥੋਂ ਵਾਪਸ ਆਇਆ, ਸਭ ਤੋਂ ਪਹਿਲਾ ਕੰਮ ਮੈਂ ਕੀ ਕੀਤਾ? ਯੂਸਫ ਵਾਲਾ ਕੀਤਾ। ਮੈਂ ਪਾਸਟਰ ਕਰਨੈਲ ਕੋ ਗਿਆ, ਮੈਂ ਕਿਹਾ ਪਾਸਟਰ ਜੀ ਤੁਹਾਨੂੰ ਪਤਾ ਮੰਮੀ ਡੈਡੀ ਮੰਦਿਰ ਗਏ। ਪਹਿਲੀ ਗੱਲ ਆ ਕੀਤੀ, ਮੈਂ ਕਿਹਾ ਤੁਹਾਨੂੰ ਪਤਾ ਉੱਥੇ ਮੰਦਿਰ ਗਏ, ਸ਼ਿਕਾਇਤ ਲਾਈ। ਹਾਲੇਲੂਇਆ। हालेलुया ਸੋ ਉਹ ਬੱਚਾ ਸ਼ਿਕਾਇਤ ਲਾਉਂਦਾ ਸੀਗਾ। ਉਹ ਬੱਚਾ ਬਾਪ ਤੋਂ ਛੋਟੀ ਉਮਰ ਦੇ ਵਿੱਚ ਹੀ ਦੂਰ ਰਹਿੰਦਾ ਸੀ, ਔਰ ਉਹਨਾਂ ਦਾ ਬਾਪ ਵੀ ਉਹਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਬੜਾ ਪਿਆਰ ਕਰਦੇ ਹੁੰਦੇ ਪਾਸਟਰ ਕਰਨੇ। ਜਦ ਵੀ ਉਹਨਾਂ ਦੇ ਜਾਣਾ, ਪਤਾ ਮੇਰੇ ਲਈ ਇੱਕ ਸਪੈਸ਼ਲ ਚੀਜ਼ ਬਣਦੀ ਹੁੰਦੀ ਸੀ, ਚਿਲੀ ਚਿਕਨ, ਮੇਰਾ ਫੇਵਰੇਟ। ਹਾਲੇਲੂਇਆ। ਬਹੁਤ ਪਿਆਰ ਕਰਦੇ ਹਨ ਉਹਨਾਂ ਦਾ ਪੂਰਾ ਪਰਿਵਾਰ। ਕਿਉਂ? ਗੱਲ ਉਹੀ ਸੀ ਕਿ ਮੈਂ ਉਹਨਾਂ ਦੇ ਨਾਲ ਬੈਠਣਾ, 5 ਸਾਲ ਦੀ ਉਮਰ ਦੇ ਵਿੱਚ ਮੈਂ ਬੈਠ ਕੇ ਵਚਨ ਸੁਣਦਾ ਹੁੰਦਾ ਸੀ ਉਹਨਾਂ। ਹਾਲੇਲੂਇਆ। ਪਾਸਟਰ ਰੂਪਲਾਲ ਜੀ ਨੂੰ ਤੁਸੀਂ ਸਭ ਜਾਣਦੇ ਹੋਣਗੇ। ਉਹ ਸਾਡੇ ਘਰੇ ਆਉਂਦੇ ਹੁੰਦੇ ਸੀ, ਔਰ ਆ ਕੇ 2-2 3-3 ਘੰਟੇ ਨਹੀਂ ਮੈਂ ਉੱਠਣ ਦਿੰਦਾ ਹੁੰਦਾ ਸੀ। ਮੈਂ ਸਵਾਲ ਲੈ ਕੇ ਬਹਿੰਦਾ ਹੁੰਦਾ ਸੀ ਉਹਨਾਂ ਦੇ ਅੱਗੇ। ਤਾਂ ਉਹ ਮੈਨੂੰ ਕਈ ਵਾਰੀ ਨਾ 3 ਘੰਟੇ ਬਾਅਦ ਕਹਿੰਦੇ ਹੁੰਦੇ ਸੀ, ਮੈਂ ਹੋਰਾਂ ਦੇ ਘਰੇ ਵੀ ਜਾਣਾ ਲੱਕੀ, ਅਗਲੀ ਵਾਰੀ ਆਊਂਗਾ ਫੇਰ ਤੇਰੇ ਸਵਾਲਾਂ ਦੇ ਜਵਾਬ ਦਊਂਗਾ। ਮੰਮੀ ਡੈਡੀ ਗਵਾਹ ਆ, ਮੈਂ ਉੱਠਣ ਨਹੀਂ ਦਿੰਦਾ ਹੁੰਦਾ ਸੀ। ਮੈਂ ਜਦ ਕਿਸੇ ਪਾਦਰੀ ਨੇ ਆਉਣਾ, ਮੈਂ ਸਵਾਲ ਲੈ ਕੇ ਬਹਿ ਜਾਣਾ ਕਿ ਜੀ ਮੈਨੂੰ ਆਹ ਦੱਸੋ, ਆਹ ਕਿੱਦਾਂ, ਸੈਕਿੰਡ ਕਮਿੰਗ ਕੀ ਆ, ਆਹ ਸਭ ਚੀਜ਼ਾਂ ਦੇ ਸਵਾਲ ਲੈ। ਹਾਲੇਲੂਇਆ। ਸੋ ਉਹ ਯੂਸਫ ਵੀ ਇਸ ਤਰ੍ਹਾਂ ਦਾ ਸੀ। ਮੈਂ ਆਹ ਨਹੀਂ ਕਹਿੰਦਾ ਮੈਂ ਬਹੁਤ ਹੁਣ ਚੰਗਾ ਹੈਗਾ, ਧਰਮੀ ਹੈਗਾ, ਨਹੀਂ, ਬਹੁਤ ਗਲਤੀਆਂ ਮੇਰੇ ਕੋਲ ਦੀ। ਯੂਸਫ ਦੇ ਬਰਾਬਰ ਤਾਂ ਮੈਂ ਹੈਗਾ ਹੀ ਨਹੀਂ ਆ, ਪਰ ਉਹਦਾ ਫਜ਼ਲ ਹੈ ਕਿ ਉਹ ਦਇਆ ਕਰਦਾ। ਹਾਲੇਲੂਇਆ। ਪਰ ਉਸ ਵੇਲੇ 5 ਸਾਲ ਦੀ ਉਮਰ ਦੇ ਵਿੱਚ ਮੈਂ ਕੁਝ ਯੂਸਫ ਵਰਗਾ ਸੀ। ਹਾਲੇਲੂਇਆ। ਸੋ ਉਹਦੇ ਤੋਂ ਬਾਅਦ ਦੇਖੋ, ਯੂਸਫ ਦੀ ਪਹਿਲੀ ਖੂਬੀ, ਛੋਟੀ ਜੀ ਉਮਰ ਦੇ ਵਿੱਚ ਹੀ ਆਪਣੇ ਬਾਪ ਨੂੰ ਸ਼ਿਕਾਇਤਾਂ ਲਾ ਰਿਹਾ, ਆਪਣੇ ਭਰਾਵਾਂ ਦੇ ਨਾਲ ਮੇਲ ਮਿਲਾਪ ਨਹੀਂ ਕਰਦਾ। ਉਹਦੇ ਭਰਾ ਹੋ ਸਕਦਾ ਉਹਨੂੰ ਰਿਸ਼ਵਤ ਦਿੰਦੇ ਹੋਣ, ਵੱਡੇ ਅਕਸਰ ਦਿੰਦੇ ਆ, ਆ ਨਾ ਤੈਨੂੰ ਟੌਫੀ ਦਊਂਗੀ, ਮੰਮੀ ਨੂੰ ਨਾ ਦੱਸੀ। ਬਟ ਯੂਸਫ ਕਹਿੰਦਾ ਟੌਫੀ ਮਿਲੇ ਨਾ ਮਿਲੇ, ਮੈਂ ਤਾਂ ਦੱਸਣਾ ਹੀ। ਹਾਲੇਲੂਇਆ। हालेलुया ਸੋ ਯੂਸਫ ਦੀ ਪਹਿਲੀ ਖੂਬੀ, ਉਹ ਛੋਟੀ ਜੀ ਉਮਰ ਦੇ ਵਿੱਚ ਬੁਰਾਈ ਤੋਂ ਦੂਰ ਰਹਿੰਦਾ ਸੀ ਔਰ ਜਾ ਕੇ ਸ਼ਿਕਾਇਤ ਲਾ ਦਿੰਦਾ। ਦੂਸਰੀ ਚੀਜ਼, ਮੈਨੂੰ ਵੀ ਸ਼ਿਕਾਇਤਾਂ ਲਾਇਆ ਕਰੋ ਆਪਣੇ ਮੰਮੀ ਡੈਡੀ ਦੀਆਂ ਬੱਚਿਓ, ਕਿ ਮੇਰੇ ਡੈਡੀ ਅੱਜ ਪੈਗ ਪੀ ਕੇ ਆਏ, ਮੇਰੇ ਮੰਮੀ ਨੇ ਅੱਜ ਆਹ ਕੀਤਾ, ਅੱਜ ਮੰਮੀ ਡੈਡੀ ਦੇ ਆਹ ਹੋਇਆ। ਠੀਕ ਹੈ। ਔਰ ਮੰਮੀ ਡੈਡੀ ਮੈਨੂੰ ਬੱਚਿਆਂ ਦੀ ਲਾਇਆ ਕਰੋ, ਤਾਂ ਕਿ ਮੈਂ ਉਹਨਾਂ ਨੂੰ ਕਰੈਕਟ ਕਰ ਸਕਾਂ ਜਿੱਥੇ ਉਹ ਗਲਤ ਹੈਗੇ। ਹਾਲੇਲੂਇਆ। ਬਹੁਤ ਜ਼ਰੂਰੀ ਹੈ। ਅਸੀਂ ਇੱਕ ਪਰਿਵਾਰ ਦੇ ਵਿੱਚ, ਚਾਹੇ ਮੈਂ ਉਮਰ ਦੇ ਵਿੱਚ ਛੋਟਾ ਹਾਂ, ਪਰ ਜੇ ਪਰਮੇਸ਼ਰ ਨੇ ਇੱਕ ਸਿਕਸ਼ਕ ਦੀ ਤਰ੍ਹਾਂ ਰੱਖਿਆ ਹੈ, ਤਾਂ ਵੀ ਮੇਰਾ ਫਰਜ਼ ਹੈ ਕਿ ਜੇ ਮੈਨੂੰ ਬਾਈਬਲ ਦਾ ਥੋੜਾ ਬਹੁਤਾ ਪਤਾ ਹੈ, ਤਾਂ ਮੈਂ ਉਹਨਾਂ ਕੁ ਦੱਸ ਕੇ ਕਿਤੇ ਨਾ ਕਿਤੇ ਕਰੈਕਟ ਕਰ ਸਕਾਂ। ਹਾਲੇਲੂਇਆ। ਮੈਨੂੰ ਦੱਸਿਆ ਕਰੋ ਤਾਂ ਕਿ ਮੈਂ ਉੱਥੇ ਕਰੈਕਟ ਕਰ ਸਕਾਂ, ਮੈਂ ਕਹਿ ਸਕਾਂ। ਸੋ ਪਹਿਲੀ ਖੂਬੀ ਤੁਹਾਨੂੰ ਯੂਸਫ ਦੀ ਦੱਸੀ, ਜਿਹਦੇ ਕਰਕੇ ਉਹਦਾ ਬਾਪ ਵੀ ਉਹਦੇ ਨਾਲ ਪਿਆਰ ਕਰਦਾ ਸੀ ਔਰ ਪਰਮੇਸ਼ਰ ਵੀ ਉਹਨਾਂ ਪਿਆਰ ਕਰਦਾ ਸੀ। ਇਸੇ ਕਰਕੇ ਤਾਂ ਪਰਮੇਸ਼ਰ ਨੇ ਉਹਨੂੰ ਦਰਸ਼ਨ ਦਿੱਤਾ, ਪਰਮੇਸ਼ਰ ਨੇ ਉਹਨੂੰ ਸੁਪਨ ਦਿਖਾਇਆ, ਬਾਕੀ ਭਰਾਵਾਂ ਨੂੰ ਨਹੀਂ ਦਿਖਾਇਆ। ਉਸ ਉਮਰ ਦੇ ਵਿੱਚ ਪਰਮੇਸ਼ਰ ਨੇ ਉਹਨਾਂ ਨੂੰ ਸੁਪਨ ਦਿਖਾਇਆ ਕਿ ਬੇਟਾ, ਮੈਂ ਤੇਰੇ ਤੋਂ ਖੁਸ਼ ਹਾਂ, ਤੈਨੂੰ ਇੱਕ ਦਿਨ ਮੈਂ ਪ੍ਰਧਾਨ ਮੰਤਰੀ ਬਣਾਉਂਗਾ। ਹਾਲੇਲੂਇਆ। हालेलुया ਉਹਦੇ ਤੋਂ ਬਾਅਦ ਦੇਖੀਏ ਯੂਸਫ ਦੀ ਦੂਜੀ ਖੂਬੀ, ਜਦ ਉਹ ਉਮਰ ਦੇ ਵਿੱਚ ਵਧਿਆ, ਪੋਤੀਫਰ ਦੇ ਘਰ ਜਦ ਆਈਏ ਅਸੀਂ ਪੜ੍ਹ ਹੀ ਲਵਾਂਗੇ, ਖੋਲਾਂਗੇ ਉਤਪਤੀ ਦੀ ਕਿਤਾਬ
ਉਹਦਾ ਚੈਪਟਰ 39 ਵਰਸ 7 ਤੋਂ ਲੈ ਕੇ 12 ਤੱਕ, 7 ਤੋਂ ਲੈ ਕੇ 12 ਤੱਕ, 7 to 12। इन बातों के पश्चात कि उस स्वामी की यूसुफ की ओर आंख लगाई और मेरे साथ सो, पर उसने अस्वीकार करते हुए अपने स्वामी की पत्नी से कहा, सुन, जो कुछ इस घर में है मेरे हाथ में है, उसे मेरा स्वामी कुछ नहीं जानता और उसने अपना सब कुछ मेरे हाथ में सौंप दिया। इस घर में मुझसे बड़ा कोई नहीं और उसने तुझे छोड़ जो उसकी पत्नी है मुझसे कुछ नहीं रख छोड़ा, इसलिए भला मैं ऐसी बड़ी दुष्टता करके परमेश्वर का अपराधी क्यों बनूं। और ऐसा हुआ कि वह प्रतिदिन यूसुफ से बातें करती रही और उसने उसकी ना मानी, उसके पास लेटे या उसके संग रहे। एक दिन क्या हुआ कि यूसुफ अपना काम काज करने के लिए घर में गया और घर के सेवकों में से कोई भी घर के अंदर ना था। तब उस स्त्री ने उसका वस्त्र पकड़कर कहा, मेरे साथ सो, पर वह अपना वस्त्र उसके हाथ में छोड़कर भागा और बाहर निकल गया। ਹਾਂਜੀ ਰੁਕ ਜਾਈਏ ਬਸ। ਹਾਲੇਲੂਇਆ। ਸੋ ਇੱਥੇ ਲਿਖਿਆ ਹੈ ਕਿ ਜਦ ਯੂਸਫ ਪੋਤੀਫਰ ਦੇ ਘਰ ਦੇ ਵਿੱਚ ਇੰਚਾਰਜ ਬਣ ਗਿਆ ਘਰ, ਹਾਲੇਲੂਇਆ, हालेलुया ਜਦ ਉਹ ਇੰਚਾਰਜ ਬਣਿਆ ਤਾਂ ਉਹਦੀ ਪਤਨੀ ਜੋ ਸੀ ਪੋਤੀਫਰ ਦੀ, ਉਹਨੇ ਯੂਸਫ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਔਰ ਇੱਥੇ ਦੇਖੋ ਯੂਸਫ ਕੀ ਕਹਿ ਰਿਹਾ ਹੈ। ਯੂਸਫ ਕਹਿੰਦਾ ਇਸ ਘਰ ਦੇ ਵਿੱਚ ਸਭ ਤੋਂ ਵੱਡਾ ਮੈਂ ਹਾਂ, ਤੇਰੇ ਪਤੀ ਤੋਂ ਬਗੈਰ ਔਰ ਤੇਰੇ ਤੋਂ ਬਾਅਦ ਸਭ ਤੋਂ ਵੱਡਾ ਮੈਂ ਹਾਂ, ਮੈਂ ਜੋ ਚਾਹਾਂ ਕਰ ਸਕਦਾ ਹਾਂ। ਪਰ ਉਹ ਕਹਿੰਦਾ ਫਿਰ ਵੀ ਮੈਂ ਤੇਰੇ ਨਾਲ ਸੋ ਕੇ ਆਪਣੇ ਮਾਲਿਕ, ਮੇਰੇ ਮਾਲਿਕ ਨੇ ਤੈਨੂੰ ਛੱਡ ਕੇ ਬਾਕੀ ਸਭ ਮੇਰੇ ਵਸ਼ ਚ ਕੀਤਾ ਹੈ, ਮੈਂ ਤੇਰੇ ਨਾਲ ਸੋ ਕੇ ਆਪਣੇ ਪਰਮੇਸ਼ਰ ਦੇ ਖਿਲਾਫ ਪਾਪ ਕੀਤਾ ਕਰ। ਤੁਹਾਨੂੰ ਪਤਾ ਉਦੋਂ 10 ਆਗਿਆਵਾਂ ਨਹੀਂ ਸੀ ਆਈ ਹਜੇ। ਹਾਲੇਲੂਇਆ। 10 ਆਗਿਆ ਹਜੇ ਨਹੀਂ ਆਈਆਂ ਸੀ। 10 ਆਗਿਆ ਤਾਂ ਮੂਸਾ ਨੇ ਜਾ ਕੇ ਦਿੱਤੀਆਂ, ਜਿੱਥੇ ਲਿਖਿਆ ਹੈ ਕਿ ਕਿਸੇ ਵੀ ਚੀਜ਼ ਦਾ ਲਾਲਚ ਨਾ ਕਰੀ, ਆਪਣੇ ਗਵਾਂਢੀ ਦੀ ਕਿਸੇ ਚੀਜ਼ ਦਾ ਲਾਲਚ ਨਾ ਕਰੀ, ਵਿਚਾਰ ਨਾ ਕਰੀ। ਆ ਆਗਿਆ ਸੀਗੀਆਂ ਹੀ ਨਹੀਂ। ਫਿਰ ਵੀ ਯੂਸਫ ਕਹਿ ਰਿਹਾ ਹੈ ਕਿ ਮੈਂ ਆਪਣੇ ਪਰਮੇਸ਼ਰ ਦੇ ਖਿਲਾਫ ਆ ਕੰਮ ਕਰਕੇ ਪਾਪ ਨਹੀਂ ਕਰਨਾ। ਅੱਜ ਸਾਡੇ ਕੋਲ 10 ਆਗਿਆਵਾਂ ਹਨ, ਉਹਦੇ ਤੋਂ ਇਲਾਵਾ ਅੱਜ 66 ਕਿਤਾਬਾਂ ਆ ਜਿਹਦੇ ਵਿੱਚ ਪਰਮੇਸ਼ਰ ਨੇ ਕਿੰਨੀ ਸਾਰੇ ਆਗਿਆ ਦਿੱਤੀਆਂ ਆ। ਅਸੀਂ ਫਿਰ ਵੀ ਇਹਨਾਂ ਉੱਤੇ ਚੱਲਦੇ ਨਹੀਂ। ਹਾਲੇਲੂਇਆ। ਔਰ ਯੂਸਫ ਦੇ ਕੋਲ ਕੋਈ ਆਗਿਆ ਨਹੀਂ ਸੀ। ਉਸ ਵੇਲੇ ਯੂਸਫ ਨੂੰ ਨਹੀਂ ਸੀ ਪਤਾ ਕਿ ਇਹਦੀ ਸਜ਼ਾ ਹੈ, ਕਿ ਪਰਮੇਸ਼ਰ ਨਾਰਾਜ਼ ਹੋਵੇਗਾ ਜਾਂ ਕੁਝ। ਫਿਰ ਵੀ ਯੂਸਫ ਕਹਿੰਦਾ ਹੈ ਮੈਂ ਉਹਦੇ ਖਿਲਾਫ ਅਪਰਾਧ ਨਹੀਂ ਕਰਾਂ। ਹਾਲੇਲੂਇਆ। ਐਵੇਂ ਨਹੀਂ ਉਹ ਸੁਪਰਵਾਈਜ਼ਰ ਬਣਦਾ ਰਿਹਾ, ਐਵੇਂ ਨਹੀਂ ਉਹ ਇੰਚਾਰਜ ਬਣਦਾ ਰਿਹਾ। ਹਾਲੇਲੂਇਆ। ਜਦ ਉਹ ਆਪਣੇ ਬਾਪ ਦੇ ਨਾਲ ਵਫਾਦਾਰ ਸੀ, ਆਪਣੇ ਬਾਪ ਨੂੰ ਕੋਈ ਲਾਮਾ ਨਹੀਂ ਆਣ ਦਿੰਦਾ ਸੀ, ਪਰਮੇਸ਼ਰ ਦੇ ਨਾਲ ਵਫਾਦਾਰ, ਛੋਟੀ ਉਮਰ ਸੀ, ਪਰਮੇਸ਼ਰ ਨੇ ਉਹਨੂੰ ਕਿਹਾ ਤੈਨੂੰ ਪ੍ਰਧਾਨ ਮੰਤਰੀ ਬਣਾਵਾਂਗਾ। ਹਾਲੇਲੂਇਆ। ਫਿਰ ਉਹਦੇ ਤੋਂ ਬਾਅਦ ਜਦ ਉਹਨੂੰ ਟੋਏ ਦੇ ਵਿੱਚ ਸਿੱਟਿਆ ਗਿਆ, ਉਹ ਪਰਮੇਸ਼ਰ ਦੇ ਖਿਲਾਫ ਬੁੜਬੁੜਾਇਆ ਨਹੀਂ। ਹਾਲੇਲੂਇਆ। ਉਹਨੇ ਕੁਝ ਨਹੀਂ ਕਿਹਾ, ਉਹ ਤਾਂ ਰੋ ਰਿਹਾ ਸੀ, ਉਹ ਮਦਦ ਮੰਗ ਰਿਹਾ ਸੀ, ਮੈਨੂੰ ਬਾਹਰ ਕੱਢੋ, ਮੈਂ ਕਿਸੇ ਦਾ ਕੀ ਵਿਗਾੜਿਆ ਹੈ। ਜਦ ਪਰਮੇਸ਼ਰ ਨੇ ਉੱਥੇ ਉਹਦੇ ਵੱਲ ਦੇਖਿਆ, ਉਹ ਟੋਏ ਚੋਂ ਨਿਕਲਿਆ। ਉਹਦੇ ਤੋਂ ਬਾਅਦ ਜਦ ਉਹ ਪੋਤੀਫਰ ਦੇ ਘਰ ਦੇ ਵਿੱਚ ਨੌਕਰ ਦਾ ਕੰਮ ਕਰ ਰਿਹਾ ਸੀ, ਵਫਾਦਾਰੀ ਦੇ ਨਾਲ ਕੰਮ ਕਰ ਰਿਹਾ ਸੀ, ਪਰਮੇਸ਼ਰ ਨੇ ਉਹਦੇ ਵੱਲ ਨਿਗਾਹ ਕੀਤੀ ਕਿ ਆ ਬੱਚਾ ਇੱਥੇ ਵਫਾਦਾਰੀ ਨਾਲ ਕੰਮ ਕਰ ਰਿਹਾ ਹੈ। ਅੱਜ ਜਦ ਅਸੀਂ ਆਪਣੇ ਜਿੱਥੇ ਅਸੀਂ ਕੰਮ ਕਰਦੇ ਹਾਂ ਉੱਥੇ ਬਹੁਤ ਅਸੀਂ ਟੋਚਨ ਲਾਉਂਦੇ ਹਾਂ, ਬੜਾ ਕੁਝ ਕਰਦੇ ਹਨ, ਬੜੇ ਵਿੱਚੋਂ ਪੈਸੇ ਕਈ ਕਮਾਉਂਦੇ ਹਨ, ਰਿਸ਼ਵਤ ਲੈ ਕੇ ਕੰਮ ਵਿਗਾੜਦੇ ਹਨ, ਤਾਂ ਇਸੇ ਕਰਕੇ ਤਾਂ ਅਸੀਂ ਰਹਿ ਜਾਂਦੇ ਹਨ ਉੱਥੇ ਦੇ ਉੱਥੇ। ਪਰ ਜਦ ਪਰਮੇਸ਼ਰ ਨੇ ਦੇਖਿਆ ਕਿ ਇਹ ਬੱਚਾ ਇੱਥੇ ਵਫਾਦਾਰੀ ਨੇ ਹੈ, ਉੱਥੇ ਇੰਚਾਰਜ ਬਣਾ ਦਿੱਤਾ ਗਿਆ। ਹਾਲੇਲੂਇਆ। ਜਦ ਇੰਚਾਰਜ ਬਣਾਇਆ, ਫਿਰ ਉਹਦੇ ਤੋਂ ਬਾਅਦ ਉਹਦੀ ਪਤਨੀ ਆ ਗਈ ਸਾਹਮਣੇ। ਪਤਨੀ ਆ ਕੇ ਕਹਿੰਦੀ ਮੇਰੇ ਨਾਲ ਸੋ। ਯੂਸਫ ਕਹਿੰਦਾ ਨਹੀਂ ਕਰਨਾ, ਮੈਂ ਕਰ ਸਕਦਾ ਹਾਂ ਪਰ ਕਰਾਂਗਾ ਨਹੀਂ, ਕਿਉਂਕਿ ਮੈਂ ਆਪਣੇ ਪਰਮੇਸ਼ਰ ਦੇ ਖਿਲਾਫ ਪਾਪ ਨਹੀਂ ਕਰਨਾ ਚਾਹੁੰਦਾ, ਮੈਂ ਆਪਣੇ ਪਰਮੇਸ਼ਰ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ, ਉਹਦੇ ਨਾਮ ਨੂੰ ਬਦਨਾਮੀ ਨਾ ਕਿਤੇ ਮਿਲੇ, ਕਿ ਲੋਕੀ ਆ ਨਾ ਕਹਿਣ ਕਿ ਇਜ਼ਰਾਈਲ ਦੇ ਵਿੱਚੋਂ ਉਸ ਜਗ੍ਹਾ ਦੇ ਤੋਂ ਇਸ ਬੱਚੇ ਨੂੰ ਲੈ ਕੇ ਆਏ ਜਿਹੜਾ ਪਰਮੇਸ਼ਰ ਦਾ ਦੇਸ਼ ਹੈ, ਔਰ ਦੇਖੋ ਬੱਚਾ ਕਿੱਦਾਂ ਦਾ ਨਿਕਲਿਆ ਹੈ। ਕਹਿੰਦਾ ਨਹੀਂ ਕਰੂੰਗਾ। ਪਰਮੇਸ਼ਰ ਨੇ ਉਹਦੇ ਤੇ ਨਿਗਾਹ ਲਗਾਈ। ਬਾਈਬਲ ਚ ਅੱਗੇ ਲਿਖਿਆ ਹੋਇਆ ਹੈ, ਕਹਿੰਦਾ ਉਹ ਉਹਦੇ ਨਾਲ ਮੰਨਦਾ ਹੀ ਨਹੀਂ ਸੀ। ਉਹਨੇ ਬੜੀ ਕੋਸ਼ਿਸ਼ ਕੀਤੀ, ਗੱਲਾਂ ਕੀਤੀਆਂ, ਉਹਦੇ ਲਾਗੇ ਆ ਕੇ ਲੇਟ ਵੀ ਜਾਂਦੀ ਹੁੰਦੀ ਸੀ। ਮੇਰੇ ਖਿਆਲ ਤੋਂ ਹੋਰ ਕੋਈ ਵਿਸ਼ਵਾਸੀ ਹੁੰਦਾ ਸ਼ਾਇਦ ਡਿੱਗ ਪੈਂਦਾ, ਅਸੀਂ ਹੀ ਹੁੰਦੇ ਪਤਾ ਨਹੀਂ ਸ਼ਾਇਦ ਡਿੱਗ ਪੈਂਦੇ। ਪਰ ਯੂਸਫ ਦੇਖੀਏ, ਉਸ ਉਮਰ ਦੇ ਵਿੱਚ ਉਸ ਬੱਚੇ ਦਾ ਦੇਖੋ, ਉਹਦੀ ਕਮਿਟਮੈਂਟ ਦੇਖੋ ਕਿ ਮੈਂ ਆਪਣੇ ਪਰਮੇਸ਼ਰ ਦੇ ਖਿਲਾਫ ਪਾਪ ਨਹੀਂ ਕਰਨਾ। ਤੁਹਾਡੀ ਕਮਿਟਮੈਂਟ ਏਦਾਂ ਦੀ ਹੋਣੀ ਚਾਹੀਦੀ ਹੈ ਪਰਮੇਸ਼ਰ ਦੇ।
ਉਹਦੀ ਏਦਾਂ ਦੀ ਕਮਿਟਮੈਂਟ ਸੀ। ਫਿਰ ਉੱਥੇ ਲਿਖਿਆ ਹੈ ਕਿ ਉਹ ਉੱਥੋਂ ਭੱਜਿਆ, ਆਪਣੇ ਕੱਪੜੇ ਵੀ ਛੱਡ ਕੇ ਭੱਜ ਗਿਆ ਜਦ ਉਹਦੇ ਕੱਪੜੇ ਫੜੇ ਉਹਨੇ, ਔਰ ਉੱਥੋਂ ਨੱਠ ਗਿਆ। ਹਾਲੇਲੂਇਆ। ਜਦ ਪਰਮੇਸ਼ਰ ਨੇ ਉਹਦੇ ਤੇ ਦੇਖਿਆ ਕਿ ਆ ਬੱਚਾ ਇੰਨਾ ਪਿਆਰ ਕਰਦਾ ਹੈ ਕਿ ਇਸ ਚੀਜ਼ ਦੇ ਵੀ ਉੱਤੋਂ ਨਿਕਲ ਗਿਆ, ਤਾਂ ਬਾਈਬਲ ਚ ਲਿਖਿਆ ਹੈ ਕਿ ਉਸ ਔਰਤ ਨੇ ਤਾਂ ਉਹਨੂੰ ਜੇਲ੍ਹ ਚ ਪਾਇਆ, ਪਰ ਪਰਮੇਸ਼ਰ ਨੇ ਉਹਨੂੰ ਜੇਲ੍ਹ ਦੇ ਵਿੱਚ ਵੀ ਇੰਚਾਰਜ ਬਣਾ ਦਿੱਤਾ। ਹਾਲੇਲੂਇਆ। ਕਿਤੇ ਥੋੜੇ ਨੌਕਰਾਂ ਦਾ ਇੰਚਾਰਜ, ਹੁਣ ਪੂਰੀ ਜੇਲ੍ਹ ਦਾ ਇੰਚਾਰਜ ਬਣ ਗਿਆ। ਹਾਲੇਲੂਇਆ। ਜਦੋਂ ਉੱਥੇ ਸੀ, ਉੱਥੇ ਵੀ ਉਹ ਪਰਮੇਸ਼ਰ ਦਾ ਡਰ ਮੰਨਦਾ। ਉੱਥੇ ਵੀ ਜਦ ਉਹ ਸੁਪਨਾ ਦੱਸਿਆ ਤਾਂ ਉਹਨੇ ਪਰਮੇਸ਼ਰ ਕੋਲ ਪੁੱਛਿਆ, ਪਰਮੇਸ਼ਰ ਨੇ ਉਹਨਾਂ ਦਾ ਅਰਥ ਦੱਸਿਆ। ਉੱਥੇ ਵੀ ਉਹ ਵਿਅਕਤੀ ਨੇ ਪਰਮੇਸ਼ਰ ਨੂੰ ਨਹੀਂ ਛੱਡਿਆ, ਪਰਮੇਸ਼ਰ ਨੇ ਉਹਨੂੰ ਇੰਚਾਰਜ ਬਣਾਇਆ। ਸੋ ਦੂਜੀ ਖੂਬੀ ਜੋ ਯੂਸਫ ਦੇ ਵਿੱਚ ਸੀ, ਦੇਖੀਏ, ਉਹ ਵਿਭਾਚਾਰ ਨਹੀਂ ਕਰਦਾ ਸੀ, ਉਹ ਪਰਮੇਸ਼ਰ ਦਾ ਡਰ ਮੰਨਦਾ ਸੀ। ਕੀ ਕਰਦਾ ਸੀ? ਪਰਮੇਸ਼ਰ ਦਾ ਡਰ ਮੰਨਦਾ ਸੀ। ਪਹਿਲੀ ਚੀਜ਼, ਉਹ ਪਾਪ ਤੋਂ ਦੂਰ ਰਹਿੰਦਾ ਸੀ, ਬਚਪਨ ਤੋਂ ਦੂਰ ਰਿਹਾ। ਠੀਕ ਆ। ਜੇ ਕੋਈ ਗਲਤੀ ਕਰਦਾ ਸੀਗਾ ਤਾਂ ਉਹ ਗਲਤੀ ਨੂੰ ਛੁਪਾ ਕੇ ਜਾਂ ਕੁਝ ਉਹ ਨਹੀਂ ਕਰਦਾ, ਕਿਉਂਕਿ ਉਹ ਕੀ ਚਾਹੁੰਦਾ ਸੀਗਾ, ਉਹ ਵੀ ਕਰੈਕਟ ਹੋਣ। ਹਾਲੇਲੂਇਆ। ਸੋ ਪਹਿਲੀ ਚੀਜ਼, ਉਹ ਬੱਚਾ ਪਾਪ ਤੋਂ ਦੂਰ ਰਿਹਾ। ਦੂਸਰੀ ਚੀਜ਼ ਉੱਥੇ ਲਿਖਿਆ ਹੈ ਕਿ ਉਹ ਪਰਮੇਸ਼ਰ ਦਾ ਡਰ ਮੰਨਦਾ। ਉਹਨੇ ਕੀ ਕਿਹਾ? ਮੈਂ ਪਰਮੇਸ਼ਰ ਦੇ ਖਿਲਾਫ ਪਾਪ ਨਹੀਂ ਕਰਾਂਗਾ। ਉਹ ਪਰਮੇਸ਼ਰ ਨਾਲ ਪ੍ਰੇਮ ਕਰਦਾ ਸੀ। ਬਾਈਬਲ 'ਚ ਅਸੀਂ ਕੀ ਪੜ੍ਹਿਆ? ਜੋ ਪਰਮੇਸ਼ਰ ਨਾਲ ਪ੍ਰੇਮ ਕਰਦੇ ਹਨ, ਉਹਨਾਂ ਦੇ ਲਈ ਸਭ ਚੀਜ਼ਾਂ ਮਿਲ ਕੇ ਕੀ ਕਰਦੀਆਂ? ਭਲਾਈ ਉਤਪੰਨ ਕਰਦੀਆਂ। ਯੂਸਫ ਦੇ ਵਿੱਚ ਦੂਜੀ ਖੂਬੀ ਕੀ ਸੀਗੀ? ਕਿ ਉਹ ਪਰਮੇਸ਼ਰ ਦੇ ਨਾਲ ਪ੍ਰੇਮ ਕਰਦਾ ਸੀ, ਉਹਦਾ ਡਰ ਮੰਨਦਾ ਸੀ। ਹਾਲੇਲੂਇਆ। ਹੁਣ ਤੀਜੀ ਖੂਬੀ ਯੂਸਫ ਦੇ ਵਿੱਚ ਕੀ ਸੀਗੀ, ਉਹ ਦੇਖਾਂਗੇ। ਉਹਦੇ ਤੋਂ ਬਾਅਦ ਮੇਰਾ ਟੌਪਿਕ ਖਤਮ। ਬਹੁਤ ਹੋਰ ਖੂਬੀਆਂ ਸੀ, ਪਰ ਜੋ ਮੈਨੂੰ ਮੇਨ ਬਹੁਤ ਚੰਗੀਆਂ ਲੱਗੀਆਂ ਉਹ ਮੈਂ ਤੁਹਾਡੇ ਅੱਗੇ ਲੈ ਕੇ ਆਇਆ। ਹਾਲੇਲੂਇਆ। ਖੋਲਾਂਗੇ ਅਸੀਂ ਉਤਪਤੀ ਦੀ ਕਿਤਾਬ, ਉਹਦਾ 45 ਅਧਿਆਏ, ਉਹਦੀ 1 ਤੋਂ ਲੈ ਕੇ 8 तक। तब यूसुफ उन सब के सामने जो उसके आसपास खड़े थे अपने को और रोक ना सका और पुकार के कहा, मेरे आसपास से सब लोग के समय यूसुफ के संग और कोई ना रहा। तब वह चिल्लाकर रोने लगा और मिस्रियों ने सुना और फिरौन के घर के लोगों को भी इसका समाचार मिला। तब यूसुफ अपने भाइयों से कहने लगा, मैं यूसुफ हूँ, क्या मेरा पिता अब तक जीवित है? इसका उत्तर उसके भाई ना दे सके, क्योंकि वे उसके सामने घबरा गए थे। फिर यूसुफ ने अपने भाइयों से कहा, वे निकट गए। फिर उसने कहा, मैं उनके हाथ बेच डाला। तब अब तुम लोग मत पछताओ, तुमने जो मुझे यहाँ बेच डाला, इससे उदास मत हो, क्योंकि परमेश्वर ने तुम्हारे प्राणों को बचाने के लिए तुम्हारे आगे भेज दिया। क्योंकि अब 2 वर्ष से इस देश में अकाल है और अब 5 वर्ष और ऐसे भी होंगे, उनमें ना तो हल चलेगा और ना अन्न काटा जाएगा। इसलिए परमेश्वर ने मुझे तुम्हारे आगे इसलिए भेजा कि तुम पृथ्वी पर जीवित रहो और तुम्हारे प्राणों को बचने से तुम्हारा वंश बढ़े। इस रीति अब मुझको यहाँ पर भेजने वाले तुम नहीं, परमेश्वर ही ठहरा, और उसी ने मुझे फिरौन का पिता सा और उसके सारे घर का स्वामी और सारे मिस्र का प्रभु ठहरा दिया है। रुक जाइए। हालेलुया। हालेलुया। चार खूबियां ਦੇ ਬਾਰੇ ਮੈਂ ਦੱਸ ਰਿਹਾ ਹਾਂ। ਪਹਿਲੀ ਖੂਬੀ ਤੁਹਾਨੂੰ ਦੱਸਿਆ ਕਿ ਉਹ ਪਾਪ ਨਹੀਂ ਸੀ ਕਰਦਾ। ਹਾਲੇਲੂਇਆ। ਦੂਜੀ ਖੂਬੀ, ਪਰਮੇਸ਼ਰ ਦਾ ਡਰ ਮੰਨਦਾ ਸੀ। ਤੀਸਰੀ ਖੂਬੀ ਦੇਖੀਏ, ਜਿਹੜੇ ਭਰਾਵਾਂ ਨੇ ਉਹਨੂੰ ਕੁੱਟਿਆ, ਜਿਹੜੇ ਭਰਾਵਾਂ ਨੇ ਉਹਨੂੰ ਉੱਥੇ ਟੋਏ ਦੇ ਵਿੱਚ ਸਿੱਟਿਆ, ਜਿਨ੍ਹਾਂ ਨੇ ਨੰਗਾ ਕਰਕੇ ਉਹਨੂੰ ਟੋਏ 'ਚ ਸਿੱਟਿਆ, ਉਹਦੇ ਤੋਂ ਬਾਅਦ ਤਰਸ ਨਹੀਂ ਖਾਦਾ, ਉਹਨੂੰ ਵੇਚ ਦਿੱਤਾ। ਉਹਦੀ ਸਾਰੀ ਜੋ ਜ਼ਿੰਦਗੀ ਉਹਨੇ ਆਪਣੇ ਬਾਪ ਦੇ ਨਾਲ ਬਿਤਾਉਣੀ ਸੀ, ਕਿੰਨੇ ਸਾਲ ਉਹਨੂੰ ਆਪਣੇ ਬਾਪ ਤੋਂ ਦੂਰ ਰੱਖਿਆ, ਉਹਨੂੰ ਕਿੰਨਾ ਜ਼ਿਆਦਾ ਸਮੱਸਿਆ ਚੋਂ ਨਿਕਲਣਾ ਪਿਆ। ਇੰਨੇ ਜ਼ਿਆਦਾ ਹਾਲਾਤਾਂ ਦੇ ਵਿੱਚ ਮੈਂ ਸੋਚ ਰਿਹਾ ਸੀ, ਅਸੀਂ ਹੁੰਦੇ, ਅਸੀਂ ਤਾਂ ਉਹਨਾਂ ਨੂੰ ਦੇਖ ਕੇ ਕਹਿਣਾ, ਚੱਕ ਕੇ ਪਾਓ ਪਹਿਲਾਂ ਤਾਂ ਅੰਦਰ, ਇਹ ਲਾਓ ਬੈਂਤਾ ਪਹਿਲਾਂ ਇਹਨਾਂ ਦੇ, ਇਹਨਾਂ ਨੂੰ ਅਕਲ ਆਵੇ। ਮੈਂ ਯੂਸਫ ਪਹਿਲਾਂ ਕਹਿਣਾ ਸੀ, ਤੁਹਾਨੂੰ ਪਤਾ ਮੈਂ ਕੌਣ ਆ? ਮੈਂ ਉਹੀ ਯੂਸਫ ਆ ਜਿਹਨੂੰ ਤੁਸੀਂ ਵੜਵਾਇਆ। ਇਹਨਾਂ ਨੂੰ ਪਾਓ ਮੂਧੇ, ਇਹਨਾਂ ਦੇ ਲਾਓ ਛੈਂਟੇ ਇਹਨਾਂ ਦੇ। ਅਸੀਂ ਏਦਾਂ ਕਰਨਾ ਸੀ। ਹਾਲੇਲੂਇਆ। ਬਟ ਯੂਸਫ ਉੱਥੇ ਉਹਨਾਂ ਨੂੰ, ਯੂਸਫ ਨੇ ਮਾਫ ਕਰ ਦਿੱਤਾ। ਹਾਲੇਲੂਇਆ। ਤੀਸਰੀ ਖੂਬੀ ਯੂਸਫ ਦੇ ਵਿੱਚ ਸੀਗਾ ਕਿ ਉਹ ਮਾਫੀ ਕਰਨ ਵਾਲਾ ਉਹਦੇ ਅੰਦਰ ਦਿਲ ਸੀ। ਉਹ ਹਲੀਮ ਸੀ, ਉਹ ਮਾਫ ਕਰਦਾ ਸੀ।
ਇੰਨੀ ਜ਼ਿਆਦਾ ਤੰਗੀ, ਇੰਨੀ ਜ਼ਿਆਦਾ ਕੁਝ ਸਹਿਣ ਤੋਂ ਬਾਅਦ ਆਪਣੇ ਬਾਪ ਤੋਂ ਇੰਨੀ ਦੇਰ ਦੂਰ ਉਹਨੂੰ ਰਹਿਣਾ ਪਿਆ। ਉਹ ਬਾਪ ਜਿਹਦਾ ਲਾਡਲਾ ਸੀ, ਉਹਦੇ ਤੋਂ ਇੰਨਾ ਹੀ ਦੇਰ ਦੂਰ ਰਹਿਣਾ ਪਿਆ। ਉਹਨੇ ਫਿਰ ਵੀ ਆਪਣੇ ਭਰਾਵਾਂ ਨੂੰ ਕੀ ਕੀਤਾ? ਮਾਫ। ਤੀਸਰੀ ਖੂਬੀ ਉਹਦੇ ਵਿੱਚ ਆ ਸੀਗੀ ਕਿ ਉਹਦੇ ਅੰਦਰ ਮਾਫੀ ਦਾ ਦਿਲ ਸੀ। ਔਰ ਚੌਥੀ ਖੂਬੀ ਉਹਦੇ ਵਿੱਚ ਕੀ ਸੀਗੀ? ਬਹੁਤ ਪਿਆਰੀ ਮੈਨੂੰ ਲੱਗੀ। ਆਪਣੇ ਭਰਾਵਾਂ ਨੂੰ ਕੀ ਕਹਿ ਰਿਹਾ? ਕਹਿੰਦਾ ਤੁਸੀਂ ਇਸ ਗੱਲ ਤੇ ਉਦਾਸ ਨਾ ਹੋਵੋ ਕਿ ਤੁਸੀਂ ਮੈਨੂੰ ਇੱਥੇ ਭੇਜਿਆ, ਆਹ ਕੀਤਾ, ਉਹ ਕੀਤਾ। ਕਹਿੰਦਾ ਨਹੀਂ, ਕਹਿੰਦਾ ਪਰਮੇਸ਼ਰ ਨੇ ਤੁਹਾਡੇ ਲਈ ਯੋਜਨਾ ਠਹਿਰਾਈ। ਪਰਮੇਸ਼ਰ ਨੇ ਭਲਾਈ ਕੀਤੀ ਮੇਰੇ ਨਾਲ। ਪਰਮੇਸ਼ਰ ਨੇ ਮੈਨੂੰ ਆ ਸਭ ਕੁਝ ਚੋਂ ਕੱਢਿਆ ਤਾਂ ਕਿ ਮੈਂ ਤੁਹਾਡੇ ਲਈ ਇੰਤਜ਼ਾਮ ਕਰ ਸਕਾਂ। ਪਰਮੇਸ਼ਰ ਨੇ ਮੈਨੂੰ ਫਿਰੌਨ ਮਤਲਬ ਰਾਜੇ ਦਾ ਬਾਪ ਦੀ ਤਰ੍ਹਾਂ ਠਹਿਰਾਇਆ ਹੈ। ਕਹਿੰਦਾ ਪਰਮੇਸ਼ਰ ਨੇ ਭਲਾਈ ਕੀਤੀ। ਇੰਨੇ ਰਗੜੇ ਖਾਣ ਤੇ ਵੀ ਉਹਨੇ ਪਰਮੇਸ਼ਰ ਨੂੰ ਕੋਸਿਆ ਨਹੀਂ। ਉਹਨੇ ਉਹਦੇ ਵਿੱਚ ਵੀ ਕਿਹਾ, ਉਹਨੇ ਮੇਰੇ ਨਾਲ ਭਲਾਈ ਹੀ। ਹਾਲੇਲੂਇਆ। ਉਹਨੇ ਭਲਾਈ ਕੀਤਾ ਸੀ, ਉਹਨੇ ਮਾੜਾ ਤਾਂ ਕੀਤਾ ਹੀ ਨਹੀਂ ਕਦੀ। ਯੂਸਫ ਦੀ ਚੌਥੀ ਖੂਬੀ ਆ ਸੀ, ਉਹ ਕਦੀ ਪਰਮੇਸ਼ਰ ਨੂੰ ਕੋਸਦਾ ਨਹੀਂ ਸੀ, ਪਰਮੇਸ਼ਰ ਨੂੰ ਮਾੜਾ ਨਹੀਂ ਕਹਿੰਦਾ ਸੀ। ਉਹਨੂੰ ਜਿੰਨਾ ਮਰਜ਼ੀ ਕੁੱਟ ਪਈ, ਉਹਨੂੰ ਨੰਗਾ ਕੀਤਾ ਗਿਆ, ਟੋਏ 'ਚ ਸਿੱਟਿਆ ਗਿਆ, ਉਹ ਜੇਲ੍ਹ ਵਿੱਚ ਗਿਆ, ਉਹਨੇ ਮਾੜਾ ਨਹੀਂ ਕੀਤਾ। ਉਹ ਉਹਦੀ ਭਲਾਈ ਹੀ ਕਰਦਾ ਰਿਹਾ, ਕਿਉਂਕਿ ਜੋ ਪਰਮੇਸ਼ਰ ਕਰਦਾ ਹੈ ਉਹ ਚੰਗੇ ਲਈ ਕਰਦਾ। ਹਾਲੇਲੂਇਆ। ਮੈਨੂੰ ਇੱਕ हालेलुया ਕਹਾਣੀ ਯਾਦ ਆ ਰਹੀ ਹੈ, ਨਿੱਕੇ ਹੁੰਦੇ ਸੁਣੀ। ਕਹਿੰਦੇ ਇੱਕ ਰਾਜਾ ਸੀ, ਉਹਦੇ ਮੰਤਰੀ ਜਿਹੜਾ ਸੀ ਨਾ, ਉਹਦਾ ਨਾ ਇੱਕ ਤਕੀਆ ਕਲਾਮ ਸੀ। ਮੰਤਰੀ ਦਾ ਤਕੀਆ ਕਲਾਮ ਹੁੰਦਾ, ਉਹਦੇ ਫੇਵਰੇਟ ਵਰਡਸ ਜਿਹੜੇ ਹੁੰਦੇ ਹਨਾ, ਉਹ ਸੀਗਾ ਕਿ ਉਹ ਕੀ ਕਹਿੰਦਾ ਹੁੰਦਾ ਹੈ, ਜੋ ਪਰਮੇਸ਼ਰ ਕਰਦਾ ਚੰਗੇ ਲਈ ਕਰ, ਜੋ ਪਰਮੇਸ਼ਰ ਕਰਦਾ ਚੰਗੇ ਲਈ ਕਰ। ਉਹ ਹਮੇਸ਼ਾ ਆਹੀ ਸ਼ਬਦ ਕਹਿੰਦਾ ਰਹਿੰਦਾ ਹੁੰਦਾ ਸੀ। ਤਾਂ ਇੱਕ ਦਿਨ ਕੀ ਹੋਇਆ ਕਿ ਨਾ ਰਾਜਾ ਯੁੱਧ ਤੇ ਗਿਆ, ਤਾਂ ਉੱਥੋਂ ਨਾ ਰਾਜੇ ਦੀ ਸੈਨਾ ਨਾ ਹਾਰ ਗਈ। ਤਾਂ ਜਦ ਹਾਰ ਕੇ ਰਾਜਾ ਆਇਆ, ਬੜਾ ਪਰੇਸ਼ਾਨ ਬੈਠਾ। ਮੰਤਰੀ ਕਹਿੰਦਾ ਕੀ ਹੋਇਆ? ਉਹ ਕਹਿੰਦਾ ਯਾਰ ਹਾਰ ਗਏ ਅਸੀਂ। ਤਾਂ ਮੰਤਰੀ ਕਹਿੰਦਾ ਜੋ ਪਰਮੇਸ਼ਰ ਨੇ ਕੀਤਾ ਚੰਗੇ ਲਈ ਕੀਤਾ, ਚੰਗਾ ਹੀ ਹੋਇਆ। ਕਹਿੰਦਾ ਜੋ ਹੋਇਆ ਚੰਗਾ ਹੋਇਆ, ਰੱਬ ਚੰਗਾ ਹੀ ਕਰ। ਰਾਜੇ ਨੂੰ ਬੜਾ ਗੁੱਸਾ ਚੜਿਆ। ਕਹਿੰਦਾ ਦੱਸ ਕਮਲਾ ਆ, ਕਿੱਦਾਂ ਦੀ ਗੱਲ ਕਰਦਾ ਪਿਆ? ਜੋ ਰੱਬ ਕਰਦਾ ਚੰਗੇ ਲਈ ਕਰਦਾ। ਉਹਦੇ ਤੋਂ ਬਾਅਦ ਥੋੜੇ ਦਿਨ ਰਾਜੇ ਨੂੰ ਗੁੱਸਾ ਤਾਂ ਬੜਾ ਚੜਿਆ, ਰਾਜੇ ਨੇ ਕੁਛ ਨਹੀਂ ਕਿਹਾ। ਥੋੜੇ ਦਿਨ ਬਾਅਦ ਕੀ ਹੋਇਆ ਕਿ ਇੱਕ ਦਿਨ ਰਾਜਾ ਜਾਂਦਾ ਪਿਆ ਸੀ, ਤਾਂ ਆਪਣੀ ਨਾ ਤਲਵਾਰਬਾਜ਼ੀ ਕਰਦਾ ਪਿਆ ਸੀਗਾ। ਤਾਂ ਕਰਦੇ ਕਰਦੇ ਉਹਦਾ ਕੀ ਹੋਇਆ, ਉਹਦਾ ਨਾ ਅੰਗੂਠਾ ਕੱਟਿਆ ਗਿਆ ਰਾਜੇ ਦਾ। ਉਹ ਰੋਵੇ, ਬੁਰਾ ਹਾਲ, ਰਾਜੇ ਦਾ ਖੂਨੋ ਖੂਨ ਹੋਇਆ। ਮੰਤਰੀ ਆਇਆ, ਸਾਰੇ ਆਏ ਹਨਾ, ਤੇ ਡਾਕਟਰ ਵੀ ਆਏ, ਜਿਹੜੇ ਉਦੋਂ ਵੈਦ ਹੁੰਦੇ ਸੀ, ਉਹਨਾਂ ਨੇ ਦਵਾਈ ਦੂਈ ਲਈ। ਮੰਤਰੀ ਦੇਖ ਕੇ ਕਹਿੰਦਾ ਰਾਜਾ ਘਬਰਾਓ ਨਾ, ਜੋ ਹੋਇਆ ਚੰਗਾ ਹੋਇਆ। ਉਹ ਬੜਾ ਵੀ ਉਹਨੂੰ ਵੱਟ ਚੜਿਆ ਰਾਜੇ ਨੂੰ। ਕਹਿੰਦਾ ਆਹ ਤਾਂ ਕਹਿੰਦਾ ਹੁਣ ਹੱਦੋਂ ਵੱਧ ਹੋ ਗਈ। ਉਹ ਕਹਿੰਦਾ ਮੰਤਰੀ ਨੂੰ ਕਹਿੰਦਾ ਚੱਕ ਕੇ ਕਹਿੰਦਾ ਇਹਨੂੰ ਜੇਲ੍ਹ ਚ ਪਾਓ। ਕਹਿੰਦਾ ਉਹਨਾਂ ਨੇ ਮੰਤਰੀ ਨੂੰ ਚੱਕ ਕੇ ਜੇਲ੍ਹ ਚ ਪਾਉਣ ਲੱਗੇ। ਤਾਂ ਰਾਜਾ ਕਹਿੰਦਾ ਹੁਣ ਕਹਿੰਦਾ ਦੱਸ, ਕਹਿੰਦਾ ਤੈਨੂੰ ਜੇਲ੍ਹ ਚ ਪਾਉਣ ਲੱਗੇ, ਹੁਣ ਵੀ ਕਹਿ ਜੋ ਹੁੰਦਾ ਚੰਗਾ। ਕਹਿੰਦਾ ਰਾਜਾ ਤੁਸੀਂ ਸਹੀ ਕਹਿੰਦੇ ਪਏ, ਜੋ ਹੁੰਦਾ ਚੰਗੇ ਲਈ ਹੁੰਦਾ ਆ। ਰੱਬ ਨਾ ਜੋ ਮੇਰੇ ਨਾਲ ਕਰਦਾ ਪਿਆ ਚੰਗੇ ਲਈ ਆ, ਮੇਰੀ ਭਲਾਈ ਆ ਇਹਦੇ ਚ। ਰਾਜਾ ਕਹਿੰਦਾ ਆ ਤਾਂ ਮੇਰਾ ਮਜ਼ਾਕ ਉਡਾਉਂਦਾ ਪਿਆ ਆ ਗੱਲ ਕਹੀ। ਕਹਿੰਦਾ ਇਹਨੂੰ ਪਾਓ ਜੇਲ੍ਹ ਚ। ਜੇਲ੍ਹ ਚ ਪਾਤਾ। ਜਦ ਉਹਨੂੰ ਜੇਲ੍ਹ ਚ ਪਾਤਾ, ਤਾਂ ਉਹ ਵਿਚਾਰਾ ਜੇਲ੍ਹ ਦੇ ਵਿੱਚ ਉੱਥੇ ਬੈਠਾ ਹੋਇਆ, ਤਾਂ ਉਹ ਆਹੀ ਗੱਲ ਵੇਖ ਕੇ ਜੋ ਹੋਇਆ ਚੰਗਾ ਹੀ ਹੋਇਆ। ਇੱਕ ਦਿਨ ਕੀ ਹੋਇਆ, ਰਾਜਾ ਨਾ ਜਾਂਦਾ ਪਿਆ, ਘੁੰਮਣ ਜਾਂਦਾ ਪਿਆ। ਅੱਗੇ ਮੰਤਰੀ ਨਾਲ ਜਾਂਦਾ ਹੁੰਦਾ ਤਾਂ ਐਤਕੀ ਇਕੱਲਾ ਜਾਂਦਾ ਸੀ। ਤਾਂ ਉੱਥੇ ਕੀ ਹੋਇਆ ਕਿ ਘੁੰਮਦਾ ਘੁੰਮਦਾ ਨਾ ਦੂਜੇ ਬਾਰਡਰ ਦੇ ਵਿੱਚ ਕ੍ਰਾਸ ਕਰ ਗਿਆ। ਉਹ ਦੂਜਾ ਇਲਾਕਾ ਨਾ ਆਦੀਵਾਸੀਆਂ ਦਾ ਇਲਾਕਾ ਸੀਗਾ। ਜਦੋਂ ਆਦੀਵਾਸੀਆਂ ਦਾ ਇਲਾਕਾ ਸੀ, ਉੱਥੇ ਐਂਟਰ ਕਰ ਗਿਆ। ਉੱਥੇ ਜਾ ਕੇ ਕੀ ਕੀਤਾ, ਆਦੀਵਾਸੀਆਂ ਨੇ ਪਾ ਲਿਆ ਰਾਜੇ ਨੂੰ ਘੇਰਾ। ਇਕੱਲਾ ਸੀਗਾ ਰਾਜਾ। ਜਦ ਘੇਰਾ ਪਾ ਲਿਆ, ਤਾਂ ਉਹ ਆਦੀਵਾਸੀ ਆ ਗਏ, ਜਿੰਗਾ ਲਾਲਾ ਹੂ ਕਰਦੇ ਹੋਏ। ਉਹਨਾਂ ਨੇ ਉਹਨੂੰ ਰਾਜੇ ਨੂੰ ਫੜਿਆ, ਉਹਨੂੰ ਬੰਨ ਲਿਆ ਖੰਭੇ ਦੇ ਨਾਲ। ਕਹਿੰਦੇ ਕਿ ਏਦਾਂ ਹੈਗਾ ਕਿ ਹੁਣ ਰਾਜਾ ਸਾਡੀ ਰੀਤ ਹੈਗੀ ਹੈ ਕਿ ਜਿਹੜਾ ਵੀ ਅਸੀਂ ਮੇਲ ਬੰਦਾ ਫੜਦੇ ਨਾ, ਉਹਨੂੰ ਬਲੀ ਕਰਦੇ ਆ, ਆਪਣੇ ਦੇਵਤੇ ਨੂੰ ਬਲੀ ਚੜਾਉਣੀ ਅਸੀਂ ਤੇਰੀ। ਤਾਂ ਰਾਜਾ ਉੱਥੇ ਰੋਵੇ, ਬੁਰਾ ਹਾਲ, ਉਹ ਕਵੇ ਰੱਬਾ ਬਚਾ ਲਾ ਮੈਨੂੰ। ਹੁਣ ਉੱਥੇ ਰਾਜੇ ਦੇ ਨਾਲ ਕੋਈ ਵੀ ਨਹੀਂ, ਨਾ ਕੋਈ ਉਹਦਾ ਸੁਨੇਹਾ ਦੇਣ ਵਾਲਾ। ਤਾਂ ਜਦ ਨਾ ਉੱਥੇ ਕੀ ਹੁੰਦਾ, ਜਿਹੜਾ ਉੱਥੇ ਦਾ ਬਜ਼ੁਰਗ ਹੁੰਦਾ ਸੀ, ਪਾਦਰੀ ਹੁੰਦਾ ਸੀ, ਯਾਜਕ, ਜਿਹੜਾ ਉਹਨਾਂ ਦੇ ਦੇਵਤਿਆਂ ਦਾ, ਉਹਨੇ ਆ ਕੇ ਸਾਰਾ ਇੰਸਪੈਕਟ ਕਰਨਾ ਹੁੰਦਾ ਸੀ। ਤੁਹਾਨੂੰ ਪਤਾ ਆਪਣੀ ਬਾਈਬਲ 'ਚ ਵੀ ਲਿਖਿਆ ਹੋਇਆ ਕਿ ਜਿਹੜੀ ਭੇਡ ਹੈਗੀ ਆ, ਉਹਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ, ਜਿਹੜੀ ਭੇਡ ਤੁਸੀਂ ਚੜਾਉਂਦੇ। ਉਸੇ ਤਰ੍ਹਾਂ ਉਹਨਾਂ ਦੇ ਰੂਲ ਸੀ। ਉਹਨੇ ਆ ਕੇ ਦੇਖਿਆ, ਉਹਨੇ ਦੇਖਿਆ ਰਾਜੇ ਦਾ ਤਾਂ ਅੰਗੂਠਾ ਵੱਢਿਆ ਹੋਇਆ। ਉਹ ਕਹਿੰਦਾ ਨਹੀਂ, ਆਹ ਵਾਲੀ ਭੇਂਟ ਨਹੀਂ ਅਸੀਂ ਆਪਣੇ ਦੇਵਤੇ ਨੂੰ ਚੜਾ ਸਕਦੇ, ਕਿਉਂਕਿ ਆਹ ਜਿਹੜੀ ਹੈਗੀ ਆ, ਇਹਦਾ ਅੰਗੂਠਾ ਵੱਢਿਆ ਹੋਇਆ। ਆਹ ਪ੍ਰੋਪਰ ਭੇਂਟ ਨਹੀਂ ਹੈਗੀ ਆ ਦੇਵਤੇ ਨੂੰ, ਇਹਨੂੰ ਛੱਡ ਦਿਓ, ਆ ਸਾਡੇ ਕਿਸੇ ਕੰਮ ਦਾ ਨਹੀਂ। ਉਹ ਰਾਜਾ ਵੀ ਰੱਬ ਦਾ ਸ਼ੁਕਰ ਕਰਦਾ ਹੋਇਆ ਨਿਕਲਿਆ। ਤੇ ਸਭ ਤੋਂ ਪਹਿਲਾਂ ਕਹਿੰਦਾ ਮੰਤਰੀ ਦੇ ਕੋਲ ਗਿਆ। ਮੰਤਰੀ ਕੋਲ ਜਾ ਕੇ ਨਾ ਰੋਣ ਹੀ ਲੱਗ ਪਿਆ। ਕਹਿੰਦਾ ਤੂੰ ਸਹੀ ਕਹਿੰਦਾ ਸੀਗਾ, ਜੋ ਹੁੰਦਾ ਨਾ ਭਲੇ ਲਈ ਹੁੰਦਾ ਆ। ਯਾਰ ਮੇਰਾ ਅੰਗੂਠਾ ਵੱਢਿਆ ਹੋਇਆ ਸੀਗਾ, ਤਾਂ ਉਹਨਾਂ ਨੇ ਮੈਨੂੰ ਛੱਡਤਾ। ਜੇ ਕਿਤੇ ਨਾ ਵੱਢਿਆ ਹੁੰਦਾ ਤਾਂ ਉਹਨਾਂ ਨੇ ਤਾਂ ਮੈਨੂੰ ਚੜਾਵਾ ਚੜਾ ਦੇਣਾ ਹੈਗਾ। ਤਾਂ ਰਾਜਾ ਕਹਿੰਦਾ ਚੱਲ, ਕਹਿੰਦਾ ਮੈਨੂੰ ਮੇਰੀ ਤਾਂ ਕਹਾਣੀ ਸਮਝ ਆ ਗਈ। ਕਹਿੰਦਾ ਤੇਰੀ ਨੀ ਸਮਝ ਆਈ ਕਿ ਤੈਨੂੰ ਜਦ ਜੇਲ੍ਹ ਚ ਪਾਇਆ ਤਾਂ ਤੂੰ ਉਦੋਂ ਕਿਹਾ ਕਿ ਵੀ ਜੋ ਹੁੰਦਾ ਚੰਗੇ ਲਈ ਹੁੰਦਾ।
ਕਿ ਉਹ ਕੀ ਸੀਗਾ? ਕਹਿੰਦਾ ਰਾਜਾ ਤੂੰ ਆਪ ਸੋਚ, ਕਹਿੰਦਾ ਜੇ ਕਿਤੇ ਮੇਰੇ ਨਾਲ ਹੁੰਦਾ ਮੇਰਾ ਅੰਗੂਠਾ ਥੋੜੀ ਵੱਡਾ ਹੋਇਆ ਸੀ, ਉਹਨਾਂ ਨੇ ਚੱਕ ਕੇ ਮੈਨੂੰ ਚੜਾ ਦੇਣਾ ਸੀ। ਹਾਲੇਲੂਇਆ। ਸੋ ਕਹਿੰਦਾ ਜੋ ਹੁੰਦਾ ਚੰਗੇ ਲਈ ਹੁੰਦਾ। ਉਸੇ ਤਰ੍ਹਾਂ ਯੂਸਫ ਰੱਬ ਤੋਂ ਡਰਦਾ ਸੀਗਾ, ਰੱਬ ਦਾ ਡਰ ਮੰਨਣ ਵਾਲਾ ਸੀ। ਬਾਈਬਲ ਕਹਿੰਦਾ ਜੋ ਉਹਦੇ ਤੋਂ ਡਰਦਾ ਹੈ ਪਰਮੇਸ਼ਰ ਉਹਦੇ ਲਈ ਭਲਾਈ ਉਤਪੰਨ ਕਰ ਦਿੰਦਾ ਹੈ। ਬੁਰਾਈ ਚੋਂ ਭਲਾਈ, ਰਾਜੇ ਦਾ ਅੰਗੂਠਾ ਵੱਢਿਆ ਗਿਆ, ਬੁਰਾਈ ਦੇ ਵਿੱਚੋਂ ਭਲਾਈ। ਮੇਰੇ ਨਾਲ ਏਦਾਂ ਹੋਇਆ, ਤੁਹਾਨੂੰ ਮੈਂ ਦੱਸਦਾ। ਇੱਥੇ ਕੀ ਰੂਲ ਨਿਕਲਿਆ ਕਿ PR ਕਰਨਾ ਹੈ। ਹਾਲੇਲੂਇਆ। ਤਾਂ ਉਹਦੇ ਲਈ ਇਹਨਾਂ ਨੇ ਕੁਝ ਬੈਂਡ ਮੰਗੇ ਸੀਗੇ, ਔਰ ਹੋਇਆ ਕਿ ਹੁਣ ਮੈਂ ਤਾਂ ਬੜੀ ਦੇਰ ਪਹਿਲਾਂ 12-13 ਸਾਲ ਪਹਿਲਾਂ ਕਿਤੇ ਆਇਲਸ ਦਾ ਪੇਪਰ ਦਿੱਤਾ ਹੋਣਾ, ਉਦੋਂ ਪੇਪਰ ਦਿੱਤਾ ਸੀਗਾ। ਤਾਂ ਉਹਦੇ ਤੋਂ ਬਾਅਦ ਮੈਂ ਸਰਚ ਕਰਨ ਲੱਗਾ, ਡੇਟਾ ਹੀ ਨਹੀਂ ਮਿਲਦਾ, ਕਿਉਂਕਿ ਸਟੂਡੈਂਟਾਂ ਨੇ ਸਾਈਟਾਂ ਕਰੈਸ਼ ਕਰ ਦਿੱਤੀਆਂ, ਲੋਕਾਂ ਨੇ ਡੇਟ ਹੀ ਨਹੀਂ ਮਿਲਿਆ ਆਇਲਸ ਦੀ। ਮੈਂ ਵੀ ਸਰਚ ਕਰਦਾ ਪਿਆ ਕੰਪਿਊਟਰ ਦੇ ਉੱਤੇ, ਤਾਂ ਹੋਇਆ ਕਿ ਇੱਕ ਨਾ ਮੈਨੂੰ ਡੇਟ ਮਿਲੀ 22 ਤਰੀਕ ਦੀ, 22 ਮਈ ਦੀ। 22 ਮਈ ਦੀ ਡੇਟ ਮਿਲਦੀ ਪਈ ਸੀ ਕਾਫੀ ਸਟਾਰਟਿੰਗ ਦੇ ਵਿੱਚ। ਤਾਂ ਮੈਂ ਉਹ ਭਰਨ ਲੱਗਾ ਤਾਂ ਨਾ ਉਹ ਨਾ ਉਹਦੇ ਤੇ ਕਾਰਡ ਦੀ ਆਪਸ਼ਨ ਨਾ ਆ ਗਈ, ਉਹ ਪੇ ਨਹੀਂ ਹੁੰਦਾ ਪਿਆ ਸੀਗਾ। ਤਾਂ ਮੇਰੇ ਕੋਲ ਜਦ ਪੇ ਨਹੀਂ ਕਰ ਹੋਇਆ, ਮੈਂ ਕਿਹਾ ਛੱਡ ਯਾਰ, ਪੇ ਨਹੀਂ ਕਰ ਹੁੰਦਾ ਪਿਆ, ਫਰੂਡ ਹੋਣਾ ਆ, ਕਿ ਰਹਿਣ ਦੇ, ਮੈਂ ਭਰਨਾ ਹੀ ਨਹੀਂ। ਕਿਉਂਕਿ ਮੇਗਾ ਦਾ ਬੁੱਕ ਹੋ ਗਿਆ ਸੀਗਾ 2 ਦਾ। ਮੈਂ ਕਿਹਾ ਛੱਡ, ਮੇਗਾ ਆਪੇ ਪੇਪਰ ਦੇ ਲੂਗੀ, ਮੈਂ ਕੀ ਕਰਨਾ ਦੇ ਕੇ, ਨਾਲ ਮੇਰੇ ਕਿਹੜਾ ਬੈਂਡ ਆਉਣੇ ਹੈਗੇ ਆ ਇੰਨੇ, ਮੈਨੂੰ ਏਦਾਂ ਸੀਗਾ। ਤਾਂ ਉਹਦੇ ਤੋਂ ਬਾਅਦ ਕੀ ਹੋਇਆ ਕਿ ਮੈਂ ਛੱਡ ਦਿੱਤਾ। 1 ਮਹੀਨੇ ਪਹਿਲਾਂ ਦੀ ਗੱਲ ਹੈਗੀ, 1 ਮਹੀਨਾ ਪਹਿਲਾਂ ਮੈਂ ਟਰਾਈ ਕਰਦਾ ਪਿਆ ਸੀ, ਠੀਕ ਆ। ਤਾਂ ਉਦੋਂ ਮਿਲਦੀ ਪਈ ਸੀ 22 ਦੀ। ਤਾਂ ਮੈਨੂੰ ਅਚਾਨਕ ਕੀ ਹੋਇਆ ਕਿ ਮੇਰੇ ਖਿਆਲ 18 ਜਾਂ 19 ਤਰੀਕ ਨੂੰ ਨਾ ਮੈਨੂੰ ਕਾਲ ਆਈ ਇੱਕ ਕਾਲਜ ਤੋਂ, ਕਹਿੰਦੇ ਜੀ ਏਦਾਂ ਤੁਸੀਂ ਨਾ 22 ਤਰੀਕ ਦੀ ਡੇਟ ਬੁੱਕ ਕਰਦੇ ਪਏ, ਤੁਹਾਨੂੰ ਚਾਹੀਦੀ ਹੈ ਹਜੇ ਵੀ? ਮੈਂ ਕਿਹਾ ਜੀ ਦੇ ਦਿਓ ਫੇਰ, ਹੁਣ ਜੇ ਮਿਲਦੀ ਪਈ ਹੈ। ਮੈਂ ਕਿਹਾ ਕਿਉਂਕਿ ਉਹ ਪੇਪਰ ਬੇਸਡ ਟੈਸਟ ਸੀਗਾ, ਇੱਕ ਪੇਪਰ ਬੇਸ ਹੁੰਦਾ, ਕੰਪਿਊਟਰ ਬੇਸ। ਸਾਰੇ ਕੰਪਿਊਟਰ ਬੇਸ ਮਿਲਦੇ ਪਏ, ਪੇਪਰ ਬੇਸ ਕੋਈ ਟੈਸਟ ਹੀ ਨਹੀਂ ਮਿਲਦਾ ਸੀ। ਤਾਂ ਮੈਂ ਕਿਹਾ ਮੈਂ ਕੰਪਿਊਟਰ ਬੇਸ ਨਹੀਂ ਕਰਨਾ। ਕਿਉਂ? ਕਿਉਂਕਿ ਮੈਂ ਟਾਈਪਿੰਗ ਨਹੀਂ ਕਦੀ ਕੀਤੀ ਇੰਨੀ, ਕਿ ਮੈਂ ਕਿੱਦਾਂ ਐਸੇ ਟਾਈਪ ਕਰ ਲੂੰਗਾ, ਲੈਟਰ ਟਾਈਪ ਕਰ ਲੂੰਗਾ, ਉੱਥੇ ਤਾਂ ਟਾਈਮ ਲਿਮਿਟ ਹੁੰਦੀ ਆ, ਔਰ ਲਿਸਨਿੰਗ ਵੀ ਕੰਪਿਊਟਰ ਤੇ ਕਰਨੀ ਆ, ਮੇਰੇ ਕੋਲ ਕਿੱਥੇ ਕਰ ਹੋਣਾ। ਮੈਂ ਕਿਹਾ ਮੈਂ ਕੰਪਿਊਟਰ ਬੇਸ ਨਹੀਂ ਕਰਨਾ। ਤਾਂ ਪੇਪਰ ਬੇਸ ਟੈਸਟ ਆ ਗਿਆ, ਤਾਂ ਮੈਂ ਕਿਹਾ ਵੀ ਕਰ ਦਿਓ ਤੁਸੀਂ ਬੁੱਕ। ਮੈਂ ਉਸ ਦਿਨ ਪੈਸੇ ਜਮ੍ਹਾਂ ਕਰਾਏ, ਪੈਸੇ ਜਮ੍ਹਾਂ ਕਰਾ ਕੇ ਤਾਂ ਬੁਕਿੰਗ ਕਰਾਈ। ਘਰੇ ਆ ਕੇ ਜਦ ਮੈਂ ਦੇਖਿਆ, ਮੈਂ ਤਾਂ ਅਕੈਡਮਿਕ, ਮੈਂ ਕਿਹਾ ਉਹ ਆ ਕੀ ਹੋ ਗਿਆ, ਮੈਂ ਤਾਂ ਜਨਰਲ ਦਾ ਟੈਸਟ ਦੇਣਾ ਸੀ, ਮੈਨੂੰ ਅਕੈਡਮਿਕ ਚਾਹੀਦਾ ਹੀ ਨਹੀਂ ਹੈ। ਉਹ ਤਾਂ ਮੇਰੇ ਪੈਸੇ ਖਰਾਬ ਹੋ ਗਏ, $350 ਦੇ ਦਿੱਤਾ ਮੈਂ ਉਹਨਾਂ ਨੂੰ। ਮੈਂ ਕਿਹਾ ਯਾਰ ਪੈਸੇ ਖਰਾਬ ਹੋ ਗਏ, ਆ ਕੀ ਹੋ ਗਿਆ, ਕਿ ਮੈਨੂੰ ਸਮਝ ਨਹੀਂ ਆਈ। ਪਹਿਲਾਂ ਤਾਂ ਮੈਂ ਉਦੋਂ ਆਹ ਕਹਿੰਦਾ ਜੋ ਰੱਬ ਕਰਦਾ ਨਾ ਚੰਗੇ ਲਈ ਕਰਦਾ, ਉਦੋਂ ਵੀ ਮੈਂ ਕੋਸਿਆ ਤਾਂ ਨਹੀਂ ਰੱਬ ਨੂੰ। ਮੈਂ ਕਿਹਾ ਚੱਲ ਕੋਈ ਨਾ, ਮੈਂ ਕਿਹਾ ਜਿਹੜੇ ਪੈਸੇ ਖਰਾਬ ਹੋਣੇ ਆ ਹੋਈ ਜਾਣੇ, ਕੋਈ ਚੱਕਰ ਨਹੀਂ। ਹੁਣ ਮੈਨੂੰ ਵਿੱਚ ਯੋਜਨਾ ਦਾ ਪਤਾ ਹੀ ਨਹੀਂ ਰੱਬ ਦੀ ਕੀ ਚੱਲਦੀ ਪਈ, ਠੀਕ ਆ। ਹੁਣ ਜਦ ਪੈਸੇ ਖਰਾਬ ਹੋਣ ਦੇ ਫੇਰ ਘਰਦੇ ਕਹਿੰਦੇ ਕਿ ਉਹਨਾਂ ਨੂੰ ਪੁੱਛ ਕੇ ਦੇਖਦਾ ਸੀ ਕਿ ਕੀ ਪਤਾ ਚੇਂਜ ਹੁੰਦਾ ਹੋਵੇ। ਮੈਂ ਨੈਟ ਦੇ ਉੱਤੇ ਸਰਚ ਮਾਰਿਆ, ਤਾਂ ਉਹ ਕਹਿੰਦੇ ਜੀ ਘੱਟੋ ਘੱਟ 1 ਮਹੀਨਾ ਪਹਿਲਾਂ ਦੱਸਣਾ ਹੁੰਦਾ, ਜਾਂ 20 ਦਿਨ ਪਹਿਲਾਂ ਦੱਸਣਾ ਹੁੰਦਾ, ਜੇ ਤੁਸੀਂ ਚੇਂਜ ਕਰਨਾ ਹੈ। ਉਹ ਵੀ ਉਹ ਦੇਖੂਗੇ ਕਿ ਜੇ ਅਗਲੀ ਡੇਟ ਅਵੇਲੇਬਲ ਹੈਗੀ ਆ ਕਿ ਨਹੀਂ। ਮੈਂ ਜੀ ਡੇਟਾਂ ਚੈੱਕ ਕਰਦਾ ਪਿਆ, ਤਾਂ ਸਤੰਬਰ ਤੋਂ ਪਹਿਲਾਂ ਕੋਈ ਡੇਟ ਹੀ ਨਹੀਂ ਅਵੇਲੇਬਲ ਆਇਲਸ ਦੀ ਜਨਰਲ ਟੈਸਟ ਦੇ ਲਈ, ਔਰ ਸਤੰਬਰ ਤੋਂ ਬਾਅਦ ਵੀ ਜਿਹੜੀ ਹੈਗੀ ਸਿਰਫ ਕੰਪਿਊਟਰ ਬੇਸ। ਤਾਂ ਹੁਣ ਮੈਂ ਬੜਾ ਹਨਾ ਉੱਥੇ ਪਰੇਸ਼ਾਨੀ ਜੀ ਪੈ ਗਿਆ ਕਿ ਹੁਣ ਕਰੂੰਗਾ ਕੀ, ਕਿ ਪੈਸੇ ਖਰਾਬ ਹੋਣੇ ਆ। ਤਾਂ ਮੈਂ ਉਹਨਾਂ ਨੂੰ ਕਾਲ ਕੀਤੀ, ਕਾਲ ਨਹੀਂ ਲੱਗਦੀ ਪਈ ਸੀ, ਪਹਿਲਾਂ ਫੇਰ ਕਰਦਾ ਰਿਹਾ। ਤਾਂ ਉਹ ਕਹਿੰਦੇ ਜੀ ਏਦਾਂ ਹੈਗਾ ਕਿ ਆ ਤਾਂ ਇੰਪੋਸੀਬਲ ਹੈਗੀ ਆ ਗੱਲ, ਕਿ ਤੁਹਾਡਾ ਏਦਾਂ ਹੈਗਾ ਕਿ ਕੈਂਸਲ ਹੋ ਜਾਊਗਾ, ਉਹਦੇ ਤੋਂ ਬਾਅਦ ਨਾ 25% ਤੁਹਾਡੇ ਡਿਡਕਟ ਹੋ ਜਾਊਗੇ, ਤਾਂ ਫਿਰ ਤੁਸੀਂ ਨਵੀਂ ਬੁਕਿੰਗ ਕਰ ਲਓ। ਨਵੀਂ ਬੁਕਿੰਗ ਸਤੰਬਰ ਤੋਂ ਪਹਿਲਾਂ ਸ਼ੋ ਨਹੀਂ ਹੁੰਦੀ ਪਈ। ਮੈਂ ਫੇਰ ਹਨਾ ਸੋਚਿਆ, ਮੈਂ ਦਵਾਈ ਕਰਦਾ ਪਿਆ, ਮੰਮੀ ਹੋਰੀ ਵੀ ਕਹਿੰਦੇ ਕੋਈ ਨਾ ਪ੍ਰੇਅਰ ਕਰ, ਰੱਬ ਆਪੇ ਕਰੂਗਾ, ਅਸੀਂ ਵੀ ਪ੍ਰੇਅਰ ਕਰਦੇ। ਤੇ ਪ੍ਰੇਅਰ ਕਰਦੇ ਪਏ, ਅਗਲੇ ਦਿਨ ਮੈਂ ਦੁਬਾਰਾ ਕਾਲ ਕੀਤੀ ਉਹਨਾਂ ਨੂੰ, ਤਾਂ ਕਹਿੰਦੇ ਜੀ ਏਦਾਂ ਹੈਗਾ ਕਿ 22 ਤਰੀਕ ਤਾਂ ਨਹੀਂ ਅਵੇਲੇਬਲ ਹੈਗੀ, ਤੁਹਾਡਾ ਅਸੀਂ ਕਨਵਰਟ ਕਰ ਦਿੰਦੇ, 23 ਤਰੀਕ ਮਿਲਦੀ ਪਈ ਹੈ ਅਗਲੇ ਦਿਨ। ਕੰਪਿਊਟਰ ਦੇ ਉੱਤੇ ਸਤੰਬਰ ਤੋਂ ਪਹਿਲਾਂ ਕੋਈ ਡੇਟ ਨਹੀਂ, ਪਰ ਮੈਨੂੰ 23 ਮਈ ਦੀ ਡੇਟ ਮਿਲਦੀ ਪਈ। ਦੇਖੋ ਕੰਮ, ਹਾਲੇਲੂਇਆ। ਹੁਣ 23 ਮਈ ਦੀ ਡੇਟ ਦੇ ਮਿਲੇ, ਪਰ ਪੰਗਾ ਕੀ ਪੈ ਗਿਆ, ਕੰਪਿਊਟਰ ਬੇਸ। ਪੰਗਾ ਤਾਂ ਫੇਰ ਉੱਥੇ ਕਿ ਮੈਂ ਕਰਨਾ ਕਿੱਦਾਂ, ਕੰਪਿਊਟਰ ਬੇਸ ਟੈਸਟ, ਪੇਪਰ ਬੇਸ ਤਾਂ ਮਿਲਦਾ ਹੀ ਨਹੀਂ ਪਿਆ। ਹੁਣ ਕੰਪਿਊਟਰ ਬੇਸ ਟੈਸਟ ਮਿਲ ਗਿਆ, ਤਾਂ ਮੈਂ ਕਿਹਾ ਹੁਣ ਤਾਂ ਕਰਨਾ ਪੈਣਾ। ਹੁਣ ਜਦ ਫਸਿਆ ਹੈਗਾ ਤਾਂ ਉਹ ਜਿੱਦਾਂ ਕਹਿੰਦੇ ਗਲ ਪਿਆ ਢੋਲ ਵਜਾਉਣਾ ਹੀ ਪੈਣਾ। ਮੈਂ ਕਿਹਾ ਹੁਣ ਫਸਿਆ ਹੈਗਾ, ਕੋਈ ਰਾਹ ਹੈ ਨੀਗਾ, ਦੇ ਦਿੰਦਾ। ਹਾਲੇਲੂਇਆ। ਤਾਂ ਜੀ हालेलुया। ਮੈਂ ਚਲਾ ਗਿਆ, ਤੇ ਨਾ ਕੋਈ ਤਿਆਰੀ, ਨਾ ਕੁਛ, ਨਾ ਸਪੀਕਿੰਗ ਦੀ, ਨਾ ਲਿਸਨਿੰਗ, ਨਾ ਕੁਛ ਪਤਾ। ਮੈਂ 2-3 ਵੀਡੀਓ ਦੇਖੀਆਂ ਕਿ ਆਉਂਦਾ ਕੀ ਹੈ ਇਹਦੇ ਚ। ਜਾ ਕੇ ਉੱਥੇ ਟੈਸਟ ਦਿੱਤਾ ਤਾਂ ਮੇਰੇ 6 ਬੈਂਡ ਆਏ, 5 ਦੀ ਰਿਕੁਆਇਰਮੈਂਟ ਸੀ, 6 ਬੈਂਡ ਆ ਗਏ। ਹਾਲੇਲੂਇਆ। ਫਿਰ ਮੈਂ ਸੋਚਿਆ, ਮੈਂ ਕਿਹਾ ਓਹੋ, ਮੈਂ ਕਿਹਾ ਮੈਂ ਓਦਾਂ ਕਿੱਥੇ ਕਾਬੂ ਆਉਣਾ ਸੀ, ਮੈਂ ਤਾਂ ਟੈਸਟ ਹੀ ਨਹੀਂ ਦੇਣਾ ਸੀ ਕੰਪਿਊਟਰ ਬੇਸ। ਆਹ ਪਰਮੇਸ਼ਰ ਨੇ ਮੈਨੂੰ ਫਸਾਇਆ, ਦੇਖੋ ਕਿੱਦਾਂ।
ਪਹਿਲੋਂ ਉਹਨੇ ਅਕੈਡਮਿਕ ਮੇਰੇ ਕੋਲ ਗਲਤ ਭਰਾਇਆ ਪਰਮੇਸ਼ਰ ਨੇ। ਮੈਂ ਕਿਹਾ ਉਹ ਆ ਕੀ ਹੋ ਗਿਆ, ਮੈਂ ਤਾਂ ਗਿਆ ਅਕੈਡਮਿਕ ਭਰ ਦਿੱਤਾ। ਫਿਰ ਉਹਦੇ ਤੋਂ ਬਾਅਦ ਮੈਂ ਇੱਥੇ ਫਸ ਗਿਆ ਆ ਕੇ ਕਿ ਯਾਰ ਹੁਣ ਪੈਸੇ ਖਰਾਬ ਹੋਣੇ, ਦੇਣਾ ਤਾਂ ਹੈਗਾ, ਦੇ ਦਿਓ ਜਿੱਦਾਂ ਦਾ ਹੈਗਾ। ਪਰ ਪਰਮੇਸ਼ਰ ਨੇ ਉੱਥੋਂ ਵੀ ਮੈਨੂੰ ਕੱਢ ਦਿੱਤਾ। ਹਾਲੇਲੂਇਆ। हालेलुया ਮਤਲਬ ਕਿ ਪਰਮੇਸ਼ਰ ਬੁਰਾਈ ਦੇ ਵਿੱਚੋਂ ਭਲਾਈ ਉਤਪੰਨ ਕਰਦਾ ਹੈ। ਮੈਨੂੰ ਲੱਗਦਾ ਪਿਆ ਸੀ ਕਿ ਬੁਰਾ ਹੋਇਆ ਮੇਰੇ ਨਾਲ ਕਿ ਯਾਰ ਮੇਰੇ ਪੈਸੇ ਖਰਾਬ ਹੁੰਦੇ ਪਿਆ, ਹੁੰਦਾ ਪਿਆ ਅਕੈਡਮਿਕ ਭਰ ਹੋ ਗਿਆ। ਨਹੀਂ, ਪਰ ਪਰਮੇਸ਼ਰ ਨੂੰ ਪਤਾ ਹੈਗਾ ਇਹਨੇ ਉਦਾਂ ਨਹੀਂ ਕਾਬੂ ਆਉਣਾ, ਇਹਨੇ ਏਦਾਂ ਹੀ ਕਾਬੂ ਆਉਣਾ, ਇਹਨੂੰ ਕਾਬੂ ਲਿਆਉਣਾ ਪੈਣਾ। ਹਾਲੇਲੂਇਆ। हालेलुया ਸੋ ਪਰਮੇਸ਼ਰ ਤੋਂ ਜੇ ਤੁਸੀਂ ਡਰੋਗੇ, ਮੈਂ ਇਹਦੇ ਵਿੱਚ ਮੈਂ ਫਿਰ ਤੁਹਾਨੂੰ ਆਈ ਕਹਿੰਦਾ ਕਿ ਮੈਂ ਯੂਸਫ ਜਿੰਨਾ ਧਰਮੀ ਨਹੀਂ ਹੈਗਾ ਆ, ਮੈਂ ਧਰਮੀ ਨਹੀਂ ਹੈਗਾ ਆ, ਠੀਕ ਆ। ਮੈਂ ਬਹੁਤ ਚੰਗਾ ਨਹੀਂ ਹੈਗਾ ਆ, ਬਹੁਤ ਜਗ੍ਹਾ ਦੇ ਉੱਤੇ ਮੈਂ ਚੁੱਕ ਜਾਂਦਾ ਹੈਗਾ, ਬਹੁਤ ਗਲਤੀਆਂ ਮੇਰੇ ਕੋਲ ਹੁੰਦੀ। ਮੈਂ ਸਿਰਫ ਇੱਕ ਚੀਜ਼ ਕੀ ਕਰਦਾ ਹਾਂ, ਜੋ ਤੁਸੀਂ ਵੀ ਕੋਸ਼ਿਸ਼ ਕਰੀਏ, ਮੈਂ ਇੱਕ ਚੀਜ਼ ਕਰਦਾ ਹਾਂ ਕਿ ਮੈਂ ਕੋਸ਼ਿਸ਼ ਕਰਦਾ ਹਾਂ ਕਿ ਪਰਮੇਸ਼ਰ ਦੇ ਵਚਨ ਨੂੰ ਪੜ੍ਹ ਕੇ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰ, ਔਰ ਜਿੱਥੇ ਗਲਤੀ ਹੁੰਦੀ ਹੈ ਉਹਨੂੰ ਮੰਨਦਾ ਹਾਂ, ਔਰ ਗਲਤੀ ਮੰਨ ਕੇ ਫਿਰ ਉਹਦੇ ਅੱਗੇ ਪ੍ਰਾਰਥਨਾ ਆਹੀ ਹੁੰਦੀ ਹੈ, ਪਰਮੇਸ਼ਰ ਮੈਨੂੰ ਮਾਫ ਕਰ ਦੇ, ਮੈਨੂੰ ਹਿੰਮਤ ਤਾਕਤ ਦੇ ਕਿ ਮੈਂ ਇਸ ਪਾਪ ਚੋਂ ਨਿਕਲ ਇਸ ਗਲਤੀ ਚੋਂ ਨਿਕਲ ਸਕਾਂ। ਮੈਂ ਆਪਣੇ ਆਪ ਤਾਂ ਨਹੀਂ ਕਰ ਸਕਦਾ, ਪਰ ਤੂੰ ਕਰ ਸਕਦਾ ਹੈ ਜੇ ਚਾਹ। ਬਸ ਇੰਨੀ ਔਰ ਇੰਨੀ ਕੁ ਚੀਜ਼ ਦੇ ਉੱਤੇ ਪਰਮੇਸ਼ਰ ਦੇਖੋ ਕਿੰਨਾ ਦਇਆਵੰਤ। ਔਰ ਮੈਂ ਕਹਿੰਦਾ ਜੇ ਕਿਤੇ ਤੁਸੀਂ ਯੂਸਫ ਦੇ ਵਾਂਗੂ ਹੋ ਗਏ ਤਾਂ ਪ੍ਰਧਾਨ ਮੰਤਰੀ ਬਣਾ ਦੇਣਾ। ਅਗਲਾ ਪ੍ਰਧਾਨ ਮੰਤਰੀ ਫਿਰ ਟਰੂਡੋ ਨਹੀਂ ਹੋਊਗਾ, ਹੋ ਸਕਦਾ ਜੈਨੀਫਰ ਹੋ ਜਾਊ। ਹਾਲੇਲੂਇਆ। ਪਰ ਪਰ ਤੁਹਾਨੂੰ ਪਰਮੇਸ਼ਰ ਤੋਂ ਡਰ ਕੇ ਉਹਦੇ ਵਚਨਾਂ ਦੇ ਉੱਤੇ ਚੱਲਣਾ ਪਵੇ, ਉਹਦੀ ਇੱਛਾ ਦੇ ਉੱਤੇ ਚੱਲਣਾ ਪਵੇ। ਹਾਲੇਲੂਇਆ। ਜੇ ਤੁਸੀਂ ਚੱਲੋਗੇ, ਜੇ ਤੁਸੀਂ ਯੂਸਫ ਦੇ ਵਾਂਗੂ ਜੀਵਨ ਜੀਓਗੇ ਆਪਣਾ, ਤਾਂ ਫਿਰ ਪਰਮੇਸ਼ਰ ਕਹਿੰਦਾ ਹੈ ਕਿ ਬੇਟਾ ਤੇਰੀ ਸੋਚ ਤੋਂ ਪਰੇ, ਬਾਈਬਲ ਕਹਿੰਦਾ ਹੈ ਕਿ ਤੁਸੀਂ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ, ਪਰਮੇਸ਼ਰ ਨੇ ਆਪਣੇ ਡਰਨ ਵਾਲਿਆਂ ਲਈ ਏਦਾਂ ਦੀਆਂ ਬਰਕਤਾਂ ਰੱਖੀਆਂ। ਹਾਲੇਲੂਇਆ। ਤੁਸੀਂ ਸੋਚਿਆ ਵੀ। ਹਾਲੇਲੂਇਆ। हालेलुया ਸੋ ਇਹਨਾਂ ਚੀਜ਼ਾਂ ਨੂੰ ਅੱਜ ਗੌਰ ਕਰ। ਯੂਸਫ ਦੀਆਂ ਮੈਂ ਤੁਹਾਨੂੰ 4 ਖੂਬੀਆਂ ਦੱਸੀਆਂ ਹਨ। ਉਹ ਬੁੜਬੁੜਾਉਂਦਾ ਨਹੀਂ ਸੀਗਾ, ਉਹ ਮਾਫ ਕਰਦਾ ਸੀ, ਉਹ ਪਾਪ ਤੋਂ ਦੂਰ ਰਹਿੰਦਾ ਸੀ, ਔਰ ਪਰਮੇਸ਼ਰ ਦਾ ਡਰ ਮੰਨਦਾ ਸੀ। ਹਾਲੇਲੂਇਆ। हालेलुया ਅੰਦਰ ਇਹ ਚਾਰੇ ਖੂਬੀਆਂ ਲਿਆਉਣ ਦੀ ਕੋਸ਼ਿਸ਼ ਕਰੀ, ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੀਏ, ਵਚਨ ਨੂੰ ਪੜ੍ਹੀਏ, ਜਿੰਨਾ ਹੋ ਸਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਏ, ਔਰ ਦੇਖੀਏ ਫਿਰ ਪਰਮੇਸ਼ਰ ਤੁਹਾਡੇ ਲਈ ਵੱਡੇ ਕਾਰਜ ਕਰੇ। ਹਾਲੇਲੂਇਆ। ਔਰ हालेलुया ਜਦ ਤੁਹਾਡੇ ਜੀਵਨ ਦੇ ਸਮੱਸਿਆ ਆਵੇ, ਕਦੀ ਨਾ ਬੁੜਬੁੜਾਈਏ। ਕਿਉਂ? ਹਮੇਸ਼ਾ ਯਾਦ ਰੱਖੀਏ, ਜੋ ਹੁੰਦਾ ਹੈ ਚੰਗੇ ਲਈ। ਹਾਲੇਲੂਇਆ। ਉਹ ਜੋ ਕਰਦਾ ਹੈ ਭਲਾ ਹੀ ਕਰਦਾ ਹੈ, ਕਿਉਂਕਿ ਅਸੀਂ ਜੇ ਉਹਦੇ ਨਾਲ ਚੱਲਦੇ ਹਾਂ ਤਾਂ ਉਹ ਬਾਈਬਲ ਕਹਿੰਦਾ ਜੇ ਤੁਸੀਂ ਬੁਰੇ ਮਾਤਾ ਪਿਤਾ ਹੋ ਕੇ ਆਪਣੇ ਬੱਚੇ ਨੂੰ ਚੰਗੀਆਂ ਚੀਜ਼ਾਂ ਦਿੰਦੇ ਹੋ, ਤਾਂ ਯਹੋਵਾ ਪਿਤਾ ਜੋ ਚੰਗਾ ਬਾਪ ਹੈ ਉਹ ਕੀ ਕਰੇਗਾ। ਹਾਲੇਲੂਇਆ। हालेलुया ਪਰਮੇਸ਼ਰ ਇਹਨਾਂ ਵਚਨਾਂ ਤੇ ਬਰਕਤ ਦੇਵੇ। ਆਈਏ ਅਸੀਂ ਲਾਸਟ ਪ੍ਰਾਰਥਨਾ ਮੈਂ ਚਾਹੁੰਦਾ ਹਾਂ ਮੇਰੇ ਡੈਡੀ ਹਨ ਇੰਡੀਆ ਤੋਂ, ਉਹਨਾਂ ਦੇ ਨਾਲ ਕਰਾਂਗੇ। और सारे अपने अखर बंद करिए, प्रार्थना जावांगे। पिता परमेश्वर सर्वशक्तिमान यीशु नासरी जी, दो जहान के मालिक ते खालिक, अब्बा डैडी तुहाड़ा धन्नवाद करदे अज दे सुंदर समय लई, अच्छे बचनां दा धन्नवाद करदे प्रभु तू अपने दास दे दास नूं अच्छे बचन दित्ते। सचमुच पिता परमेश्वर ਅਸੀਂ ਨਕਮੇ ਨਚੀਜ ਆ पिता परमेश्वर, बहुत बार गलतियां करते हैं, बहुत बार डिगदे हाँ, पर तुहाडे वचन में लिखा है अगर धर्मी 7 बार डिगे तो 7 बार खड़ा करता है। सचमुच प्रभु तू यूसुफ नूं पहला ही इस लिए तैयार किया ताकि वह अपने मां भैन भरावां दी उन्हां दी रक्षा कर सके, उन्हां दा पालन पोषण कर सके। और प्रभु तू उन्हें बहुत मुश्किलों के विच लंघा के पिता परमेश्वर राजगद्दी तक लेके गया। धन्नवाद यीशु। तू अपने बच्चे नूं एक बुद्धि दिंदा पिता परमेश्वर। प्रभु जी मैं सचमुच प्रार्थना करता है जवान बच्चों लिए जो इस वेले जूम के द्वारा जुड़े हैं, इन्हां नूं यूसुफ वर्गी एक बार बुद्धि होना पिता परमेश्वर, ताकि तुहाडे डर ते खौफ दे विच अपनी जिंदगी नूं बतीत करना और तुहाडे कोल बरकतां पाउण प्रभु जी। क्योंकि तुहाडे वचन च लिखिया है अगर तुसीं पहला मेरे धर्म ते राज की खोज करो, दुनिया दी सारियां चीज़ां तुहाडे पिछे पै के मिलणगियां। प्रभु जी दया करना बच्चों के, प्रभु जी जिन्ने भी बच्चे इस वेले प्रभु जी जीवन जुड़े सब नूं आशीष बरकत दी प्रभु जी। तो दयावान परमेश्वर प्रभु, मैं तेरे बेटे रोबल लिए प्रार्थना करता बाप जी, अपने बच्चे ते वड्डी दया करना,
प्रभु इन पीआर होने की मदद करना प्रभु, जो तू योजना बनाई है पिता परमेश्वर, तू जो योजना बनाना है वो पूरी करता है बाप जी। ਤੁਹਾਡੇ वचन च लिखा है जिस दरवाजे ਨੂੰ खोल ਦਿੰਦਾ है ਉਹਨੂੰ ਕੋਈ ਬੰਦ नहीं कर सकता, और जिस ਨੂੰ बंद कर देना कोई खोल नहीं सकता। प्रभु जी दया करना, प्रभु जी कृपा करना प्रभु जी। मैं जिन्हें भी कलीसिया मैंबर सब ਨੂੰ ਤੁਹਾਡੇ ਪਵਿੱਤਰ ਖੂਨ ਚ ਪਾਣਾ ਬਾਪ ਜੀ, ਸਭ ਨੂੰ ਕੋਰੋਨੇ ਤੋਂ ਬਚਾ ਕੇ ਰੱਖਣਾ, ਬਿਮਾਰੀਆਂ ਤੋਂ, ਸ਼ੈਤਾਨੀ ਤਾਕਤਾਂ ਤੋਂ, ਵਿਚਾਰ ਤੋਂ ਬਚਾ ਕੇ ਰੱਖਣਾ बाप जी। कृपा करना बाप, तू दयावान परमेश्वर है, हर की लोड़ जो स्वर्ग तक पूरी करना प्रभु, तू बहुत मेहरबान है प्रभु जी। ਅਸੀਂ ਸਾਰੇ ਨੇ ਕਮਾਂਡ ਕੇ ਪ੍ਰਾਰਥਨਾ ਕਰਦੇ, ਜਿੰਨੇ ਲੋਕ ਹਸਪਤਾਲ ਚ ਘਰਾਂ ਚ ਬਿਮਾਰ ਪਏ ਆ, ਸਭ ਤੇ ਦਇਆ ਕਰ, ਸਭ ਨੂੰ ਚੰਗਿਆਈ ਦੇਣਾ ਪ੍ਰਭੂ ਜੀ। ਸਾਡੇ ਦੇਸ਼ ਭਾਰਤ ਦੇਸ਼ ਤੇ ਵੀ ਦਇਆ ਕਰਨਾ, ਸਾਡੇ ਰਿਸ਼ਤੇਦਾਰਾਂ ਨੂੰ ਦਇਆ ਕਰਨਾ, ਜੋ ਕੈਨੇਡਾ, ਅਮਰੀਕਾ, ਇੰਗਲੈਂਡ, ਜਿੱਥੇ ਕਿਤੇ ਪ੍ਰਦੇਸ਼ਾਂ ਵਿੱਚ ਸਾਡੇ ਭੈਣ ਭਰਾ ਬੱਚੇ ਗਏ ਹੋਏ ਆ, ਸਭ ਤੇ ਤੇਰੀ ਦਇਆ ਮੰਗਦਾ ਬਾਪ ਜੀ। ਤੂੰ ਦयावान परमेश्वर है। अगर प्रभु जी साडे को कोई गलती ना होया माफ करना, ते मंगणों भुल के दे देना, सब कुछ मंग लेने थोड़े बेटे अपने मुक्तिदाता प्रभु यीशु मसीह नासरी जी दे पवित्र और मिठे नाम विच मंगदे हैं। सुनिए और ग्रहण कीजिए, सब बोलेंगे आमीन आमीन हालेलुया। हालेलुया। तो परमेश्वर ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ, ਸਭ ਨੂੰ ਪ੍ਰਭु ਯਿਸੂ ਮਸੀਹ ਦੇ ਨਾਮ ਦੇ ਵਿੱਚ ਪਵਿੱਤਰ ਆਤਮਾ ਆਸ਼ੀਰਵਾਦਿਤ ਕਰਨ। यूसुफ ਦੀਆਂ ਇਹਨਾਂ ਚਾਰ ਖੂਬੀਆਂ ਨੂੰ ਯਾਦ ਰੱਖੀਏਗਾ, ਲਿਖ ਲੀजिएगा और अपने अंदर ਉਹਨਾਂ ਖੂਬੀਆਂ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ। ਹਾਲੇਲੂਇਆ। ताकि हालेलुया। परमेश्वर ਤੁਹਾਨੂੰ ਬਹੁਤਾਇਤ ਨਾਲ ਬਰਕਤ ਦੇਵੇ, ਤੁਹਾਨੂੰ ਯੂਸੁਫ ਦੀ ਤਰ੍ਹਾਂ ਸੰਭਾਲ ਕੇ ਰੱਖੇ। ਹਾਲੇਲੂਇਆ। ਸੋ ਅਗਲੇ ਹਫਤੇ ਫੇਰ ਮਿਲਾਂਗੇ, ਸਭ ਨੂੰ ਜੈ ਮਸੀਹ। जय मसीह।